ਪਹਿਲਾਂ ਤੇ ਪਤਾ ਹੋਣਾ ਚਾਹੀਦਾ ਕਿ ਸਾਡਾ ਜਿਹੜਾ ਵਚਨ ਚੱਲ ਰਿਹਾ ਹੈ ਉਹ ਕੀ ਵਚਨ ਚੱਲ ਰਿਹਾ ਹੈ, ਕੋਈ ਦੱਸ ਸਕਦਾ ਹੈ? ਹਾਂਜੀ, ਕਲੀਸਿਆ ਦੀ ਰਖਵਾਲੀ ਤੋਂ ਬਾਅਦ ਆ ਗਿਆ ਚਰਵਾਹੇ ਦਾ ਕਿਰਦਾਰ, ਚਰਵਾਹੇ ਦਾ ਕਰੈਕਟਰ, ਭੇਡ ਦਾ ਕਰੈਕਟਰ, ਦੋਨਾਂ ਦੇ ਕਰੈਕਟਰ, ਭੇਡ ਦਾ ਵੀ ਕਰੈਕਟਰ ਔਰ ਚਰਵਾਹੇ ਦਾ ਵੀ ਕਰੈਕਟਰ। ਔਰ ਉਸ ਤੋਂ ਬਾਅਦ ਜਿਹੜਾ ਅਸੀਂ ਦੇਖਣਾ ਕਿ ਪ੍ਰਭੂ ਇਹਦੇ ਬਾਰੇ ਸਾਨੂੰ ਕੀ ਸਿਖਾਉਣ ਵਾਸਤੇ ਜਾ ਰਹੇ ਨੇ। ਪਿਛਲੇ ਹਫਤੇ ਜਿਹੜਾ ਹੈ ਇਹ ਵਚਨ ਖਤਮ ਨਹੀਂ ਹੋ ਸਕਿਆ ਸੀ, ਇਹਨੂੰ ਪੂਰਾ ਕਰਨ ਦੀ ਖਾਤਰ ਅੱਜ ਅਸੀਂ ਜਿਹੜਾ ਨਾ ਫਿਰ ਇਸੇ ਵਚਨ ਨੂੰ ਲੈ ਕਰਕੇ ਜਾ ਰਹੇ ਹਾਂ। ਅੱਗੇ ਸਾਰਿਆਂ ਨੇ ਆਇਤਾਂ ਨੂੰ ਲਿਖਣਾ ਆਏ ਹਾਂ ਤੇ ਆਪਣੀਆਂ ਆਪਣੀਆਂ ਕਾਪੀਆਂ, ਆਪਣੀਆਂ ਆਪਣੀਆਂ ਕਿਤਾਬਾਂ ਔਰ ਆਪਣੀ ਆਪਣੀ ਬਾਈਬਲ ਦੇ ਕੋਲ ਹੋਣੀ ਚਾਹੀਦੀ ਨੇ, ਕਿਉਂਕਿ ਜਿਹਦੇ ਕੋਲ ਮੈਂ ਦੱਸਿਆ ਸੀ ਬਾਈਬਲ ਹੋਏਗੀ ਔਰ ਉਹਦੇ ਵਾਸਤੇ ਇਸ ਵਰਗ ਪ੍ਰਭੂ ਨੇ ਖੋਲਣਾ ਹੈ। ਤੇ ਜੇ ਬਾਈਬਲ ਘਰ ਪਈ ਹੈ ਤੇ ਅਸੀਂ ਇੱਥੇ ਬੈਠੇ ਹਾਂ ਫਿਰ ਕੋਈ ਫਾਇਦਾ ਨਹੀਂ ਹੈ। ਬਾਈਬਲ ਆਪਣੀ ਆਪਣੇ ਕੋਲ ਹੋਣੀ ਚਾਹੀਦੀ ਹੈ। ਅਸੀਂ ਜਿਹੜਾ ਹੈ ਪੜਿਆ ਸੀ ਕਿ ਅੱਛਾ ਜਾਲੀ ਮੈਂ ਹਾਂ, ਮਤਲਬ ਪਹਿਲਾਂ ਤੇ ਅੱਛਾ ਜਾਲੀ ਕਿਹਨੂੰ ਬਣਾਇਆ ਸੀ? ਮੂਸਾ ਨੂੰ ਬਣਾਇਆ ਸੀ। 40 ਸਾਲ ਉਹਨੇ ਭੇਡਾਂ ਚਰਾਈਆਂ, 40 ਸਾਲ ਮੈਂ ਦੱਸਿਆ ਸੀ ਕਿ ਉਹ ਰਿਹਾ ਫਿਰੌਨ ਦੇ ਮਹਿਲ ਦੇ ਵਿੱਚ, ਔਰ 40 ਸਾਲ ਪਰਮੇਸ਼ਵਰ ਦੇ ਕੋਲੋਂ ਸੇਵਾ ਲਈ, ਬਹੁਤ ਸਖਤ ਸੇਵਾ ਜੋ ਕਿ 40 ਦੇ 40 ਸਾਲ ਜੰਗਲਾਂ 'ਚ ਗੁਜ਼ਾਰੇ। 40 ਦੇ 40 ਸਾਲ ਜਿਹੜੇ ਜੰਗਲਾਂ 'ਚ ਗੁਜ਼ਾਰੇ ਉਹਨੇ, ਚੱਲ ਫਿਰ ਕੇ ਉਹ ਬੈਠਾ ਰਹੇ 40 ਸਾਲ, ਉਹ ਵੀ ਗਏ ਸੇਵਾ ਕਰਨ ਤੋਂ ਬਾਅਦ दाऊद ਨੂੰ ਉਹਨੇ ਜੋ ਹੈ ਅੱਛਾ ਚਰਵਾਹਾ ਬਣਾਇਆ ਔਰ ਬੜੇ ਬੜੇ ਉਹਦੇ ਕੋਲੋਂ ਕੰਮ ਲੈ, ਉਹਦੇ ਕੋਲੋਂ ਤਾਂ ਇੰਨੇ ਕੰਮ ਲੈ ਜਿਹੜੇ ਆਪਾਂ ਕਰ ਨਹੀਂ ਸਕਦੇ। ਆਪਾਂ ਸ਼ੇਰ ਦੇ ਮਗਰ ਭੱਜ ਨਹੀਂ ਸਕਦੇ, ਆਪਾਂ ਤਾਂ ਕੁੱਤੇ ਤੋਂ ਡਰਦੇ ਆ। ਹੁਣ ਉੱਤੇ ਕੁੱਤੇ ਤੋਂ ਡਰਦੇ ਆ, ਕੁੱਤੇ ਦੇ ਕੋਲ ਗਿਆ ਪਹਿਲਾਂ ਬਾਜ ਬੈਲ ਮਾਰਦੇ ਆ, ਬਈ ਕੁੱਤੇ ਨੂੰ ਬੰਨ ਲਿਓ, ਤੇ ਉਹਦੇ ਸ਼ੇਰ ਤੋਂ ਨਹੀਂ ਡਰਦਾ। ਕਿਤੇ ਘਰ ਜਾਣਾ ਪਹਿਲਾਂ ਪੁੱਛਦੇ ਕੁੱਤਾ ਤਾਂ ਨਹੀਂ ਰੱਖਿਆ, ਕੁੱਤੇ ਤੋਂ ਵੀ ਡਰਦੇ ਆਪਾਂ। ਲੇਕਿਨ ਉਹਨੇ ਦੇਖੋ ਸ਼ੇਰ ਦਾ ਰਿਸ਼ ਨੂੰ ਮਗਰ ਜਾ ਕੇ ਫੜ ਲਿਆ ਸੀ, ਜਾਨੀ ਆਪਣੀ ਜਾਨ ਦੀ ਪਰਵਾਹ ਨਹੀਂ। ਚਰਵਾਹਾ ਜਿਹਾ ਹੋਣਾ ਚਾਹੀਦਾ, ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ, ਲੇਕਿਨ ਆਪਣੀ ਭੇਡ ਦੀ ਪਰਵਾਹ ਕੀਤੀ ਸੀ। ਭੇਡ ਨੂੰ ਜਾ ਕਰਕੇ ਕਿਸੇ ਤਰੀਕੇ ਨਾਲ ਬਚਾਇਆ ਔਰ ਸ਼ੇਰ ਨੂੰ ਛੱਡਿਆ ਨਹੀਂ ਸੀ, ਖਤਮ ਕਰ ਦਿੱਤਾ ਸੀ ਉਹਨੇ। ਔਰ ਉਸ ਤੋਂ ਬਾਅਦ ਉਹ ਭੇਡ ਬਣ ਗਿਆ ਔਰ ਉਹਨੇ ਖੁਦਾ ਨੂੰ ਕੀ ਬਣਾਇਆ? ਆਪਣਾ ਅਜ਼ਾਲੀ ਬਣਾਇਆ ਕਈ ਜ਼ਬੂਰ ਦੇ ਵਿੱਚ। ਫਿਰ ਉਹ ਭੇਡ ਬਣਿਆ, ਉਹਨੇ ਅਜ਼ਾਲੀ ਬਣਾ ਦਿੱਤਾ ਉਹਨੂੰ। ਲੇਕਿਨ ਹੁਣ ਯਿਸੂ ਮਸੀਹ ਆਪ ਕਹਿ ਰਿਹਾ ਨਵੇਂ ਨੇਮ ਦੇ ਵਿੱਚ ਕਿ ਅੱਛਾ ਅਜ਼ਾਲੀ, ਯੋਹੰਨਾ ਦੀ ਅੰਜੀਲ ਉਹਦਾ 10ਵਾਂ ਬਾਬ ਇਹ ਅਸੀਂ ਸ਼ੁਰੂ ਕੀਤਾ ਸੀ ਔਰ ਇਹਦੇ ਵਿੱਚ ਉਹਨੇ ਕਿਹਾ ਕਿ ਅੱਛਾ ਅਜ਼ਾਲੀ ਹੁਣ, ਉਹਦੇ ਤੋਂ ਅੱਛਾ ਅਜ਼ਾਲੀ ਕੋਈ ਹੋਰ ਹੋ ਹੀ ਨਹੀਂ ਸਕਦਾ। ਉਹਦੇ ਤੋਂ ਅੱਛਾ ਅਜ਼ਾਲੀ ਕੋਈ ਹੋਰ, ਤੋਂ ਅੱਛਾ ਚਰਵਾਹਾ, ਉਹਦੇ ਤੋਂ ਅੱਛਾ ਕੋਈ ਸਾਡਾ ਪਾਲਣਹਾਰਾ। ਚਰਵਾਹਾ ਹੁੰਦਾ ਹੈ ਪਾਲਣਹਾਰਾ, ਕੋਈ ਹੋ ਹੀ ਨਹੀਂ ਸਕਦਾ। ਇਸ ਕਰਕੇ ਉਹਨੇ ਮੈਂ ਦੱਸਿਆ ਸੀ ਕਿ ਲਿਖਿਆ ਸੀ ਉਹਦੇ ਵਿੱਚ ਕਿ ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਭੇਡਾਂ ਦੇ ਬਾੜੇ ਵਿੱਚ ਬੂਹੇ ਥਾਣੀ, ਭੇਡਾਂ ਦੇ ਬਾੜੇ ਵਿੱਚ ਬੂਹੇ ਥਾਣੀ ਨਹੀਂ ਵੜਦਾ ਪਰ ਹੋਰ ਪਾਸੇ ਉਹ ਚੜਦਾ ਹੈ। ਉਹ ਚੋਰ ਤੇ ਡਾਕੂ ਹੈ, ਪਰ ਜਿਹੜਾ ਬੂਹੇ ਥਾਣੀ ਵੜਦਾ ਹੈ ਉਹ ਭੇਡਾਂ ਦਾ ਅਜ਼ਾਲੀ ਹੈ। ਜਿਹੜਾ ਚਰਵਾਹਾ ਹੈ ਉਹਨੂੰ ਕੀ ਲੋੜ ਆ ਕਿ ਜਿਹੜੀ ਭੇਡਾਂ ਦੇ ਦੁਆਲੇ ਕੰਨਿਆਂ ਦੀ ਬਾੜ ਕੀਤੀ ਹੋਈ ਆ, ਛਾਪੇ ਰੱਖੇ ਹੋਏ ਆ ਜਾਂ ਛੋਟੀ ਜਿਹੀ ਕੰਧ ਕੀਤੀ ਹੋਈ ਆ, ਉਹ ਟੱਪ ਕਰਕੇ ਜਾਵੇ? ਕੋਈ ਜ਼ਰੂਰਤ ਨਹੀਂ ਹੈ। ਉਹਨੂੰ ਆਪਣੀਆਂ ਭੇਡਾਂ ਦੇ ਉੱਤੇ ਮਾਣ ਹੈ, ਉਹ ਆਪਣੀਆਂ ਭੇਡਾਂ ਦੀ ਰਖਵਾਲੀ ਕਰਦਾ ਹੈ। ਉਹਨੇ ਤੇ ਬੂਹੇ ਦੇ ਵਿੱਚ ਦੀ ਆਉਣਾ ਹੈ ਤੇ ਬੂਹੇ ਦੇ ਵਿੱਚ ਚੱਲ ਜਾਣਾ ਹੈ। ਔਰ ਮੈਂ ਤੁਹਾਨੂੰ ਦੱਸਿਆ ਸੀ ਕਿ ਉਹ ਜਦੋਂ ਆਪਣਾ ਰਾਤ ਪੈਂਦੀ ਹੈ, ਆਪਣੇ ਬੱਚੇ ਛੱਡ ਕੇ, ਪਰਿਵਾਰ ਛੱਡ ਕੇ, ਬੇਸ਼ੱਕ 10 ਵਜੇ ਰਾਤ ਨੂੰ ਆਵੇ, ਉਹਨੇ ਮੰਜਾ ਆਪਣਾ ਭੇਡਾਂ ਦੇ ਬਾੜੇ ਦੇ ਬੂਹੇ ਦੇ ਮੂਹਰੇ ਡਾਉਣਾ ਹੈ। ਭੇਡਾਂ ਦੇ ਬੂਹੇ ਦੇ ਮੂਹਰੇ ਡਾਉਣਾ ਤਾਂ ਹੀ ਰਖਵਾਲੀ ਕਰੇਗਾ। ਜੇ ਉਹ ਇੱਧਰ ਉੱਧਰ ਸੌਵੇਗਾ ਜਾ ਕਰਕੇ ਤੇ ਭੇਡਾਂ ਦੀ ਰਖਵਾਲੀ ਕੌਣ ਕਰੇਗਾ? ਭੇਡਾਂ ਨੂੰ ਜਿਹੜਾ ਆ ਨਾ ਕਹਿੰਦੇ ਆ ਕਿ ਸ਼ੈਤਾਨ ਜਿਹੜਾ ਹੈ ਉਹ ਭੁੱਕੇ ਸ਼ੀਰ ਵਾਂਗੂ ਘੁੰਮਦਾ ਫਿਰਦਾ ਹੈ ਕਿ ਕੜੀ ਕੜੀ ਇਹਨਾਂ ਨੂੰ ਪਾਲ ਸਕਦਾ। ਪੜਿਆ ਤੁਸੀਂ ਬਾਈਬਲ ਦੇ ਵਿੱਚ ਕਿ ਸ਼ੈਤਾਨ ਜਿਹੜਾ ਹੈ ਭੁੱਕੇ ਸ਼ੀਰ ਵਾਂਗੂ ਘੁੰਮਦਾ ਫਿਰਦਾ ਹੈ ਕਿ ਕਿਹੜੀ ਕਿਹੜੀ ਭੇਡਾਂ ਨੂੰ ਪਾਲਾਂ ਔਰ ਖਾ ਲਵਾਂ। ਤੁਸੀਂ ਸਾਰੇ ਫੇਸਬੁੱਕਾਂ ਦੇਖਦੇ ਹੋ, ਉਹਦੇ ਵਿੱਚ ਫਿਲਮਾਂ ਦੇਖਦੇ ਹੋ, ਉਹਦੇ ਵਿੱਚ ਦੇਖੋ ਜਦੋਂ ਜਾਨਵਰਾਂ ਦਾ ਸੀਨ ਆਉਂਦਾ ਹੈ ਤਾਂ ਕਿੱਦਾਂ ਸ਼ੇਰ ਜਿਹੜੀਆਂ ਭੇਡਾਂ ਨੂੰ ਚੱਕਦਾ ਹੈ, ਕਿੱਦਾਂ ਸ਼ੇਰ ਜੰਗਲਾਂ ਜਾਨਵਰਾਂ ਨੂੰ ਚੱਕਦਾ ਹੈ, ਕਿੱਦਾਂ ਖਾਂਦਾ ਹੈ। ਲੇਕਿਨ ਖੁਦਾ ਨੇ ਇੱਕ ਐਸਾ ਬੰਦਾ ਵੀ ਜਿਹੜਾ ਆਪਣੇ ਲਈ ਚੁਣਿਆ ਸੀ, ਜਿਹੜਾ ਸ਼ੇਰ ਦੀ ਵੀ ਪਰਵਾਹ ਨਹੀਂ ਕਰਦਾ ਸੀ, ਸ਼ੇਰ ਨੂੰ ਪਾੜ ਕੇ ਸੁੱਟ ਦਿੰਦਾ ਸੀ। ਅੱਜ ਸਾਡਾ ਚਰਵਾਹਾ ਜਿਹੜਾ ਹੈ ਉਹ ਸਾਡੇ ਦਿਲ ਦੇ ਦਰਵਾਜ਼ਿਆਂ ਦੀ ਰਾਖੀ ਕਰਦਾ ਹੈ, ਸਾਡੇ ਦਿਲਾਂ ਦੇ ਉੱਤੇ ਬੈਠਾ ਹੈ, ਸਾਹਮਣੇ ਬੈਠਾ ਹੈ, ਆਪਣੀਆਂ ਭੇਡਾਂ ਦੇ ਦਰਵਾਜ਼ੇ ਦੇ ਅੱਗੇ ਬੈਠਦਾ ਹੈ ਕਿ ਮੇਰੀ ਭੇਡ ਜੋ ਕੋਈ ਵੀ ਬਾਹਰ ਨਾ ਬਗੈਰ ਮਰਜ਼ੀ ਤੋਂ ਬਾਹਰ ਚਲੀ ਜਾਵੇ ਔਰ ਕੋਈ ਵੀ ਭੇਡ ਜਿਹੜੀ ਹੈ ਉਹਨੂੰ ਕੋਈ ਵੀ ਕਿਸੇ ਪਾਸਿਓਂ ਆ ਕਰਕੇ ਕੋਈ ਦਰਿੰਦਾ ਖਾ ਨਾ ਜਾਵੇ। ਅੱਗੇ ਅਸੀਂ ਇਹਦੀ ਦੂਸਰੀ ਐਤ ਜਿਹੜੀ ਹੈ ਉਹ ਪੜ੍ਹਨੀ ਹੈ। ਪਰ ਜਿਹੜਾ ਬੂਹੇ ਥਾਣੀ ਵੜਦਾ ਹੈ
ਹਾਂ ਉਹ ਭੇਡਾਂ ਦਾ ਅਜ਼ਾਲੀ ਹੈ। ਹਾਂ ਉਹਦੇ ਲਈ ਦਰਬਾਨ ਖੋਲ ਦਿੰਦਾ ਹੈ ਹਾਂ ਅਤੇ ਭੇਡਾਂ ਉਹਦਾ ਬੋਲ ਸੁਣਦੀਆਂ ਹਨ ਅਤੇ ਉਹ ਆਪਣੀਆਂ ਭੇਡਾਂ ਨੂੰ ਨਾਮ ਲੈ ਲੈ ਕੇ ਬੁਲਾਉਂਦਾ ਹੈ। ਹਾਲੇਲੂਇਆ। ਭੇਡਾਂ ਉਹਦੀ ਆਵਾਜ਼ ਨੂੰ ਸੁਣਦੀਆਂ ਨੇ ਤੇ ਉਹ ਆਪਣੀਆਂ ਭੇਡਾਂ ਨੂੰ ਆਵਾਜ਼ ਮਾਰ ਮਾਰ ਕੇ ਫਿਰ ਭੇਡਾਂ ਉਹਦੀ ਆਵਾਜ਼ ਨੂੰ ਸੁਣਦੀਆਂ ਤੇ ਨਾਮ ਲੈ ਲੈ ਕੇ ਬੁਲਾਉਂਦੀਆਂ। ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਹਾਂ, ਬੜੀ ਗੱਲ ਸੁਣਨ ਵਾਲੀ ਆ। ਅੱਜ 2000 ਤੋਂ ਉੱਪਰ ਬਾਈਬਲ ਜਿਹੜੀ ਹੈ ਲੈਂਗੁਏਜ ਦੇ ਵਿੱਚ 2000 ਤੋਂ ਉੱਪਰ ਲੈਂਗੁਏਜ ਦੇ ਵਿੱਚ ਪ੍ਰਿੰਟ ਹੋ ਚੁੱਕੀ ਹੈ ਔਰ ਪਤਾ ਨਹੀਂ ਕਿ ਸੰਸਾਰ ਦੇ ਵਿੱਚ ਕਿੰਨੀਆਂ ਲੈਂਗੁਏਜਾਂ ਨੇ। ਲੇਕਿਨ ਸਾਰਿਆਂ ਦੀ ਹੋ ਜਾਣੀ ਆ ਇਹ ਨਹੀਂ ਪਤਾ, ਲੇਕਿਨ ਇਹਨੇ 'ਚ ਹੋ ਚੁੱਕੀ ਹੈ। ਜਿਹੜੀ ਵੀ ਲੈਂਗੁਏਜ ਦੇ ਵਿੱਚ ਕੋਈ ਬੋਲਦਾ ਹੈ ਉਸੇ ਦੀ ਖੁਦਾ ਸੁਣਦਾ ਹੈ। ਜਿਹੜੀ ਵੀ ਲੈਂਗੁਏਜ ਵਿੱਚ ਦੁਆ ਕਰਦਾ ਹੈ, ਕੋਈ ਕੇਰਲਾ ਦੀ, ਮਲਿਆਲਮ, ਕੋਈ ਤਾਮਿਲ, ਕੋਈ ਤੇਲਗੂ, ਕੋਈ ਮਰਾਠੀ, ਕੋਈ ਗੁਜਰਾਤੀ ਤੇ ਕੋਈ ਭੋਜਪੁਰੀ ਤੇ ਕੋਈ ਪੰਜਾਬੀ ਤੇ ਕੋਈ ਹਿੰਦੀ, ਇੰਨੀ ਇੱਕ ਤਾਂ ਮੈਨੂੰ ਪਤਾ ਸੁਣਦਾ ਨਾ ਸਾਰਿਆਂ ਦੀ ਆਵਾਜ਼ ਪਛਾਣਦਾ ਕਿਉਂਕਿ ਬਣਾਈਆਂ ਉਹਨੇ ਇਬਰਾਹੀਮ ਦੇ ਜ਼ਰੀਏ ਬਣਾਈਆਂ ਸੀ। ਇਹ ਤੁਸੀਂ ਪੜ੍ਹਿਓ ਪੱਤੇ ਵਿੱਚ ਆ ਕਿ ਟਾਈਮ ਨਹੀਂ ਸਾਡੇ ਕੋਲ। ਉਹ ਆਵਾਜ਼ ਨੂੰ ਸੁਣਦਾ ਹੈ ਤੇ ਜਦੋਂ ਅਸੀਂ ਗੂੰਗੀ ਬੋਲੀ ਮੁੱਸਾ ਕਹਿੰਦਾ ਸੀ ਖੁਦਾ ਮੈਂ ਬੋਲ ਨਹੀਂ ਸਕਦਾ, ਕਹਿੰਦਾ ਬੋਲਣਾ ਉੱਥੇ ਤੂੰ ਹੈ, ਬੋਲਣਾ ਤੇ ਮੈਂ ਆ। ਕਹਿੰਦਾ ਕੀ ਬੋਲੇ ਮੈਂ ਨਹੀਂ ਬਣਾਏ, ਕੀ ਗੂੰਗੇ ਮੈਂ ਨਹੀਂ ਬਣਾਏ, ਕੀ ਬੋਲੇ ਮੈਂ ਨਹੀਂ ਬਣਾਏ, ਗੂੰਗੇ ਮੈਂ ਨਹੀਂ ਬਣਾਏ, ਮੈਂ ਹੀ ਬਣਾਇਆ ਨਾ। ਉਹਨਾਂ ਤੋਂ ਮੈਂ ਕੰਮ ਲੈਣਾ ਹੈ, ਜੇ ਤੋਂ ਮਰਜ਼ੀ ਲੈ ਲਓ। ਮੈਂ ਤਾਂ ਜਿਹੜਾ ਗੱਦੀ ਤੋਂ ਕੰਮ ਲੈ ਲਿਆ ਸੀ, ਚੈਂਬਰ ਤੋਂ ਕੰਮ ਲੈ ਲੈਣਾ ਮੈਂ। ਦਸ ਸੁਣ ਵਾਲੀ ਗੱਲ ਹੈ ਕਿ ਇੱਕ ਔਰਤ ਮੀਆਂ ਬੀਬੀ ਦੋ ਜਰਮਨ ਦੇ ਵਿੱਚ ਰਹਿੰਦੇ ਸੀ। ਜਰਮਨ ਦੇ ਵਿੱਚ ਰਹਿੰਦੇ ਸੀ ਮੀਆਂ ਬੀਬੀ। ਔਰ ਤੁਹਾਨੂੰ ਪਤਾ ਕਿ ਔਰਤਾਂ ਆਪਣੀਆਂ ਕਿੰਨੀਆਂ ਕੁ ਪੜੀਆਂ ਹੁੰਦੀਆਂ, ਆਦਮੀ ਤੋਂ ਵੀਜ਼ਾ ਕਰਾ ਕੇ ਲੈ ਗਿਆ। ਉੱਥੇ ਇੱਕ ਉਹਨਾਂ ਦਾ ਬੱਚਾ ਸੀ, ਗੱਲ ਆ ਰਹੀ ਹੈ ਆਵਾਜ਼ ਸਮਝਣ ਦੀ। ਇੱਕ ਉਹਨਾਂ ਦਾ ਬੱਚਾ ਸੀ ਛੋਟਾ, ਸਮਝੋ ਸਾਡੇ ਬਿਲਵੀਨ ਵਰਗਾ। ਹਸਬੈਂਡ ਬਾਹਰ ਕੰਮ ਤੇ ਗਿਆ ਹੋਇਆ ਸੀ, ਉਹ ਬੱਚਾ ਬਿਮਾਰ ਹੋ ਗਿਆ ਤੇ ਡਾਕਟਰ ਤੇ ਉੱਥੇ ਜਰਮਨੀ ਨੇ। ਡਾਕਟਰ ਉੱਥੇ ਕਿਹੜੇ ਨੇ? ਜਰਮਨੀ। ਉਹਨੇ ਹੁਣ ਲੈ ਕੇ ਜਾਣਾ ਡਾਕਟਰ ਦੇ ਕੋਲ। ਉਹਨੇ ਤੇ ਇੰਗਲਿਸ਼ ਤੋਂ ਬਿਨਾ ਜਾਂ ਜਿਹੜੀ ਜਰਮਨ ਦੀ ਲੈਂਗੁਏਜ ਹੈ ਡੱਚ ਬੋਲਣੀ ਪੈਂਦੀ ਉੱਥੇ, ਜਾਂ ਡੱਚ, ਕਿਉਂਕਿ ਸਾਡੇ ਨਾਲ ਸਾਰੇ ਗੋਰਿਆਂ ਨੇ ਕੰਮ ਕੀਤਾ ਹੋਇਆ ਤੇ ਮੈਂ ਵੀ ਸਾਰੇ ਗੋਰਿਆਂ ਨੇ ਕੰਮ ਕੀਤਾ ਹੈ। ਡੱਚ ਬੋਲੋ ਜਾਂ ਫਿਰ ਉੱਥੇ ਇੰਗਲਿਸ਼ ਬੋਲੋ ਤਾਂ ਹੀ ਸਮਝੇਗੀ। ਹੁਣ ਵਿਚਾਰੀ ਨੂੰ ਤਾਂ ਦੋਨੋਂ ਨਹੀਂ ਆਉਂਦੀਆਂ। ਹੁਣ ਬੱਚਾ ਲੈ ਕੇ ਡਾਕਟਰ ਦੇ ਕੋਲ ਜਾਣਾ, ਬੱਚਾ ਤੜਫਦਾ ਪਰ ਥੋੜਾ ਉਹਨੂੰ ਕੁਛ ਇੰਨਾ ਸੀ ਜਿੱਦਾਂ ਜਾ ਕੇ ਥੋੜਾ ਨਾ ਕੰਮ ਗੋ ਸਿੱਖ ਜਾਂਦੀਆਂ ਜਾ ਕੇ। ਇੰਨਾ ਜਾ ਕੇ ਸਾਰੇ ਕਰਨ ਲੱਗ ਪੈਂਦੇ ਆ। ਇਹਦਾ ਔਰਤ ਨੇ ਇੰਨਾ ਕੁ ਸਿੱਖਿਆ ਹੋਇਆ ਸੀ। ਜਦੋਂ ਡਾਕਟਰ ਦੇ ਕੋਲ ਗਈ, ਉਹ ਡਾਕਟਰ ਨੇ ਉਹਨੂੰ ਪੁੱਛਿਆ ਵਟ ਪ੍ਰੋਬਲਮ ਕੀ ਹੈ? ਵਟ ਪ੍ਰੋਬਲਮ? ਕਹਿੰਦੀ ਮਾਈ ਮੇਰੀ ਨਾ ਈਟ ਦਾ ਨਾ ਸਲੀਪ ਦਾ, ਬਸ ਬੀਪ ਦਾ। ਕਹਿੰਦੀ ਮਾਈ ਮੇਰੀ ਨਾ ਈਟ ਦਾ ਨਾ ਸਲੀਪ ਦਾ, ਬਸ ਬੀਪ ਦਾ। ਕਹਿੰਦੀ ਮੇਰਾ ਬੱਚਾ ਨਾ ਖਾਂਦਾ ਤੇ ਨਾ ਸੌਂਦਾ ਤੇ ਬਸ ਰੋਂਦਾ ਹੀ ਰੋਂਦਾ। ਡਾਕਟਰ ਨੇ ਉਹਦਾ ਨੁਕਤਾ ਫੜਿਆ, ਉਹ ਸਮਝ ਗਿਆ। ਉਹਨੇ ਦਵਾਈ ਦੇ ਦਿੱਤੀ। ਦਵਾਈ ਦਿੱਤੀ, ਆ ਕੇ ਬੱਚਾ ਠੀਕ ਹੋ ਗਿਆ। ਇਦਾਂ ਹੀ ਕਿਸੇ ਤਰ੍ਹਾਂ ਵੀ ਬੋਲੋ ਸਹੀ, ਖੁਦਾ ਤੁਹਾਡੀ ਆਵਾਜ਼ ਨੂੰ ਪਛਾਣਦਾ ਹੈ। ਖੁਦਾ ਤੁਹਾਡੀ ਆਵਾਜ਼ ਨੂੰ, ਉਹ ਡਾਕਟਰ ਨੇ ਉਹਦੀ ਵੀ ਦਿਲ ਚ ਆਇਆ ਕਿ ਮਾਈ ਮੇਰੀ ਨਾ ਈਟ ਦਾ ਨਾ ਸਲੀਪ ਦਾ, ਬਸ ਬੀਪ ਦਾ। ਉਹ ਡਾਕਟਰ ਸਮਝ ਗਿਆ ਵੀ ਇਹਦਾ ਜਿਹੜਾ ਚਾਈਲਡ ਆ, ਕੋਈ ਕਹਿੰਦੀ ਵੀ ਨਾ ਤਾਂ ਈਟ ਦਾ, ਨਾ ਖਾਂਦਾ ਕੁਛ ਤੇ ਨਾ ਇਹ ਸੌਂਦਾ ਤੇ ਨਾ ਇਹ ਬਸ ਬੀਪ ਦਾ ਰੋਂਦਾ ਹੀ ਰੋਂਦਾ। ਉਹਦਾ ਬੀਪ ਸਮਝ ਗਿਆ, ਈਟ ਸਮਝ ਗਿਆ, ਸਲੀਪ ਸਮਝ ਗਿਆ, ਦਾਦ ਨੂੰ ਖਤਮ। ਇਹਨੇ ਨਾਲ ਨੂੰ ਪਤਾ ਲੱਗ ਗਿਆ ਵੀ ਇਹਨੂੰ ਪ੍ਰੋਬਲਮ ਜਿਹੜੀ ਆ ਇਸ ਬੱਚੇ ਨੂੰ। ਤੇ ਸਾਡੇ ਰੱਬ ਦੇ ਕੋਲ ਕਿਸੇ ਤਰ੍ਹਾਂ ਵੀ ਭੇਡ ਪੁਕਾਰੇਗੀ, ਉਹਦੀ ਆਵਾਜ਼ ਨੂੰ ਉਹ ਸੁਣਦਾ ਹੈ। ਬੋਲੋ ਤਾਂ ਸਹੀ, ਸੁਣੋ ਤਾਂ। ਸਾਡੇ ਕੋਲ ਆਪਣੇ ਟਾਈਮ ਹੈ ਨਹੀਂ, ਸਾਡੇ ਕੋਲ ਆਪਣੇ ਵਕਤ ਹੈ ਨਹੀਂ। ਅਸੀਂ ਬੋਲੀਏ ਤੇ ਸਹੀ, ਦੱਸੀਏ ਤੇ ਸਹੀ। ਉਹ ਕਹਿੰਦਾ ਮੈਂ ਤੁਹਾਡੀਆਂ ਭੇਡਾਂ ਦੀ ਆਵਾਜ਼ ਨੂੰ। ਹੁਣ ਇੱਕ ਡੇਅਰੀ ਪਾਈ ਆ, ਡੇਅਰੀ ਦੇ ਵਿੱਚ 100 ਮੱਝ ਆ ਤੇ ਦੁੱਧ ਦਿੰਦੀਆਂ 5 ਤੇ ਬਾਕੀ ਫਟ ਰਹੀਆਂ। ਉਹ ਹਾਰਿਸ ਕਲੀਸਿਆ ਦਾ ਵੀ ਆ। ਜੇ ਦੁੱਧ ਹੀ 5 ਦਿੰਦੀਆਂ ਹੋਣ
ਤੇ ਬਾਕੀਆਂ ਦਾ ਕੀ ਫਾਇਦਾ? ਖਾਮਕਾ ਪੱਠੇ ਪਾਉਣੇ, ਖਾਮਕਾ ਦੀ ਰਖਵਾਲੀ ਕਰਨੀ, ਖਾਮਕਾ ਨੂੰ ਪਾਣੀ ਪਿਲਾਉਣਾ, ਖਾਮਕਾ ਉਹਨਾਂ ਦੀ ਸੇਵਾ ਕਰਨੀ ਹੈ। ਤੇ ਜੇ ਡੇਅਰੀ ਵਿੱਚ ਸਾਰੀਆਂ ਦਿੰਦੀਆਂ ਹੋਣਗੀਆਂ ਦੁੱਧ ਤੇ ਮੌਜਾਂ ਨਹੀਂ ਲੱਗ ਜਾਣਗੀਆਂ ਮਾਲਕ ਦੀਆਂ, ਮੌਜਾਂ ਨਹੀਂ ਲੱਗ ਜਾਣਗੀਆਂ। ਇਹ ਆਪਣੀ ਕਲੀਸਿਆ ਦਾ ਵੀ ਇਹੀ ਹਾਲ ਹੈ, ਇਹ ਸਾਡੀਆਂ ਭੇਡਾਂ ਦਾ ਵੀ ਇਹੋ ਹੀ ਹਾਲ ਹੈ। ਇੱਥੇ ਵੀ ਨਹੀਂ, ਇੱਥੇ ਫੰਡਰਾਂ ਬਹੁਤ ਆ ਤੇ ਦੁੱਧ ਦੇਣ ਵਾਲੀਆਂ ਬਹੁਤ ਘੱਟ ਆ। ਕਿਉਂ ਜੀ ਪਾਸਟਰ ਜੀ? ਠੀਕ ਆ, ਫੰਡਰਾਂ ਬਹੁਤ ਆ ਤੇ ਦੁੱਧ ਦੇਣ ਵਾਲੀਆਂ ਜਿਹੜੀਆਂ ਨੇ ਉਹ ਆਪ ਹੀ ਸਮਝ ਜਾਣ। ਤੇ ਜਿਹੜੀਆਂ ਫੰਡਰਾਂ ਉਹਨਾਂ ਦਾ ਖੁਦਾ ਨੂੰ ਕੀ ਫਾਇਦਾ? ਇਹ ਜਿਹੜੀਆਂ ਭੇਡਾਂ ਫੰਡਰਾਂ ਨੇ ਉਹਨਾਂ ਦਾ ਖੁਦਾ ਨੂੰ ਕੀ ਫਾਇਦਾ? ਜਿਹੜੀਆਂ ਦੁੱਧ ਦੇਣ ਵਾਲੀਆਂ ਨੇ ਉਹਨਾਂ ਨੂੰ ਫਾਇਦਾ। ਤੇ ਫਾਇਦਾ ਕਿਹਨੇ ਲੈਣਾ? ਦੁੱਧ ਲੈਣ ਦੇਣ ਵਾਲੀਆਂ ਨੇ ਫਾਇਦਾ ਵੀ ਲੈਣਾ। ਤੇ ਫੰਡਰਾਂ ਨੂੰ ਮਿਲਣਾ ਵੀ ਕੁਛ ਨਹੀਂ, ਫੰਡਰਾਂ ਨੂੰ ਨਹੀਂ ਮਿਲਣਾ ਕੁਛ ਵੀ, ਦੁੱਧ ਦੇਣ ਵਾਲੀਆਂ ਨੂੰ ਮਿਲਣਾ ਹੈ। ਇਸ ਕਰਕੇ ਅਸੀਂ ਫੰਡਰਾਂ ਨਹੀਂ ਬਣਨਾ, ਅਸੀਂ ਦੁੱਧ ਦੇਣੀਆਂ ਬਣਨਾ ਹੈ। ਇਹ ਤੁਸੀਂ ਗੱਲ ਨੂੰ ਆਪ ਸਮਝਣਾ ਹੈ, ਇਹ ਮੈਂ ਨਹੀਂ ਸਮਝਾਉਣਾ, ਕਿਉਂਕਿ ਦਿਮਾਗ ਤੇ ਮੇਰੇ ਤੋਂ ਵੀ ਵੱਧ ਤੁਹਾਨੂੰ ਦਿੱਤਾ ਐਸੀ ਗੱਲ ਨਹੀਂ। ਤੇ ਤੁਸੀਂ ਇਹ ਖੁਦ ਸਮਝ ਲਓ ਅਸੀਂ ਕਿਹੜੀ ਗੱਲ ਤੋਂ ਫੰਡਰ ਆ। ਅਸੀਂ ਫੰਡਰ ਆ, ਦੁੱਧ ਦਿੰਦੇ ਨਹੀਂ, ਖੁਦਾ ਨੂੰ ਦੁੱਧ ਮਿਲਦਾ ਨਹੀਂ, ਉਹ ਦੁੱਧ ਪੀਂਦਾ ਨਹੀਂ ਤੇ ਉਹਨੂੰ ਚਾਹੀਦਾ ਹੈ। ਇਸ ਕਰਕੇ ਜੇ 100 ਮੱਝ ਦੀ ਡੇਅਰੀ ਇੱਕ ਰੱਖੀ ਹੋਵੇ ਤੇ ਉਹਦੇ ਵਿੱਚ 5 ਜਾਂ 7 ਜਾਂ 10 ਮੱਝਾਂ ਦੁੱਧ ਦਿੰਦੀਆਂ ਹੋਣ ਤਾਂ ਕੀ ਫਾਇਦਾ ਉਸ ਮਾਲਕ ਨੂੰ? ਬਾਕੀਆਂ ਨੂੰ ਤੇ ਚਾਰਦਾ ਆ ਪਸ਼ੂ, ਉਹਨਾਂ ਨੂੰ ਚਾਰਾ ਖਿਲਾਉਂਦਾ ਹੈ, ਉਹਨੂੰ ਪਾਣੀ ਪਿਲਾਉਂਦਾ, ਉਹਦਾ ਗੋਹਾ ਚੱਕਦਾ, ਉਹਨਾਂ ਵਾਸਤੇ ਨੌਕਰ ਰੱਖਦਾ, ਉਹਨਾਂ ਵਾਸਤੇ ਕੀ ਨਹੀਂ ਰੱਖਦਾ, ਉਹਨੂੰ ਕੀ ਫਾਇਦਾ? ਅਸੀਂ ਉਹੋ ਜਿਹੀਆਂ ਭੇਡਾਂ ਨਾ ਬਣੀਏ। ਅਸੀਂ ਖੁਦਾ ਨੂੰ ਦੁੱਧ ਦੇਣ ਵਾਲੀਆਂ ਔਰ ਉਹਨੂੰ ਆਪਣੀ ਆਵਾਜ਼ ਸੁਣਾਉਣ ਵਾਲੀਆਂ, ਚਾਹੇ ਕਿਸੇ ਵੀ ਲੈਂਗੁਏਜ ਦੇ ਵਿੱਚ ਅਸੀਂ ਆਵਾਜ਼ ਸੁਣਾਈਏ, ਲੇਕਿਨ ਉਹਨੂੰ ਆਵਾਜ਼ ਸੁਣਾਈਏ। ਉਹ ਤੁਹਾਡੀ ਆਵਾਜ਼ ਨੂੰ ਸੁਣਦਾ ਹੈ। ਤੇ ਅੱਗੇ ਕੀ ਲਿਖਿਆ ਹੈ? ਅੱਗੇ ਕੀ ਲਿਖਿਆ ਹੈ? ਉਹਨਾਂ ਨੂੰ ਬਾਹਰ ਲੈ ਜਾਂਦਾ ਹੈ। ਹਾਂ, ਜਦ ਉਹ ਆਪਣੀ ਸਾਰੀਆਂ ਭੇਡਾਂ ਨੂੰ ਕੱਢ ਚੁੱਕਦਾ, ਬਾਹਰ ਲੈ ਜਾਂਦਾ ਹੈ। ਬਾਹਰ ਲੈ ਜਾਣ ਦਾ ਮਤਲਬ ਕਿ ਫਿਰ ਉਹਨੂੰ ਚਾਰਨ ਵਾਸਤੇ ਲੈ ਕੇ ਜਾਂਦਾ ਬਾੜੇ ਦੇ ਵਿੱਚੋਂ। ਬਾੜੇ ਦੇ ਵਿੱਚੋਂ ਉਹਨੂੰ ਬਾੜੇ ਦੀ ਤਾਂ ਨਹੀਂ ਇੰਡੀਆ ਨੂੰ ਖਿਲਾ ਸਕਦਾ। ਬਾੜੇ ਦੇ ਵਿੱਚ ਉਹਨੂੰ ਦੇਖਿਆ ਤੁਸੀਂ ਨਹੀਂ ਖਿਲਾ ਸਕਦਾ। ਉਹਨਾਂ ਨੂੰ ਕੱਢ ਕਰਕੇ ਬਾਹਰ ਲੈ ਜਾਂਦਾ ਹੈ ਔਰ ਉਹਨਾਂ ਨੂੰ ਕੱਢ ਕੇ ਬਾਹਰ ਜਦੋਂ ਲੈ ਕੇ ਜਾਂਦਾ ਕੀ ਕਰਦਾ ਹੈ? ਆਪਣੀਆਂ ਸਾਰੀਆਂ ਭੇਡਾਂ ਨੂੰ ਕੱਢ ਚੁੱਕਦਾ ਹੈ। ਤਾਂ ਉਹਨਾਂ ਦੇ ਅੱਗੇ ਅੱਗੇ ਹਾਲੇਲੂਇਆ। ਫਿਰ ਦੇਖੋ ਕਿੰਨੀ ਵੱਡੀ ਗੱਲ ਹੈ ਕਿ ਉਹਨਾਂ ਦੇ ਅੱਗੇ ਅੱਗੇ ਦੇਖਿਆ ਤੁਸੀਂ ਭੇਡਾਂ ਵਾਲੇ ਜਿਹੜੇ ਚਾਰਦੇ ਇੱਥੇ, ਉਹਨਾਂ ਦੇ ਅੱਗੇ ਅੱਗੇ ਡੰਡਾ ਲੈ ਕੇ ਤੁਰਦੇ ਕਿ ਨਹੀਂ ਤੁਰਦੇ? ਅੱਗੇ ਇੱਕ ਹੁੰਦਾ ਕਿ ਨਹੀਂ ਹੁੰਦਾ? ਇਦਾਂ ਹੀ ਸਾਡਾ ਖੁਦਾ ਵੀ, ਜਿਹੜੀਆਂ ਅਸੀਂ ਸਾਨੂੰ ਉਹਦੇ ਭੇਡਾਂ ਬਣਾਈਆਂ ਆ, ਉਹ ਸਾਡੇ ਫਿਰ ਅੱਗੇ ਅੱਗੇ ਤੁਰਦਾ ਹੈ। ਸਾਡੇ ਅੱਗੇ ਅੱਗੇ ਤੁਰ ਕੇ ਸਾਡੀ ਅਗਵਾਈ ਕਰਦਾ, ਸਾਡੀ ਰਹਿਨੁਮਾਈ ਕਰਦਾ, ਸਾਡੀ ਮਦਦ ਕਰਦਾ, ਸਾਡੀ ਦੇਖਭਾਲ ਕਰਦਾ। ਮੈਂ ਜਦੋਂ ਸਵੇਰੇ ਉੱਠਦਾ ਹਾਂ ਅੱਜ ਦੇ ਦਿਨ ਸਾਡੀ ਕਲੀਸਿਆ ਦੀ ਦੁਆ ਕਰਦਾ ਹਾਂ, ਉੱਥੇ ਘਰੋਂ ਵੀ ਚੱਲ ਕੇ ਸਵੇਰੇ ਔਰ ਫਿਰ ਜਾ ਕੇ ਵੀ ਕਰਦਾ। ਜਿੰਨੇ ਆਏ ਨੇ ਪ੍ਰਭੂ ਤੇਰਾ ਧੰਨਵਾਦ ਕਰਦਾ। ਜਿੰਨੇ ਰਸਤੇ ਦੇ ਵਿੱਚ ਜਿੱਥੋਂ ਵੀ ਆ ਰਹੇ ਨੇ, ਇਹਨਾਂ ਦਾ ਸਫ਼ਰ, ਚਾਹੇ ਕੋਈ ਪੈਦਲ ਆ ਰਿਹਾ, ਚਾਹੇ ਕੋਈ ਆਪਣੀ ਕਨਵੈਂਸ ਦੇ ਵਿੱਚ ਆ ਰਿਹਾ, ਸਾਰਿਆਂ ਨੂੰ ਆਪਣੇ ਬਲੱਡ ਦੇ ਵਿੱਚ ਪਾ ਕੇ ਲੈ ਗਿਆ, ਫਰਿਸ਼ਤਿਆਂ ਦੀ ਬੜਾ ਕਬਰ ਕਰਕੇ ਲੈ ਗਿਆ, ਹਰ ਕਿਸਮ ਦੇ ਹਾਦਸੇ ਤੋਂ ਐਕਸੀਡੈਂਟ ਤੋਂ ਬਚਾ ਕੇ ਲੈ ਗਿਆ। ਤੇਰੇ ਬੰਦੇ ਠੀਕ ਠਾਕ ਹੋਣੇ ਚਾਹੀਦੇ। ਸਾਰਿਆਂ ਦੇ ਵਾਸਤੇ ਦੁਆ ਸਾਡਾ ਫਰਜ਼ ਹੈ ਕਰਨਾ, ਕਿਉਂਕਿ ਖੁਦਾ ਨੇ ਸਾਨੂੰ ਚਰਵਾਹੇ ਬਣਾਇਆ ਹੈ ਤੇ ਕਲੀਸਿਆ ਦਿੱਤੀ ਹੈ, ਭੇਡਾਂ ਦਿੱਤੀਆਂ ਨੇ, ਉਹਨਾਂ ਦੇ ਵਾਸਤੇ ਮਿਹਨਤ ਕਰਨਾ ਜਿਹੜਾ ਉਹ ਸਾਡਾ ਫਰਜ਼ ਹੈ। ਜਿਹਨੂੰ ਕਿਸੇ ਗੱਲ ਦਾ ਨਹੀਂ ਪਤਾ ਹੁੰਦਾ ਉਹਨੂੰ ਅਸੀਂ ਦੱਸਦੇ ਹਾਂ, ਖੁਦ ਯਾਦ ਕਰਾਉਂਦੇ ਹਾਂ ਕਿ ਹਾਂ ਆਹ ਗੱਲ ਏਦਾਂ ਹੁੰਦੀ ਹੈ। ਇਸ ਕਰਕੇ ਕਹਿੰਦਾ ਉਹ ਆਪਣੀਆਂ ਭੇਡਾਂ ਨੂੰ ਫਿਰ ਕੀ ਕਰਦਾ ਹੈ? ਬਾਹਰ ਕੱਢਦਾ ਹੈ, ਚਰਾਉਣ ਵਾਸਤੇ ਲੈ ਕਰਕੇ ਜਾਂਦਾ ਹੈ, ਉਹਨਾਂ ਦਾ ਅਜ਼ਾਲੀ ਬਣਦਾ ਹੈ, ਉਹਨਾਂ ਦਾ ਚਰਵਾਹਾ ਕਰਦਾ ਹੈ, ਉਹਨਾਂ ਦਾ ਦੇਖਭਾਲ ਬਣਦਾ ਹੈ ਕਿ ਕੋਈ ਦਰਿੰਦਾ ਇਹਨਾਂ ਨੂੰ ਖਾ ਨਾ ਜਾਵੇ, ਕੋਈ ਜੰਗਲੀ ਜਾਨਵਰ ਇਹਨਾਂ ਨੂੰ ਉਠਾ ਕੇ ਨਾ ਲੈ ਜਾਵੇ, ਕੋਈ ਭੇਡ ਬਾੜੇ ਦੇ ਵਿੱਚੋਂ ਬਾਹਰ ਨਾ ਨਿਕਲ ਜਾਵੇ, ਕੋਈ ਭੇਡ ਜਿਹੜੀ ਹੈ ਉਹ ਮੇਰੀ ਭੁੱਲ ਨਾ ਜਾਵੇ, ਕੋਈ ਭੇਡ ਜਿਹੜੀ ਹੈ ਉਹ ਗੁੰਮਰਾਹ ਨਾ ਹੋ ਜਾਵੇ। ਇਸ ਕਰਕੇ ਅੱਗੇ ਅੱਗੇ ਜਾ ਕੇ ਕਦੇ ਮੈਂ ਪਿੱਛੇ ਮੁੜ ਕੇ ਵੀ ਦੇਖਦਾ ਕਿ ਮੇਰੀਆਂ ਭੇਡਾਂ ਜਿਹੜੀਆਂ ਉਹ ਸਹੀ ਮੇਰੇ ਪਿੱਛੇ ਆ ਰਹੀਆਂ। ਤਾਂ ਫਿਰ ਉਹ ਜਿਹੜੀਆਂ ਹੈ ਆਪਣੀਆਂ ਭੇਡਾਂ ਨੂੰ ਆਵਾਜ਼, ਤੁਸੀਂ ਵੀ ਦੇਖਦੇ ਹੋ ਕਿ ਕਈਆਂ ਨੇ ਘਰ ਦੇ ਵਿੱਚ ਕੁੱਤਿਆਂ ਦੇ ਵੀ ਨਾਂ ਰੱਖੇ ਹੋਏ ਨੇ, ਕਿਸ ਦਾ ਟੋਮੀ, ਕਿਸ ਦਾ ਕੁਛ, ਕਿਸ ਦਾ ਕੁਛ, ਕਿਸ ਦਾ ਕੁਛ ਰੱਖਿਆ। ਤੇ ਏਦਾਂ ਜਿਹੜੀਆਂ ਮੱਝਾਂ ਗਾਵਾਂ ਦੇ ਵੀ ਨਾਂ ਕਈਆਂ ਨੇ ਰੱਖੇ ਹੋਏ ਨੇ। ਇਸੇ ਤਰ੍ਹਾਂ ਭੇਡਾਂ ਬੱਕਰੀਆਂ ਦੇ ਵੀ ਨਾਂ ਲੋਕਾਂ ਨੇ ਰੱਖੇ ਨੇ। ਤੇ ਖੁਦਾ ਆਪਣੀਆਂ ਭੇਡਾਂ ਦਾ ਨਾਂ ਨਹੀਂ ਰੱਖ ਸਕਦਾ? ਉਹ ਵੀ ਰੱਖ ਸਕਦਾ ਨਾ। ਉਹ ਵੀ ਨਾਂ ਲੈ ਕੇ ਜਿਹੜਾ ਆਪਣੀਆਂ ਭੇਡਾਂ ਨੂੰ ਬੁਲਾਉਂਦਾ ਤੇ ਭੇਡਾਂ ਉਹਦੀ ਆਵਾਜ਼ ਨੂੰ ਜਿਹੜਾ ਨੇ ਉਹ ਪਛਾਣਦੀਆਂ ਨੇ। ਭੇਡਾਂ ਉਹਦੀ ਆਵਾਜ਼ ਨੂੰ ਪਛਾਣਦੀਆਂ ਨੇ ਤੇ ਉਹ ਵੀ ਉਹਨਾਂ ਦੀ ਆਵਾਜ਼ ਨੂੰ ਪਛਾਣਦਾ। ਹੁਣ ਤੁਸੀਂ ਸਾਨੂੰ ਭੇਡਾਂ ਦਿੱਤੀਆਂ ਨੇ, ਤੁਸੀਂ ਸਾਡੀ ਆਵਾਜ਼ ਨੂੰ ਪਛਾਣਦੇ ਹੋ। ਸਾਡਾ ਸੁਭਾਅ ਕਿੱਦਾਂ ਦਾ, ਸਾਡਾ ਬੋਲਣਾ ਕਿੱਦਾਂ ਦਾ, ਸਾਡਾ ਪ੍ਰਚਾਰ ਕਿੱਦਾਂ ਦਾ, ਸਾਡਾ ਗਜਾਉਣਾ ਪਿਆਉਣਾ ਕਿੱਦਾਂ, ਸਾਡਾ ਕਲੀਸਿਆ ਨੂੰ ਚਲਾਉਣਾ ਕਿਸ ਤਰ੍ਹਾਂ, ਇਹ ਕਲੀਸਿਆ ਦੀ ਸਾਂਭ ਕਰਨੀ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਹੈ, ਇਹ ਜਿਹੜਾ ਚਰਚ ਦੀ ਸੰਭਾਲ ਕਰਨੀ ਹੈ ਉਹ ਕਿਸ ਤਰ੍ਹਾਂ। ਜਿਸ ਤਰ੍ਹਾਂ ਅੱਜ ਐਂਪਲੀਫਾਇਰ ਜਿਹੜਾ ਹੈ ਅੱਜ 20,000 ਦਾ ਨੁਕਸਾਨ ਹੋ ਗਿਆ ਹੈ, ਇਹ ਸੜ ਗਿਆ, ਇਹ 24,000 ਦਾ ਹੈ। ਹੁਣ ਤੁਹਾਨੂੰ ਤਾਂ ਕੋਈ ਫਿਕਰ ਨਹੀਂ,
ਸਾਨੂੰ ਤਾਂ ਫਿਕਰ ਹੈਗਾ ਕਿ ਅਗਲੇ ਹਫਤੇ ਚਾਹੀਦਾ ਸਾਨੂੰ ਇਹ। ਘੱਟ ਤੋਂ ਘੱਟ ਇਹਦੀ 24,000 ਜਿਹੜੀ ਕੀਮਤ ਹੈ, ਇਹ ਸੜ ਗਿਆ, ਸਾਨੂੰ ਪਤਾ ਨਹੀਂ ਕਿੱਥੋਂ ਆਉਣਾ, ਆ ਜਾਣਾ ਹੈ। ਕਿਉਂਕਿ ਸਾਡੀ ਆਵਾਜ਼ ਨੂੰ ਉਹ ਪਛਾਣਦਾ ਹੈ, ਸਾਡੇ ਕੰਮਾਂ ਨੂੰ ਵੀ ਪਛਾਣਦਾ ਹੈ, ਸਾਡੀ ਹਰ ਚੀਜ਼ ਨੂੰ ਉਹ ਪਛਾਣਦਾ ਹੈ। ਇਸ ਕਰਕੇ ਕਿਉਂ ਕਿ ਜਿਹੜੀ ਚੀਜ਼ ਬਣੀ ਹੈ, ਚੱਲਦੀ ਹੈ, ਉਹਨੇ ਖਰਾਬ ਨਹੀਂ ਹੋਣਾ ਹੈ। ਖਰਾਬ ਨਹੀਂ ਹੋਣਾ, ਸਾਰੀ ਉਮਰ ਕੋਈ ਚੀਜ਼ ਚੱਲ ਨਹੀਂ ਸਕਦੀ। ਇਸ ਕਰਕੇ ਆਪਣੀਆਂ ਭੇਡਾਂ ਦੀ ਆਵਾਜ਼ ਨੂੰ ਉਹ ਪਛਾਣਦਾ। ਅੱਗੇ ਪੜਾਂਗੇ ਬੇਟਾ, ਅਤੇ ਜਲਦੀ। ਭੇਡਾਂ ਉਹਦੇ ਮਗਰ ਲੱਗੀਆਂ ਭੇਡਾਂ ਉਹਦੇ ਮਗਰ ਲੱਗੀਆਂ ਜਾਂਦੀਆਂ, ਕੋਈ ਆਸੇ ਪਾਸੇ ਨਹੀਂ ਹੁੰਦੀ। ਅੱਜ ਤੁਸੀਂ ਆਪਣੇ ਆਪ ਨੂੰ ਦੇਖੋ, ਅੱਜ ਤੁਸੀਂ ਆਪਣੇ ਆਪ ਨੂੰ ਦੇਖੋ, ਉਹਦੇ ਮਗਰ ਲੱਗੀਆਂ ਹੁੰਦੀਆਂ ਨੇ, ਆਪਣੇ ਆਪ ਹੀ ਮਗਰ ਲੱਗੀਆਂ ਹੁੰਦੇ ਨੇ। ਇੱਕ ਨੇ ਕਿਹਾ ਭੈ, ਦੂਜੀ ਨੇ ਕਿਹਾ ਭੈ, ਕਿੰਨਾ ਸਾਰਾ ਹੀ ਜਿਹੜਾ ਸਾਰੀ ਜਦ ਤੱਕ ਖਤਮ ਨਹੀਂ ਪੈ ਕਰਕੇ ਬੋਲ ਨਹੀਂ ਕਰਦੀ, ਕਿਉਂਕਿ ਉਹਨੇ ਇੱਕ ਦੂਸਰੇ ਦਾ ਜਵਾਬ ਦੇਣਾ ਹੈ। ਔਰ ਜਿਹੜਾ ਉਹਦਾ ਚਰਵਾਹਾ ਉਹਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਹਾਂ ਹਰ ਇੱਕ ਭੇਡ ਜਿਹੜੀ ਉਹ ਮੇਰਾ ਕਹਿਣਾ ਮੰਨਦੀ ਹੈ, ਹਰ ਇੱਕ ਭੇਡ ਜਿਹੜੀ ਹੈ ਉਹ ਮੇਰੇ ਆਖੇ ਲੱਗਦੀ ਹੈ, ਤਾਂ ਉਹ ਲਾਈਨ ਦੇ ਵਿੱਚ ਆਉਂਦੀ ਹੈ। ਇਹਦੇ ਸਾਨੂੰ ਕਈ ਵਾਰ ਲਾਈਨਾਂ ਦੇ ਵਿੱਚ ਤੁਹਾਨੂੰ ਕਹਿਣਾ ਪੈਣਾ ਵੀ ਲਾਈਨਾਂ 'ਚ ਬਹਿ ਜਾਓ, ਲਾਈਨਾਂ 'ਚ ਬਹਿ ਜਾਓ, ਬਿਮਾਰੀ। ਅੱਗੇ ਕਿਉਂ ਜੋ ਉਹ ਉਸਦੀ ਆਵਾਜ਼ ਪਛਾਣਦੀਆਂ ਹਨ, ਉਹ ਉਪਰਾਏ ਦੇ ਮਗਰ ਕਦੇ ਨਾ ਜਾਣਗੀਆਂ, ਸਗੋਂ ਉਸ ਤੋਂ ਨਸ ਜਾਣਗੀਆਂ। ਕਿਉਂ ਜੋ ਪਰਾਇਆਂ ਦੀ ਆਵਾਜ਼ ਨਹੀਂ। ਦੇਖੋ ਕਿੰਨੀ ਵੱਡੀ ਗੱਲ ਹੈ ਕਿ ਉਹ ਪਰਾਏ ਦੇ ਮਗਰ ਕਦੇ ਵੀ ਨਹੀਂ ਜਾਣਗੀਆਂ। ਪਰਾਇਆ ਉਹਨੂੰ ਨਾ ਜਿੰਨਾ ਮਰਜ਼ੀ ਬਾਜ ਮਾਰੇ, ਜਿੰਨਾ ਮਰਜ਼ੀ ਝੋਲੇ ਦੇ ਵਿੱਚ ਛੋਲੇ ਪਾ ਲਵੇ, ਜਿੰਨਾ ਮਰਜ਼ੀ ਘਾਹ ਹੱਥ ਦੇ ਵਿੱਚ ਹਰਾ ਪਾ ਲਵੇ, ਲੇਕਿਨ ਉਹਦੇ ਮਗਰ ਕਦੇ ਵੀ ਨਹੀਂ ਜਾਊਗੀ। ਉਹਨੂੰ ਪਤਾ ਕਿ ਮੇਰਾ ਚਰਵਾਹਾ ਇਹ ਹੈ, ਮੇਰਾ ਕੀਚੜ ਇਹ ਹੈ, ਮੇਰੀਆਂ ਭੈਣਾਂ ਇਹ ਭੇਡਾਂ ਨੇ ਜਿਨ੍ਹਾਂ ਦੇ ਵਿੱਚੋਂ ਵੀ ਨਿਕਲੀਆਂ। ਕਦੇ ਵੀ ਉਹ ਪਰਾਏ ਦੇ ਮਗਰ ਨਹੀਂ ਜਾਣਗੀਆਂ। ਲੇਕਿਨ ਅੱਜ ਆਪਣੇ ਆਪ ਤੇ ਅਸੀਂ ਝਾਤੀ ਮਾਰੀਏ, ਅਸੀਂ ਅੱਜ ਆਪਣੇ ਆਪ ਤੇ ਝਾਤੀ ਮਾਰੀਏ, ਉਹ ਹੈ ਨਹੀਂ। ਅਸੀਂ ਜ਼ਿਆਦਾ ਕਹਿਣ ਦੀ ਲੋੜ ਨਹੀਂ, ਉਹ ਅਸੀਂ ਹੈ ਨਹੀਂ। ਲੇਕਿਨ ਪਰਾਏ ਦੇ ਮਗਰ ਕਦੇ ਵੀ ਨਹੀਂ ਲੱਗਣਾ। ਜਿਹੜਾ ਚਰਵਾਹਾ ਤੁਹਾਡੇ ਵਾਸਤੇ ਡਿਟੇਲ ਕੀਤਾ, ਜਿਹੜੀ ਖੁਦਾ ਨੇ ਆਪਣਾ ਘਰ ਤੁਹਾਡੇ ਵਾਸਤੇ ਡਿਟੇਲ ਕੀਤਾ, ਔਰ ਜਿਹੜੇ ਚਰਵਾਹੇ ਤੁਹਾਡੇ ਵਾਸਤੇ ਮੁਕਰਰ ਕੀਤੇ ਨੇ, ਤੁਸੀਂ ਉਹਨਾਂ ਦੀ ਆਵਾਜ਼ ਨੂੰ ਸੁਣਨਾ ਹੈ ਔਰ ਉਹਨਾਂ ਤੋਂ ਬਗੈਰ ਕਿਸੇ ਦੇ ਮਗਰ ਲੱਗ ਕਰਕੇ ਗੁੰਮਰਾਹ ਨਹੀਂ ਹੋਣਾ। ਜਿਸ ਤਰ੍ਹਾਂ ਉਹਨੇ ਲਿਖਿਆ ਹੈ ਕਿ ਉਹਨੂੰ ਜੇ ਦੂਸਰੇ ਦੀ ਆਵਾਜ਼ ਨੂੰ ਪਛਾਣਦੀਆਂ ਹੀ ਨਹੀਂ, ਦੂਸਰੇ ਦੀ ਆਵਾਜ਼ ਨੂੰ ਉਹ ਪਛਾਣਦੀਆਂ ਹੀ ਨਹੀਂ, ਪਰ ਨਾ ਉਹਦੇ ਮਗਰ ਜਾਂਦੀਆਂ ਨੇ, ਬਲਕਿ ਉਹਨੂੰ ਦੇਖ ਕੇ ਭੱਜ ਕੇ ਆਪਣੇ ਇੱਜੜ ਦੇ ਵਿੱਚ ਆ ਜਾਂਦੀਆਂ ਨੇ। ਪੜਾ ਕੇ ਫਟਾਫਟ ਅੱਗੇ। ਯਿਸੂ ਨੇ ਇਹ ਦ੍ਰਿਸ਼ਟਾਂਤ ਉਹਨਾਂ ਨੂੰ ਆਖਿਆ, ਪਰ ਉਹ ਨਾ ਸਮਝੇ ਭਈ ਇਹ ਕੀ ਗੱਲਾਂ ਹਨ ਜਿਹੜੀਆਂ ਉਹ ਸਾਨੂੰ ਆਖਦਾ ਹੈ। ਅੱਗੇ ਇਸ ਲਈ ਯਿਸੂ ਨੇ ਫਿਰ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਜੋ ਭੇਡਾਂ ਦਾ ਬੂਹਾ ਮੈਂ ਹਾਂ, ਸਭ ਜਿੰਨੇ ਮੈਥੋਂ ਅੱਗੇ ਆਏ ਸੋ ਚੋਰ ਅਤੇ ਡਾਕੂ ਹਨ। ਯਿਸੂ ਨੇ ਵੀ ਆਪਣੇ ਚੇਲਿਆਂ ਨੂੰ ਪ੍ਰਚਾਰ ਕਰਕੇ ਦੱਸ ਰਿਹਾ ਹੈ ਦ੍ਰਿਸ਼ਟਾਂਤ। ਕਹਿੰਦਾ ਮੈਂ ਉਹ ਸਮਝ ਨਹੀਂ ਸਕੇ ਇਸ ਗੱਲ ਨੂੰ ਕਿ ਮੈਂ ਜਿਹੜੀ ਉਦਾਹਰਣ ਦੇ ਰਿਹਾ ਹਾਂ, ਮੈਂ ਜਿਹੜੀ ਐਗਜ਼ਾਮਪਲ ਦੇ ਰਿਹਾ ਹਾਂ, ਮੈਂ ਜਿਹੜਾ ਨਮੂਨਾ ਦੇ ਰਿਹਾ ਹਾਂ, ਇਹ ਮੈਂ ਕੀ ਆਖ ਰਿਹਾ ਹਾਂ। ਨਾ ਤੇ ਭੇਡਾਂ ਦਾ ਆ ਰਿਹਾ ਹੈ ਤੇ ਗੱਲ ਕਿਹਦੇ ਤੇ ਜਾ ਰਹੀ ਹੈ? ਉਹਨਾਂ ਤੇ ਆ ਰਹੀ ਸੀ। ਉਹਦੀਆਂ ਭੇਡਾਂ ਤੇ ਉਹੀ ਹੈ ਨਾ, ਉਹਦੀਆਂ ਭੇਡਾਂ ਵੀ ਉਹੀ ਸੀ। ਸੁਣ ਲਓ, ਉਹਦੇ ਪਾਸਟਰ ਵੀ ਉਹੀ ਸੀ, ਉਹਦੇ ਚੇਲੇ ਵੀ ਉਹੀ ਸੀ। ਪਾਸਟਰ ਵੀ ਚੇਲੇ ਹੀ ਸੀ ਉਹਦੇ, ਤੇ ਉਹਦੇ ਜਿਹੜੇ ਚੇਲੇ ਵੀ ਉਹੀ ਸੀ, ਤੇ ਉਹਦੀਆਂ ਭੇਡਾਂ ਵੀ ਜ਼ੋਰਦਾਰ ਤਾੜੀਆਂ ਮਾਰੋ ਉਹੀ ਸੀ। ਉਹਨਾਂ ਭੇਡਾਂ ਨੂੰ ਚੁਣਿਆ ਸੀ ਪਹਿਲਾਂ ਉਹਨਾਂ ਭੇਡਾਂ ਨੂੰ ਨਹੀਂ ਚੁਣਿਆ ਸੀ। ਉਹਦੀਆਂ ਭੇਡਾਂ ਵੀ ਜਿਹੜੀਆਂ ਸੀ ਉਹੀ ਸੀ, ਉਹਦੇ ਪਾਸਟਰ ਵੀ ਉਹੀ ਸੀਗੇ, ਤੇ ਉਹਦੇ ਚੇਲੇ ਵੀ ਉਹੀ ਸੀ, ਤੇ ਉਹਨਾਂ ਨੂੰ ਦ੍ਰਿਸ਼ਟਾਂਤ ਦਿੱਤਾ। ਤਾਂ ਦੇਖੋ ਉਹ ਵੀ ਕਹਿੰਦਾ ਇਸ ਗੱਲ ਨੂੰ ਸਮਝ ਨਾ ਸਕੇ, ਕਿ ਉਹ ਨਹੀਂ ਸਮਝ ਸਕੇ। ਤੇ ਅੱਜ ਅਸੀਂ ਜਿਹੜੀ ਹੈ ਇਸ ਗੱਲ ਨੂੰ, ਇਸ ਉਦਾਹਰਣ ਨੂੰ, ਇਸ ਦ੍ਰਿਸ਼ਟਾਂਤ ਨੂੰ, ਇਸ ਐਗਜ਼ਾਮਪਲ ਨੂੰ, ਇਸ ਨਮੂਨੇ ਨੂੰ ਅਸੀਂ ਸਮਝੀਏ। ਸਾਡੇ ਦਿਮਾਗ ਦੇ ਵਿੱਚ ਬੈਠੇ ਕਿ ਪ੍ਰਭੂ ਯਿਸੂ ਮਸੀਹ ਨੇ ਇਹ ਕਾਹਦੇ ਵਾਸਤੇ ਗੱਲਾਂ ਕਹੀਆਂ, ਜਿਹੜਾ ਖੁਦ ਰੱਬ ਅੱਜ ਸਾਨੂੰ ਆਪਣੀਆਂ ਭੇਡਾਂ ਦਾ ਚਰਵਾਹਾ ਬਣ ਕਰਕੇ ਇਹ ਸਿਖਾ ਰਿਹਾ ਹੈ ਅੱਗੇ। ਇਸ ਲਈ ਯਿਸੂ ਨੇ ਫਿਰ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਕਿ ਭੇਡਾਂ ਦਾ ਬੂਹਾ ਕਹਿੰਦਾ, ਜੇ ਵੀ ਤੁਸੀਂ ਨਹੀਂ ਸਮਝੇ ਤਾਂ ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਇਸ ਤੋਂ ਅੱਗੇ ਕਿਹੜੀ ਗੱਲ ਰਹਿ ਗਈ? ਸੱਚ ਆਖਦਾ ਹਾਂ ਕਿ ਤੁਹਾਡਾ ਦਰਵਾਜ਼ਾ ਹੀ ਮੈਂ ਹਾਂ, ਤੁਹਾਡਾ ਬੂਹਾ ਹੀ ਮੈਂ ਹਾਂ। ਮੇਰੇ ਤੋਂ ਬਗੈਰ ਤੁਸੀਂ ਨਾ ਅੰਦਰੋਂ ਬਾਹਰ ਨਿਕਲ ਸਕਦੇ, ਨਾ ਮੇਰੇ ਤੋਂ ਬਗੈਰ ਬਾਹਰੋਂ ਅੰਦਰ ਆ ਸਕਦੇ, ਕਿਉਂਕਿ ਜਦ ਤੱਕ ਮੈਂ ਹੀ ਬੂਹੇ ਨੂੰ ਖੋਲਾਂਗਾ ਤਾਂ ਹੀ ਤੁਸੀਂ ਅੰਦਰ ਜਾਓਗੇ। ਅਗਰ ਮੈਂ ਬੰਦ ਕਰ ਦਾਂਗਾ ਤਾਂ ਕੋਈ ਵੀ ਇਹਦੇ ਵਿੱਚੋਂ ਬਾਹਰ ਨਹੀਂ ਜਾ ਸਕਦਾ। ਇਸ ਕਰਕੇ ਜਿਹੜਾ ਹੈ ਭੇਡਾਂ ਦਾ ਦਰਵਾਜ਼ਾ, ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮੈਂ ਹੀ ਹਾਂ। ਯਿਸੂ ਮਸੀਹ ਸਾਡੇ ਬਾੜੇ ਦਾ ਦਰਵਾਜ਼ਾ ਹੈ।
ਅਸੀਂ ਉਹਨੂੰ ਦਰਜਾ ਸਕੇ, ਸਾਨੂੰ ਉਹ ਚਲਾਵੇ, ਸਾਡੀ ਉਹ ਰਹਿਨਮਾਈ ਕਰੇ, ਸਾਡੀ ਉਹ ਅਗਵਾਈ ਕਰੇ, ਸਾਨੂੰ ਉਹ ਜਿੱਥੇ ਲਿਜਾਣਾ ਚਾਹੁੰਦਾ ਸਾਨੂੰ ਉਹ ਲੈ ਕਰਕੇ ਜਾਵੇ। ਅਸੀਂ ਆਪਣੀ ਮਰਜ਼ੀ ਦੇ ਨਾਲ ਗੁੰਮਰਾਹ ਨਾ ਹੋਈਏ, ਕਿਸੇ ਦੂਸਰੇ ਦੇ ਮਗਰ ਨਾ ਲੱਗੀਏ। ਜੇ ਅਸੀਂ ਦੂਸਰੇ ਦੇ ਮਗਰ ਲੱਗੇ ਸੀ ਤਾਂ ਅੱਜ ਅਸੀਂ ਤਾਂਗੇ ਹਾਂ। ਅੱਜ ਅਸੀਂ 25 ਸਾਲ ਤਕਲੀਫਾਂ ਠਾਈਆਂ। 30 ਸਾਲ ਦੀ ਇੱਕ ਔਰਤ ਮੇਰੇ ਕੋਲ ਮਗੇਰੀਆਂ ਦੀ ਦਸੂਏ ਦੀ ਆਈ ਸੀ, ਜਿਹਨੇ ਇੱਥੇ ਤੁਹਾਨੂੰ ਪਤਾ ਮੇਰੀ ਪਿੰਡ ਦੇ ਪਹੁੰਚੇ ਵੀ ਫੜ ਲਏ ਸੀ, ਉਹ ਵੀ ਠੀਕ ਹੋ ਕਰਕੇ ਗਈ। ਜਿਹਦੀ 40 ਸਾਲ ਭੂਪੇ ਦੀ ਮਿਰਗੀ ਦੀ ਬਿਮਾਰੀ ਸੀ, ਉਹ ਵੀ ਠੀਕ ਹੋ ਕਰਕੇ ਇਸ ਜਗ੍ਹਾ ਦੇ ਉੱਤੇ ਗਿਆ। ਉਹਨੂੰ ਕੋਈ ਟਾਈਮ ਦਾ ਪਤਾ ਨਹੀਂ ਹੈ ਕਿ ਕਿੰਨੇ ਸਾਲਾਂ ਦੀ ਬਿਮਾਰੀ ਵਾਲਾ ਹੋਵੇ। 40 ਸਾਲ ਵਾਲਾ ਵੀ ਠੀਕ ਹੋ ਕਰ ਗਿਆ, 30 ਸਾਲ ਵਾਲਾ ਵੀ ਠੀਕ ਹੋ ਗਿਆ, 25 ਸਾਲ ਵਾਲਾ ਵੀ ਠੀਕ ਹੋਇਆ। ਇੱਕ ਹੋਰ ਜੋ ਮੇਰੀ ਭੈਣ ਇੱਥੇ ਆਈ ਹੈ, ਜੋ ਉਹਨੂੰ ਵੀ 25 ਸਾਲ ਹੋ ਗਏ ਨੇ ਇਸੇ ਤਰੀਕੇ ਦੇ ਨਾਲ, ਜੋ ਉਹਨੂੰ ਵੀ ਰੱਬ ਨੇ ਤਕਰੀਬਨ ਜ਼ੋਰਦਾਰ ਤਾੜੀਆਂ ਮਾਰੋ ਚੰਗਾ ਕਰ। ਜਿਹੜੀ ਭੇਡ ਸਹੀ ਤਰੀਕੇ ਦੇ ਨਾਲ ਉਹਦੀ ਆਵਾਜ਼ ਨੂੰ ਸੁਣਦੀ ਹੈ, ਉਹਦਾ ਕਹਿਣਾ ਮੰਨਦੀ ਹੈ, ਲਗਾਤਾਰ ਆਉਂਦੀ ਹੈ। ਕਈ ਮੈਂ ਦੇਖਦਾ ਕਿ ਮਤਲਬ ਨੂੰ ਹੱਲ ਕਰਦੇ ਨੇ ਤੇ ਫਿਰ ਅਸੀਂ ਤੇ ਕੁਝ ਨਹੀਂ ਕਰ ਸਕਦੇ। ਸਾਡਾ ਜੋ ਫਰਜ਼ ਹੈ ਉਹ ਅਸੀਂ ਨਿਭਾਉਂਦੇ ਜਾਣਾ ਹੈ। ਸਾਡਾ ਕਰੈਕਟਰ ਜਿਹੜਾ ਹੈ ਉਹ ਅਸੀਂ ਤੁਹਾਡੇ ਅੱਗੇ ਰੱਖ ਦੇਣਾ। ਖੁਦਾ ਤੇ ਸਾਡੇ ਕਰੈਕਟਰ ਨੂੰ ਜਾਣਦਾ ਹੀ, ਉਹਨੇ ਕਰੈਕਟਰ ਦੇ ਕੇ ਸਾਨੂੰ ਚੁਣਿਆ ਹੈ। ਕਹਿੰਦਾ ਮੈਂ ਸੱਚ ਸੱਚ ਤੁਹਾਨੂੰ ਆਖਦਾ ਹਾਂ ਕਿ ਭੇਡਾਂ ਦਾ ਦਰਵਾਜ਼ਾ ਮੈਂ ਹਾਂ। ਜੇ ਤੁਹਾਨੂੰ ਇੱਕ ਗੱਲ ਨਹੀਂ ਸਮਝਾਵਾਂਗੇ ਤਾਂ ਅਸੀਂ ਇਹ ਸਟੋਰੀ ਨੂੰ ਜਿਹੜਾ ਹੈ ਨਾਵਲ ਦੀ ਤਰ੍ਹਾਂ ਪੜ੍ਹ ਲੈਂਦੇ। ਜਿਵੇਂ ਨਾਵਲ ਨਹੀਂ ਪੜ੍ਹਦੇ ਇਸ ਤਰ੍ਹਾਂ ਪੜ੍ਹ ਲੈਂਦੇ ਆ। ਅੱਗੇ ਕੀ ਲਿਖਿਆ ਬੇਟਾ? ਜਿੰਨੇ ਮੇਥੋਂ ਪਹਿਲਾਂ ਅੱਗੇ ਆਏ ਸੋ ਚੋਰ ਅਤੇ ਡਾਕੂ ਹਨ, ਪਰ ਭੇਡਾਂ ਨੇ ਉਹਨਾਂ ਦੀ ਚੋਰ ਡਾਕੂ ਪਹਿਲਾਂ ਦੱਸਿਆ ਸੀ, ਉਹਨੇ ਕਿਸੇ ਦੇ ਬਾਰੇ ਗੱਲਬਾਤ ਨਹੀਂ ਕੀਤੀ। ਜਿਨ੍ਹਾਂ ਨੇ ਪਹਿਲਾਂ ਮੈਨੂੰ ਚੁਣ ਲਿਆ ਸੀ, ਪਹਿਲਾਂ ਮੈਨੂੰ ਚੁਣ ਕਰਕੇ ਇੱਥੇ ਆਉਣਾ ਬੰਦ ਹੋ ਗਿਆ ਮੇਰੀ ਕਲੀਸਿਆ ਦੇ ਵਿੱਚ, ਅੱਜ ਵੀ ਉਹੀ ਹਾਲ ਹੈ। ਅੱਜ ਉਹ ਚੋਰ ਤੇ ਡਾਕੂ ਨਿਕਲੇ ਨੇ ਜਿਹੜੇ 40 ਸਾਲ ਦੇ ਠੀਕ ਹੋ ਕੇ ਚਲੇ ਗਏ, ਜਿਹੜੇ 30 ਸਾਲ ਦੀ ਠੀਕ ਹੋ ਕੇ ਮਿਰਗੀ ਦੀ ਬਿਮਾਰੀ ਚਲੀ ਗਈ। 3 ਚਰਚ ਦੇਖੇ ਉਹਨੇ, 8 ਸਾਲ ਖੋਜੇਵਾਲ ਗਈ, 8 ਸਾਲ ਉਹਨੇ ਜਿਹੜਾ ਹੈ ਮੁਕੇਰੀਆਂ ਦੇ ਵਿੱਚ ਪਾਸਟਰ ਡੈਨੀ ਜਿਹੜਾ ਮੈਨੂੰ ਜਾਣਦਾ ਹੈ, ਸਾਡੇ ਕੋਲ ਦੁਬਈ ਆਇਆ ਸੀ, ਉਹਦੇ ਕੋਲ ਗਈ। ਔਰ ਉਸ ਤੋਂ ਬਾਅਦ ਜਿਹੜਾ ਹੈ ਦਸੂਏ ਦੇ ਵਿੱਚ ਉਹਨੇ ਬੰਦਗੀ ਕੀਤੀ। ਔਰ ਉਹਦੇ ਤੋਂ ਬਾਅਦ ਉਹਦਾ ਆਦਮੀ ਜਿਹੜਾ ਸੀ ਹਸਬੈਂਡ, ਉਹ ਮੇਰੇ ਕੋਲ ਬੰਦਗੀ ਦੁਬਈ ਕਰਦਾ ਹੁੰਦਾ ਸੀ। ਉਹ ਕਹਿੰਦਾ ਚੱਲ ਸਾਡੇ ਗੁਰੂ ਦੇ ਕੋਲ ਚੱਲ। ਤੇ ਪਿਛਲੇ ਦਿਨ ਜਿਹੜਾ ਉਹਨੇ ਪਹਿਲਾਂ ਤਾਂ ਮੇਰੇ ਪਹੁੰਚੇ ਫੜੇ ਔਰ ਫਿਰ ਉਹਨੂੰ ਕੁਰਸੀ ਜਿੱਥੇ ਲਾਈ ਸੀ ਔਰ ਕੁਰਸੀ ਦੇ ਉੱਤੇ ਚੱਕ ਕਰਕੇ ਮਾਰਿਆ ਉਹਨੇ। ਇੱਕ ਕੁਰਸੀ ਦੇ ਲੱਤਾਂ ਤੇ ਦੂਸਰੀ ਕੁਰਸੀ ਤੇ ਉਹਦਾ ਧੜ ਪਿਆ ਸੀ। ਜਿਹੜਾ ਉਹਦੀ ਆਵਾਜ਼ ਨੂੰ ਸੁਣਦਾ ਹੈ, ਉਹਨਾਂ ਨੇ ਛੱਡਿਆ ਖੁਦਾ ਨੂੰ। ਜਿਹੜੇ ਛੱਡ ਕੇ ਜਾਂਦੇ ਨੇ ਕੰਮ ਕਰਾਉਣ ਤੋਂ ਬਾਅਦ, ਉਹ ਚੋਰ ਤੇ ਕਹਿੰਦਾ ਉਹ ਚੋਰ ਤੇ ਡਾਕੂ ਹਨ। ਅਸੀਂ ਹੁਣ ਕੰਮ ਕਰਵਾਉਣ ਤੋਂ ਬਾਅਦ ਨਾ ਚੋਰ ਬਣੀਏ ਤੇ ਨਾ ਡਾਕੂ ਬਣੀਏ। ਬਣਾਂਗੇ ਮੁੜ ਕੇ ਫਿਰ ਦੁਬਾਰਾ ਕਹਿੰਦਾ ਜਿਹੜਾ ਹਲ ਤੇ ਹੱਥ ਰੱਖ ਕਰਕੇ ਪਿੱਛੇ ਨੂੰ ਦੇਖਦਾ ਹੈ ਉਹਦੇ ਵਾਸਤੇ ਸਜ਼ਾ ਜਿਹੜੀ ਹੈ ਫਿਰ ਉਤਨੀ ਬਲਕਿ ਉਹ ਤੋਂ ਵੱਧ ਮਿਲੇਗੀ। ਹਲ ਤੇ ਹੱਥ ਰੱਖ ਕਰਕੇ ਪਿੱਛੇ ਨੂੰ ਦੇਖਾਂਗੇ ਤਾਂ ਚੌ ਸਾਡੇ ਲੱਗੇਗਾ ਜਾਂ ਬੋਲਤ ਦੇ ਲੱਗੇਗਾ ਜਾਂ ਸਾਡੇ ਲੱਗੇਗਾ, ਤੇ ਸਜ਼ਾ ਸਾਨੂੰ ਮਿਲਣੀ ਹੈ। ਇਸ ਕਰਕੇ ਪਿੱਛੇ ਨੂੰ ਜਿਹਨਾਂ ਨੇ ਕਹਿੰਦਾ ਜਿਹੜੇ ਮੇਰੇ ਤੋਂ ਪਹਿਲਾਂ ਆਏ ਉਹ ਠੀਕ ਹੋ ਗਏ, ਚੰਗੇ ਹੋ ਗਏ, ਸਭ ਕੁਝ ਹੋ ਗਏ, ਉਹਨਾਂ ਨੇ ਜਿਹੜੀ ਆਵਾਜ਼ ਨਹੀਂ ਪਛਾਣੀ, ਮਤਲਬ ਕੱਢੇ ਔਰ ਆਪਣੇ ਘਰਾਂ 'ਚ ਜਾ ਕਰਕੇ ਬੈਠ ਗਏ। ਤੇ ਮੈਨੂੰ ਪਤਾ ਹੈ ਕਿ ਉਹਨਾਂ ਦਾ ਅੱਜ ਭੂਪੇ ਦਾ ਦੇਖੋ ਜਾ ਕਰਕੇ ਹਾਲ ਕੀ ਹੈ। ਪੁੱਛ ਲਓ ਇਹਦਾ ਸਕੇ ਚਾਚੇ ਦਾ ਪੁੱਤ ਆਓ, ਮੂੰਹ ਸਿਰ ਪੜਾਈ ਰੱਖਦਾ ਹੁਣ ਕਿਉਂ ਜੀ ਸੱਚ ਹੈ, ਮੂੰਹ ਸਿਰ ਉਹਦਾ ਸੁੱਚੇ ਰੱਖਦੇ ਆ, ਕੰਨ ਨਾ ਲੱਗ ਗਿਆ, ਕਦੀ ਇਹ ਕੰਨ ਨਾ ਲੱਗ ਗਿਆ, ਕਦੀ ਇਹ ਕੰਨ ਨਾ ਲੱਗ ਗਿਆ ਕਰਦੇ, ਕਦੀ ਮੱਥਾ ਪਾਟ ਗਿਆ, ਕਦੀ ਮੂੰਹ ਪਾਟ ਗਿਆ, ਕਦੀ ਦੰਦਾਂ 'ਚੋਂ ਖੂਨ ਆ ਗਿਆ। ਹੁਣ ਇਹ ਹਾਲ ਹੈ ਉਹਦਾ। ਇਹ ਤੇ ਕੁਆਈਆਂ ਦਿੰਦਾ ਹੁੰਦਾ ਸੀ। 40 ਸਾਲ ਦੀ ਮਿਰਗੀ ਉਹਦੀ ਗਈ, ਇੱਕ ਦਿਨ ਦੇ ਵਿੱਚ ਗਈ, ਇੱਕ ਦਵਾ ਦੇ ਨਾਲ ਗਈ। ਇੱਕ ਦਿਨ ਦੇ ਵਿੱਚ ਕਿੰਨਾ ਕਿ ਅੱਜ ਕੀ ਹਾਲ ਹੈ ਉਹਦਾ, ਇਹ ਹਾਲ ਨਾ ਕਰਾਓ। ਪ੍ਰਭੂ ਦੀਆਂ ਗੱਲਾਂ ਸੱਚੀਆਂ ਨੇ। ਪ੍ਰਭੂ ਦਾ ਮਤਲਬ ਹੈ ਮਾਲਿਕ। ਕਾਹਦਾ ਮਾਲਿਕ? ਤੁਹਾਡਾ ਮਾਲਿਕ ਨਹੀਂ, ਸਾਰੀ ਦੁਨੀਆ ਦਾ ਮਾਲਿਕ। ਸਾਰੀ ਦੁਨੀਆ ਜਿਹੜਾ ਮਾਲਿਕ ਹੈ ਉਹਨੂੰ ਪ੍ਰਭੂ ਕਿਹਾ ਗਿਆ ਹੈ, ਪ੍ਰਭੂ ਯਿਸੂ ਨੂੰ ਨਹੀਂ ਕਿਹਾ ਗਿਆ। ਉਹ ਸਾਰੀ ਦੁਨੀਆ ਦਾ ਮਾਲਿਕ ਹੈ, ਇਸ ਕਰਕੇ ਉਹਦਾ ਨਾਮ ਪ੍ਰਭੂ ਰੱਖਿਆ ਗਿਆ। ਉਹ ਸਾਰੀ ਦੁਨੀਆ ਦਾ ਮਾਲਕ ਹੈ। ਜਿਹੜਾ ਸਾਰੀ ਦੁਨੀਆ ਦਾ ਮਾਲਕ ਹੈ ਉਹਨੂੰ ਪ੍ਰਭੂ ਕਿਹਾ ਜਾਂਦਾ ਹੈ। ਕਈ ਤਾਂ ਮੇਰੇ ਵਰਗਿਆਂ ਨੇ ਪ੍ਰਭੂ ਨਾਂ ਹੀ ਰੱਖੇ ਹੋਏ। ਮੇਰੇ ਨਾਲ ਸੀਗਾ ਉਦੋਂਪੁਰ ਕਸ਼ਮੀਰ ਦੇ ਵਿੱਚ ਪ੍ਰਭੂ ਰਾਜਸਥਾਨੀ, ਮੇਰੇ ਨਾਲ ਸੀ ਇੱਕ ਨਾ ਪ੍ਰਭੂ ਕਈਆਂ ਨੇ ਰੱਖੇ ਹੋਏ ਨੇ, ਨਾ ਬਹੁਤਿਆਂ ਨੇ ਰੱਖੇ ਹੋਏ ਨੇ। ਉਹਨੂੰ ਕੋਈ ਲੋਕ ਕਹਿੰਦੇ ਵੀ ਕੀ ਆ, ਪ੍ਰਭੂ ਜੀ ਕੀ ਹਾਲ ਆ। ਇਸ ਕਰਕੇ ਜਿਹੜੇ ਕਿਦਾਂ ਮੇਰੇ ਤੋਂ ਪਹਿਲਾਂ ਆਏ, ਉਹ ਤੋਂ ਪਹਿਲਾਂ ਜਿਹੜੇ ਸੀ ਉਹ ਨਬੀਆਂ ਦੇ ਜਰੀਏ ਠੀਕ ਹੁੰਦੇ ਸੀ। ਨਬੀਆਂ ਦੀ ਦੁਆ, ਨਬੀ ਦੀ ਦੁਆ ਕਰਦੇ ਸੀ, ਬਹੁਤ ਕੰਮ ਹੁੰਦੇ ਸੀ। ਲੇਕਿਨ ਉਹ ਜਿਹੜੇ ਆ ਮੁੜ ਕੇ ਜਦੋਂ ਭੁੱਲ ਜਾਂਦੇ, ਅਸੀਂ ਚਲੇ ਜਾਂਦੇ ਆ ਰਾਹ, ਫਿਰ ਉਸੇ ਰਾਹ ਦੇ ਵਿੱਚ ਚਲੇ ਜਾਂਦੇ ਆ। ਉਹਨੇ ਲਿਖਿਆ 38 ਸਾਲ ਵਾਲੇ ਨੂੰ ਕੀ ਉਹਨੇ ਕਿਹਾ ਸੀ, ਮੁੜ ਕੇ
फिर कोई पाप ना करी, नहीं तो एक दो भी बद तेन सजा मिलेगी। जो 38 साल बैठा रहा सी, 38 साल बाद ही उन्हें ठीक करना सी, और 38 साल में सजा दी सी। 38 साल उन्हें बिठा के रखा उस तलाब के उत्ते, बैठते तू ਜਿਹੜੇ ਆਉਂਦੇ ਸੀ ਨਹਾ ਕੇ ਚਲੇ ਜਾਂਦੇ ਚੰਗੇ ਹੋ ਜਾਂਦੇ ਸੀ। ਇਸ ਕਰਕੇ ਜਿਹੜੀ ਕਹਿੰਦਾ ਮੇਰੇ ਤੋਂ ਪਹਿਲਾਂ ਆਏ ਉਹ ਸਾਰੇ ਦੋ ਚੋਰ ਤੇ ਡਾਕੂ ਸੀ, ਔਰ ਉਸ ਤੋਂ ਬਾਅਦ ਉਹ ਬੂਹਾ ਮੈਂ ਹਾਂ, ਹਾਂ ਮੇਰੇ ਥਾਣੇ ਜੇ ਕੋਈ ਵੜੇ ਤਾਂ ਉਹ ਬਚਾਇਆ ਜਾਵੇਗਾ। ਜੇ ਬੂਹਾ ਮੈਂ ਹਾਂ, ਹੁਣ ਬੂਹੇ ਦੇ ਉੱਤੇ ਉਹ ਖੜਾ ਹੈ, ਬੂਹੇ ਦੇ ਉੱਤੇ ਰੱਬ ਖੜਾ ਹੈ, ਖੁਦਾਵੰ ਯਿਸੂ ਮਸੀਹ ਖੜਾ ਹੈ, ਉਹਦਾ ਬੇਟਾ ਖੜਾ ਹੈ। ਹੁਣ ਜਿਹੜਾ ਉਹ ਬੂਹੇ ਦੇ ਥਾਣੇ ਉਹਦੇ ਕੋਲ ਦੀ ਨਿਕਲ ਕਰਕੇ ਆ ਗਿਆ ਤਾਂ ਉਹਦੀ ਰਖਵਾਲੀ ਕਿਹਨੇ ਕਰਨੀ? ਉਹਨੇ ਕਰਨੀ ਹੈ। ਉਹਨੂੰ ਚੰਗਾ ਕਿਹਨੇ ਕਰਨਾ? ਉਹਨੂੰ ਕਰਨਾ ਹੈ। ਉਹਨੂੰ ਠੀਕ ਕਿਹਨੇ ਕਰਨਾ? ਉਹਨੂੰ ਕਰਨਾ ਹੈ। ਅਸੀਂ ਦੇ ਵਿੱਚ ਵਿਚੋਲੇ ਬਣ ਗਏ ਹਾਂ, ਇਹ ਜੀ ਬਣ ਗਏ ਹਾਂ, ਸਾਨੂੰ ਇਹ ਜੀ ਬਣਾ ਕਰਕੇ ਰੱਖਿਆ ਕਿ ਦੁਆਵਾਂ ਕਰਨੀਆਂ ਹੈ। ਉਹ ਕਹਿੰਦਾ ਮੈਂ ਡੱਕ ਕੰਮ ਨਹੀਂ ਕਰਦਾ, ਬਲਕਿ ਬੰਦੇ ਦੇ ਥਰੂ ਕੰਮ ਕਰਦਾ। ਉਹਨੇ ਕੋਈ ਨਾ ਕੋਈ ਵਿੱਚ ਵਸੀਲਾ ਬਣਾਇਆ ਹੋਇਆ ਕੰਮ ਕਰਨ ਦੇ ਵਾਸਤੇ। ਇਹ ਤੁਹਾਨੂੰ ਘਰ ਬੈਠਣ ਲੱਗੇ ਨਾ ਕਰ ਦਵੇ, ਉਹਨੇ ਆਪਣੇ ਘਰ ਕਿਉਂ ਖੋਲਿਆ? ਆਪਣੇ ਘਰ ਕਿਉਂ ਖੋਲਿਆ? ਉਹਨੇ ਕੀ ਲਿਖਿਆ ਹੈ? ਮੇਰੇ ਥਾਣੀ ਜੇ ਕੋਈ ਵੜੇ ਹਾਂ ਤਾਂ ਉਹ ਬਚਾਇਆ ਜਾਵੇਗਾ। ਮੇਰੇ ਥਾਣੀ ਜੋ ਕੇ ਬੜੇ ਦਰਵਾਜ਼ੇ 'ਚ ਖੜਾ ਕਹਿੰਦਾ ਤੁਹਾਡਾ ਬੂਹਾ ਮੈਂ ਆ, ਤੁਹਾਡਾ ਦਰਵਾਜ਼ਾ ਜਿਹੜਾ ਮੇਰੇ ਥਾਣੀ ਬੜੇਗਾ ਉਹ ਬਚਾਇਆ ਜਾਏਗਾ। ਤੋ ਬਚ ਕੇ ਜਾਂਦੇ ਕਿ ਨਹੀਂ ਇੱਥੋਂ? ਤੇ ਜੇ ਅਸੀਂ ਘੜੀ ਫੋਨ ਚੱਲ ਜਾਵਾਂਗੇ, ਘੜੀ ਫੋਨ 'ਚ ਹੀ ਖਿਆਲ ਰਹੇਗਾ, ਦੁਪਹਿਰੋਂ ਬਾਅਦ ਬੰਦਗੀ ਤੋਂ ਬਾਅਦ ਕਿੱਥੇ ਜਾਣਾ? ਧਿਆਨ ਤੁਹਾਡਾ ਉੱਥੇ ਰਹੇਗਾ, ਸਰੀਰ ਇੱਥੇ ਬੈਠਾ ਹੋਏਗਾ, ਬਦਨ ਇੱਥੇ ਬੈਠਾ ਹੋਏਗਾ, ਆਤਮਾ ਉੱਥੇ ਘੁੰਮਦੀ ਹੋਏਗੀ, ਤਾਂ ਫਿਰ ਤੁਸੀਂ ਚੰਗੇ ਹੋ ਜਾਓਗੇ, ਬਚ ਜਾਓਗੇ? ਨਹੀਂ। ਜੇ ਇੱਥੇ ਆਏ ਆ ਤਾਂ ਸਾਡੀ ਆਤਮਾ ਜਿਹੜੀ ਉਹ ਇੱਥੇ ਹੋਣੀ ਚਾਹੀਦੀ ਹੈ, ਸਾਡਾ ਦਿਲ ਇੱਥੇ ਹੋਣਾ ਚਾਹੀਦਾ, ਸਾਡੀ ਰੂਹ ਇੱਥੇ ਹੋਣੀ ਚਾਹੀਦੀ ਆ ਕਿ ਅਸੀਂ ਪਰਮੇਸ਼ਵਰ ਦੇ ਬਚਨ ਨੂੰ ਸੁਣੀਏ ਔਰ ਇਹ ਸਾਡੇ ਅੰਦਰ ਜਾਵੇ ਔਰ ਸਾਡੀਆਂ ਗੰਦਗੀਆਂ ਨੂੰ ਧੋਵੇ, ਸਾਡੇ ਪਾਪ ਨੂੰ ਧੋ ਦੇਵੇ। ਅੱਜ ਤੱਕ ਜਿੰਨੀਆਂ ਇਹਦੇ ਵਰਖਲਾਫ ਗੱਲਾਂ ਕੀਤੀਆਂ ਨੇ ਸਾਰੀਆਂ ਅੱਜ ਖਤਮ ਹੋ ਜਾਣ ਤੇ ਸਾਨੂੰ ਇਹ ਚੁਣ ਲਵੇ, ਅੱਜ ਸਾਨੂੰ ਛੂਹ ਲਵੇ ਔਰ ਸਾਨੂੰ ਅੱਜ ਆਪਣੇ ਘਰ ਦੇ ਨਾਲ ਆ ਜਾਵੇ। ਉਹ ਬੂਹੇ 'ਤੇ ਖੜਾ ਹੈ, ਬੂਹਾ ਮੈਂ ਹਾਂ, ਜਿਹੜਾ ਇਸ ਬੂਹੇ ਦੇ ਥਾਣੀ ਲੰਘੇਗਾ ਉਹ ਬਚਾਇਆ। ਤੇ ਜਿਹੜੇ ਅੱਜ ਦੇ ਦਿਨ ਬੂਹੇ ਦੇ ਵਿੱਚ ਨਹੀਂ ਪੜਦੇ ਨੇ ਤਾਂ ਫਿਰ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ, ਉਹਨਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਬੂਹਾ ਉਹ ਉੱਥੇ ਖੜਾ ਕਹਿੰਦਾ ਮੈਂ ਤੁਹਾਡਾ ਬੂਹਾ ਜਿਹੜਾ ਆ ਉਹ ਮੈਂ ਹਾਂ। ਉਹ ਦਰਵਾਜ਼ੇ ਨੂੰ ਸਮਝੋ, ਉਹ ਬੂਹਾ ਉੱਥੇ ਖੜਾ ਆ, ਉਹਦੇ ਥਾਣੀ ਕੋਲ ਜਿਹੜਾ ਕੋਈ ਲੰਘ ਕੇ ਆਉਂਦਾ ਹੈ ਉਹ ਕਹਿੰਦਾ ਬਚਾਇਆ ਜਾਵੇਗਾ। ਅੱਗੇ ਜਲਦੀ ਅਤੇ ਅੰਦਰ ਬਾਹਰ ਆਇਆ ਜਾਇਆ ਕਰੇਗਾ, ਅੰਦਰ ਬਾਹਰ ਆਇਆ ਜਾਇਆ ਕਰੇਗਾ ਅਤੇ ਚਾਰਾ ਪਾਵੇਗਾ, ਅਤੇ ਚਾਰਾ ਪਾਵੇਗਾ। ਫਿਰ ਜਿਹੜਾ ਖੁਦਾਵੰ ਯਿਸੂ ਮਸੀਹ ਕਹਿੰਦਾ ਮੈਂ ਅੰਦਰ ਵੀ ਆਵਾਂਗਾ ਬਾਹਰ ਵੀ ਜਾਵਾਂਗਾ ਤੇ ਉਹਨਾਂ ਨੂੰ ਜਿਹੜੀ ਅੱਜ ਖੁਰਾਕ ਤੁਹਾਨੂੰ ਬਚਨ ਦੇ ਦਿੱਤੀ ਹੈ, ਜ਼ਿੰਦਗੀ ਦੀ ਖੁਰਾਕ ਮਿਲ ਰਹੀ ਹੈ, ਰੂਹਾਨੀ ਖੁਰਾਕ ਮਿਲ ਰਹੀ ਹੈ, ਇਹ ਕਹਿੰਦਾ ਮੈਂ ਤੁਹਾਨੂੰ ਖੁਰਾਕ ਜਿਹੜੀ ਆ ਉਹ ਪਾਇਆ ਵੀ ਕਰਾਂਗਾ। ਇਹ ਖੁਰਾਕ ਦੀ ਗੱਲ ਕਰਦਾ ਉਹ ਰੋਟੀ ਪਾਣੀ ਦੀ, ਇਹ ਰੂਹਾਨੀ ਖੁਰਾਕ ਹੈ। ਇਹ ਬਚਨ ਕੀ ਹੈ? ਇਹ ਜ਼ਿੰਦਗੀ ਦੀ ਖੁਰਾਕ ਹੈ। ਇਹ ਜ਼ਿੰਦਗੀ ਦਾ ਪਾਣੀ ਤੇ ਜ਼ਿੰਦਗੀ ਦੀ, ਇਹ ਜ਼ਿੰਦਗੀ ਦਾ ਪਾਣੀ ਤੇ ਜ਼ਿੰਦਗੀ ਦੀ, ਫਿਰ ਬੋਲੋ ਤੇ ਇਹ ਕਹਿੰਦਾ ਜਿਹੜੇ ਅੰਦਰ ਆ ਜਾਣਗੇ ਮੈਂ ਉਹਨਾਂ ਨੂੰ ਇਹ ਚਾਰਾ ਵੀ ਪਾਇਆ, ਉਹਨਾਂ ਨੂੰ ਖਿਲਾਵਾਂਗਾ। ਤੇ ਅੱਜ ਅਸੀਂ ਇਹ ਖਾ ਰਹੇ ਹਾਂ, ਬਹੁਤ ਅੱਛਾ ਹੈ ਕਿ ਬੱਚੇ ਨੂੰ ਤੁਸੀਂ ਸੁਣ ਰਹੇ ਹੋ, ਅੱਛੇ ਗੌਰ ਦੇ ਨਾਲ ਸੁਣ ਰਹੇ ਹੋ ਤੇ ਪ੍ਰਭੂ ਅੱਜ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਜਿਹੜਾ ਨਾ ਉਹ ਕੰਮ ਕਰਨ ਵਾਸਤੇ ਵੀ ਜਾ ਰਿਹਾ, ਉਹ ਤੁਹਾਡੀਆਂ ਜ਼ਿੰਦਗੀਆਂ ਨੂੰ ਤਬਦੀਲ ਵੀ ਕਰੇਗਾ। ਕਿਉਂਕਿ ਇਹਨਾਂ ਨੂੰ ਫਿਰ ਮੈਂ ਕੀ ਕਰਾਂਗਾ? ਚਾਰਾ ਵੀ ਪਾਵਾਂਗਾ ਅੰਦਰ ਵੜ ਕੇ। ਮੈਂ ਅੰਦਰ ਵੀ ਆਵਾਂਗਾ, ਮੈਂ ਬਾਹਰ ਵੀ ਜਾਵਾਂਗਾ। ਉਹਨੂੰ ਅੰਦਰ ਬਾਹਰ ਆਉਣ ਜਾਣ ਦਿਓ, ਲੇਕਿਨ ਆਪ ਬੈਠੇ ਰਹੋ। ਉਹਦਾ ਕੰਮ ਹੈ ਅੰਦਰ ਬਾਹਰ ਜਾਣਾ, ਅੱਗੇ ਪਿੱਛੇ ਦੇਖਣਾ, ਆਪਣੀ ਭੇਡ ਨੂੰ ਹਰੇਕ ਨੂੰ ਦੇਖਣਾ, ਲੇਕਿਨ ਆਪ ਅੰਦਰ ਚੁੱਪ ਕਰਕੇ ਬੱਚੇ ਨੂੰ ਸੁਣੋ, ਉਹਨਾਂ ਨੂੰ ਮੈਂ ਚਾਰਾ ਵੀ ਪਾਵਾਂਗਾ। ਅੱਗੇ ਕੀ ਲਿਖਿਆ? ਜੋ ਨਹੀਂ ਆਉਂਦਾ ਪਰ ਇਸ ਲਈ ਜੋ ਚੁਰਾਵੇ ਔਰ ਵੱਢੇ ਅਤੇ ਨਾਸ਼ ਕਰੇ। ਫਿਰ ਕਹਿੰਦਾ ਜੇ ਮੈਂ ਉਹਨਾਂ ਦੇ ਅੱਗੇ ਪਿੱਛੇ ਫਿਰਦਾ ਰਹਾਂਗਾ, ਮੈਂ ਅੰਦਰ ਵੀ ਜਾਵਾਂਗਾ ਬਾਹਰ ਵੀ ਜਾਵਾਂਗਾ, ਉਹਨਾਂ ਦੀ ਦੇਖਭਾਲ ਕਰਨ ਦਾ ਕਹਿੰਦਾ ਜ਼ੋਰ ਆਉਂਦਾ ਹੀ ਨਹੀਂ ਵੀ ਉਹਨਾਂ ਨੂੰ ਵੜ ਸਕੇ ਜਾਂ ਉਹਨਾਂ ਨੂੰ ਖਾ ਲਵੇ ਜਾਂ ਕੋਈ ਜਿੰਦਾ ਵਿੱਚ ਆ ਕੇ ਵੜ ਜਾਵੇ। ਜਦੋਂ ਆਪ ਮਾਲਕ ਸਾਡਾ ਇੱਥੇ ਸਾਡੇ ਅੰਦਰ ਹੈ ਤਾਂ ਕਿਹਦੀ ਤਾਕਤ ਹੈ ਕਿ ਉਹਦੀ ਭੇਡ ਨੂੰ ਆ ਕਰਕੇ ਕੋਈ ਵੜ ਸਕੇ? ਇਹਦੀ ਤਾਕਤ ਹੈ ਭੇਡ ਨੂੰ ਵੜ ਸਕਿਆ ਕਰਕੇ, ਇਹਦੀ ਤਾਕਤ ਹੈ ਕੋਈ ਭੇਡ ਨੂੰ ਕੋਈ ਚੱਕ ਕੇ ਲੈ ਜਾਵੇ। ਤੇ ਜੇ ਭੇਡ ਆਪ ਹੀ ਆਪਣੀ ਮਰਜ਼ੀ ਨਾਲ ਬਾਹਰ ਤੁਰੀ ਫਿਰੇ ਤਾਂ ਫਿਰ ਤਾਂ ਮਸਤੀ ਕਰਨੀ। ਜੇ ਪਹਾੜੀ ਭੇੜ ਹੀ ਆਪਣੀ ਮਰਜ਼ੀ ਦੇ ਨਾਲ ਜਾ ਕਰਕੇ ਬਾਹਰ ਤੁਰੀ ਫਿਰੇ, ਗੁੰਮਰਾਹ ਹੋ ਜਾਵੇ, ਖਿਆਲ ਹੀ ਉਸ ਪਾਸੇ ਆ, ਤਾਂ ਫਿਰ ਉਹਦੇ ਵਾਸਤੇ ਗੱਲ ਨਹੀਂ। ਕਹਿੰਦਾ ਚੋਰ ਆ ਜਾਵੇ ਤਾਂ ਉਹ ਭੇਡ ਨੂੰ ਚੱਕ ਕੇ ਵੱਢ ਨਹੀਂ ਸਕਦਾ ਤੇ ਨਾ ਉਹਨੂੰ ਚੱਕ ਕੇ ਲੈ ਕੇ ਜਾ ਸਕਦਾ, ਕਿਉਂਕਿ ਭੇਡਾਂ ਦਾ ਦਰਵਾਜ਼ਾ, ਭੇਡਾਂ ਦਾ ਦਰਵਾਜ਼ਾ ਕੀ ਆ? ਮੈਂ ਅਗਲੀ ਆ ਦਿਨ ਪੜ੍ਹਨੀ ਆ ਅੱਗੇ। ਮੈਂ ਇਸ ਲਈ ਆਇਆ ਭਈ ਉਹਨਾਂ ਨੂੰ ਜੀਵਨ ਮਿਲੇ, ਸਗੋਂ ਚੋਖਾ ਜੀਵਨ ਮਿਲੇ। ਜੀਵਨ ਤੇ ਜਿਹੜਾ ਤੁਹਾਨੂੰ ਮਾਂ-ਬਾਪ ਦੇ ਜਰੀਏ ਉਹਨੇ ਦਵਾਈ ਦਿੱਤਾ ਆ ਉਹ ਚੋਖਾ ਨਹੀਂ ਹੈ, ਚੋਖਾ ਨਹੀਂ ਹੈ, ਉਹ ਨਾਸ਼ ਹੋਣ ਵਾਲਾ ਹੈ। ਇਹ ਕਹਿੰਦਾ ਮੈਂ ਤੁਹਾਨੂੰ
ਨਾਸ਼ ਹੋਣ ਵਾਲਾ ਨਹੀਂ ਬਲਕਿ ਨਾਸ਼ਵਾਨ ਜਿਹੜਾ ਹੈ ਉਹ ਜੀਵਨ ਦੇਣ ਵਾਸਤੇ ਆਇਆ ਹਾਂ ਕਿ ਜਿੰਨੀਆਂ ਭੇਡਾਂ ਇਸ ਬੂਹੇ ਦੇ ਥਾਣੀ ਨਿਕਲਦੀਆਂ ਹਨ ਉਹਨਾਂ ਦੇ ਵਾਸਤੇ ਮੈਂ ਇਸ ਕਰਕੇ ਆਇਆ ਕਿ ਉਹਨਾਂ ਵਾਸਤੇ ਮੈਂ ਜੀਵਨ ਦੇ ਇਸ ਵਾਸਤੇ ਆਇਆ। ਔਰ ਚੋਖਾ ਜੀਵ, ਚੋਖਾ ਦਾ ਮਤਲਬ ਕੀ ਹੈ? ਬਹੁਤ ਜ਼ਿਆਦਾ। ਕਈ ਸਟੇਟ ਦੇ ਵਿੱਚ ਕਈ ਜ਼ਿਲ੍ਹੇ ਦੇ ਚੋਖਾ ਕਹਿੰਦੇ, ਕਈ ਜ਼ਿਲ੍ਹੇ ਦੇ ਕਹਿੰਦੇ ਵਾਧੂ ਆ ਬਈ, ਕਈ ਜ਼ਿਲ੍ਹੇ ਦੇ ਕਹਿੰਦੇ ਬਹੁਤ ਆ ਬਈ, ਕਈ ਜਗ੍ਹਾ ਜਾਨੀ ਇੱਕ ਲਫ਼ਜ਼ ਦੇ ਕਈ ਜਿਹੜੇ ਆ ਉਹ ਲਫ਼ਜ਼ ਨਿਕਲ ਆਉਂਦੇ ਨੇ ਇੱਕ ਲਫ਼ਜ਼ ਦੇ। ਤੇ ਜਿਹੜਾ ਚੋਖਾ ਦਾ ਮਤਲਬ ਹੁੰਦਾ ਬਹੁਤ ਸਾਰਾ ਤੁਹਾਨੂੰ ਜੀਵਨ ਦੇਵਾਂ, ਲੰਬੀ ਜ਼ਿੰਦਗੀ ਦੇਵਾਂ, ਲੰਬੀ ਉਮਰ ਦੇਵਾਂ ਔਰ ਲੰਬੇ ਤੁਹਾਡੀ ਜ਼ਿੰਦਗੀ ਦੇ ਦਿਨ ਦੇਵਾਂ। ਇਹ ਕਹਿੰਦਾ ਮੈਂ ਆਉਂਦਾ ਹਾਂ ਤੇ ਮੈਂ ਜਿਹੜਾ ਹਾਂ ਤੁਹਾਡੀ ਜ਼ਿੰਦਗੀ ਦੇ ਦਿਨ ਜਿਹੜੇ ਨੇ ਉਹ ਬਹੁਤ ਵਧਾਵਾਂ, ਕਿਉਂਕਿ ਮੈਂ ਜਿਹੜਾ ਜੀਵਨ ਲੈ ਕੇ ਆਇਆ ਹਾਂ ਉਹ ਦੇਵਾਂ ਜੀਵਨ ਤੇ ਚੋਖਾ ਦੇਵਾਂ। ਠੀਕ ਹੈ, ਅੱਗੇ ਕੀ ਲਿਖਿਆ ਦੇਖੋ। ਜੋ ਕਾਮਾ ਹੈ ਅਤੇ ਅਜ਼ਾਲੀ ਨਹੀਂ, ਜਿਹਦੀਆਂ ਭੇਡਾਂ ਆਪਣੀਆਂ ਨਹੀਂ ਹਨ, ਜੋ ਸੋ ਬਘਿਆੜ ਨੂੰ ਆਉਂਦਾ ਵੇਖ ਕੇ ਭੇਡਾਂ ਨੂੰ ਛੱਡ। ਹਾਲੇਲੂਇਆ, ਬੜੀ ਅੱਛੀ ਗੱਲ ਹੈ। ਔਰ ਮੈਂ ਇਹ ਗੱਲ ਲਿਆਉਣੀ ਚਾਹੁੰਦਾ था ਆਖਰੀ ਤੇ, ਇਹਦਾ ਜਿਹੜਾ ਕਾਮਾ ਹੁੰਦਾ ਹੈ, ਜਿਹੜਾ ਆਪਣੇ ਆਪ ਨੂੰ ਭੇਡਾਂ ਦਾ ਮਾਲਕ ਨਹੀਂ ਸਮਝਦਾ, ਕਾਮਾ ਰੱਖ ਲਿਆ, ਚੱਲ ਬਈ ਜਿਹਨੂੰ ਚਰਾ ਕੇ ਲੈ ਕੇ ਆ। ਤਾਂ ਜਦੋਂ ਸ਼ੇਰ ਆ ਗਿਆ, ਕਾਮਾ ਸ਼ੇਰ ਦੇ ਮਗਰ ਭੱਜੂਗਾ, ਭੱਜੇਗਾ ਕਾਮਾ ਸ਼ੇਰ ਦੇ ਮਗਰ, ਉਹਦੇ ਭੇਡਾਂ ਨੂੰ ਛੱਡ ਕੇ ਆਪਣੇ ਘਰ ਨੂੰ ਭੱਜੂਗਾ। ਮਰਦੀਆਂ ਤਾਂ ਮਰੋ, ਖਾਂਦੀਆਂ ਤਾਂ ਤੁਹਾਨੂੰ ਕੋਈ ਖਾਵੇ, ਚੁੱਕਦਾ ਤਾਂ ਤੁਹਾਨੂੰ ਕੋਈ ਚੁੱਕੇ, ਵੱਢਦਾ ਤਾਂ ਤੁਹਾਨੂੰ ਕੋਈ ਫੁੱਟੇ। ਕਿਉਂ? ਉਹ ਦਿਹਾੜੀ ਤੇ ਗਿਆ ਹੋਇਆ, ਉਹ ਨੌਕਰੀ ਤੇ ਗਿਆ ਹੈ, ਉਹਨੇ ਉਹਨਾਂ ਦੀ ਰਖਵਾਲੀ ਨਹੀਂ ਕਰਨੀ। ਉਹ ਤਾਂ ਜੋ ਮਾਲਕ ਨੇ ਉਹਨੂੰ ਜਿਸ ਕੰਮ ਲਈ ਲਾਇਆ ਉਹ ਕੰਮ ਕਰਨਾ। ਜਾਂ ਇਹ ਭੇਡਾਂ ਨੂੰ ਚਾਰ ਕੇ ਲੈ ਕੇ ਆ ਤੇ ਉਹਨੇ ਚਾਰਨਾ ਲੈ ਆਉਣਾ, ਤੇ ਵਿੱਚ ਹੁਣ ਕੋਈ ਰਿਸ਼ ਆ ਕੇ ਬਣ ਗਿਆ। ਜਦੋਂ ਰਿਸ਼ ਬਣ ਕੇ ਆ ਗਿਆ, ਉਹਨੇ ਭੇਡਾਂ ਦੀ ਪਰਵਾਹ ਨਹੀਂ ਕਰਨੀ, ਆਪਣੀ ਪਰਵਾਹ ਕਰਨੀ। ਤਾਂ ਪਿੱਛੇ ਨੂੰ ਆਪਣਾ ਡੰਡਾ ਲੈ ਕੇ ਨੱਠ ਤੋੜਨਾ। ਭੇਡਾਂ ਨੂੰ ਬਚਾ ਸਕਦਾ ਕਾਮਾ? ਖੁਦਾ ਯਿਸੂ ਮਸੀਹ ਸਾਡਾ ਕਾਮਾ ਨਹੀਂ ਹੈ, ਸਾਡਾ ਅੱਛਾ ਜ਼ਾਦੀ ਹੈ, ਸਾਡਾ ਦਰਵਾਜ਼ਾ ਹੈ, ਸਾਡਾ ਬੂਹਾ ਹੈ, ਸਾਡੀ ਦੇਖਭਾਲ ਕਰਦਾ ਹੈ, ਸਾਡੇ ਅੰਦਰ ਬਾਹਰ ਤੁਰਿਆ ਫਿਰਦਾ ਹੈ, ਸਾਨੂੰ ਇੱਕ ਚੋਖਾ ਜੀਵਨ ਦੇਣ ਲਈ ਅੱਜ ਇੱਥੇ ਸਾਡੇ ਵਿਚਕਾਰ ਹੈ। ਸਾਨੂੰ ਅੱਛੀ ਜ਼ਿੰਦਗੀ ਦੇਣ ਲਈ, ਸਾਡੀ ਉਮਰ ਲੰਬੀ ਕਰਨ ਲਈ, ਸਾਡੇ ਉਮਰ ਦੇ ਦਿਨ ਲੰਬੇ ਕਰਨ ਦੇ ਵਾਸਤੇ ਅੱਜ ਉਹ ਸਾਡੇ ਦਰਮਿਆਨ ਤੁਰਿਆ ਫਿਰਦਾ ਹੈ। ਉਹ ਕਾਮਾ ਨਹੀਂ ਹੈ। ਕਾਮੇ ਦੀ ਮਿਸਾਲ ਉਹਨੇ ਦੇ ਦਿੱਤੀ ਹੈ ਕਿ ਜਿਹੜਾ ਕਾਮਾ ਹੁੰਦਾ ਹੈ, ਨੌਕਰ ਹੁੰਦਾ ਹੈ, ਉਹਨੇ ਨੌਕਰੀ ਕਰਨੀ ਹੁੰਦੀ ਹੈ, ਭੇਡਾਂ ਨੂੰ ਚਾਰਨ ਜਾਣਾ ਹੁੰਦਾ ਹੈ, ਉਹਨੇ ਦਿਹਾੜੀ ਲੈਣੀ ਹੁੰਦੀ ਹੈ, ਚਾਰ ਕੇ ਘਰ ਲੈ ਕੇ ਆ ਜਾਣਾ ਹੁੰਦਾ ਹੈ। ਅਗਰ ਭੇਡਾਂ ਦੇ ਮਗਰ ਕੋਈ ਵੀ ਕਿਸੇ ਕਿਸਮ ਦਾ ਜੰਗਲੀ ਜਾਨਵਰ, ਜੰਗਲੀ ਦਰਿੰਦਾ ਪੈ ਜਾਵੇ ਤਾਂ ਭੇਡਾਂ ਨੂੰ ਛੱਡ ਕਰਕੇ ਆਪਣੇ ਘਰ ਨੂੰ ਆ ਜਾਂਦਾ ਹੈ। ਭੇਡਾਂ ਨੂੰ ਛੱਡ ਕੇ ਕੀ ਕਰਦਾ ਹੈ? ਆਪਣੇ ਘਰ ਨੂੰ ਆ ਜਾਂਦਾ ਹੈ। ਅੱਗੇ ਕੀ ਲਿਖਿਆ? ਉਹ ਇਸ ਲਈ ਭੱਜਦਾ ਹੈ ਜੋ ਉਹ ਕਾਮਾ ਹੈ ਅਤੇ ਭੇਡਾਂ ਦੀ ਚਿੰਤਾ ਨਹੀਂ ਕਰਦਾ। ਅੱਛਾ ਅਜ਼ਾਲੀ ਮੈਂ ਹਾਂ ਅਤੇ ਮੈਂ ਆਪਣੀਆਂ ਭੇਡਾਂ ਨੂੰ ਸਿਆਣਦਾ ਹਾਂ ਅਤੇ ਮੇਰੀਆਂ ਆਪਣੀਆਂ ਭੇਡਾਂ ਮੈਨੂੰ ਸਿਆਣਦੀਆਂ ਹਨ। ਹਾਲੇਲੂਇਆ, ਉਹ ਬਘਿਆੜ ਨੂੰ ਆਉਂਦਾ ਦੇਖ ਕੇ, ਜੋ ਕਾਮਾ ਹੈ ਤੇ ਅਜ਼ਾਲੀ ਨਹੀਂ, ਜਿਹਦੀਆਂ ਭੇਡਾਂ ਆਪਣੀਆਂ ਨਹੀਂ ਹਨ, ਸੋ ਬਘਿਆੜ ਨੂੰ ਆਉਂਦਾ ਵੇਖ ਕੇ ਭੇਡਾਂ ਨੂੰ ਛੱਡਦਾ ਅਤੇ ਭੱਜ ਜਾਂਦਾ ਹੈ। ਔਰ ਬਘਿਆੜ ਉਹਨਾਂ ਨੂੰ ਫੜ ਲੈਂਦਾ ਅਤੇ ਖੰਡਾ ਦਿੰਦਾ ਹੈ। ਕੱਤੀਆਂ ਤਾਂ ਭੱਜ ਭੁੱਜ ਜਾਂਦੀਆਂ ਨੇ, ਇੱਧਰ ਉੱਧਰ ਹੋ ਜਾਂਦੀਆਂ ਨੇ। ਮੈਂ ਇੱਕ ਵਾਰ ਸਨ 69 ਦੇ ਵਿੱਚ 68 ਦੇ ਵਿੱਚ 1968 ਦੇ ਵਿੱਚ ਜਮਲੀਪੁਰ ਸੀ। ਮੈਂ ਜਮਲੀਪੁਰ ਜਿਹੜਾ ਇਮਲੀ ਰੋਡ ਹੈ, ਜਿੱਥੇ ਪੌਂਡਾ ਸਾਹਿਬ ਜਾਂਦੇ ਨੇ, ਆਪਣੇ ਸਿੱਖ ਜਾਂਦੇ ਨੇ, ਗੁਰੂ ਗੋਬਿੰਦ ਸਿੰਘ ਦੀ ਉਹ ਕਿਹੜੀ ਜਗ੍ਹਾ ਉੱਥੇ ਉਹਦੇ ਰਾਹ ਦੇ ਵਿੱਚ ਆਉਂਦਾ ਹੈ। ਮੇਰੀ ਉੱਥੇ ਟ੍ਰੇਨਿੰਗ ਸੈਂਟਰ ਸੀ ਫੌਜ ਦੇ ਵਿੱਚ। ਉਦੋਂ ਮੈਂ ਉਹਦਾ ਟ੍ਰੇਨਿੰਗ ਸੈਂਟਰ ਦੀ ਡਰਾਈਵਿੰਗ ਦੀ ਕਰਨ ਵਾਸਤੇ ਗਿਆ ਸੀ। ਬਹੁਤ ਪਹਾੜੀ ਇਲਾਕਾ ਹੈ। ਅੱਜ ਮੈਨੂੰ ਕਿੰਨੇ ਸਾਲ ਬਾਅਦ ਇਹ ਗੱਲ ਯਾਦ ਆਈ ਦੇਖੋ, 69 ਅੱਜ ਕਿੰਨਾ ਹੋ ਗਿਆ? ਕਿੰਨੇ ਸਾਲ ਹੋ ਗਏ? 31 ਤੇ 20 51 ਸਾਲ ਬਾਅਦ ਗੱਲ ਯਾਦ ਹੈ। 51 ਸਾਲ ਦੀ ਗੱਲ ਤੁਹਾਨੂੰ ਮੈਂ ਯਾਦ ਕਰਾ ਰਿਹਾ ਅੱਜ। ਦੇਖੋ ਕਿ ਮੇਰਾ ਦਿਮਾਗ ਕਿਹੜੇ ਪਾਸੇ ਨੂੰ ਗਿਆ। ਉੱਥੇ ਇੱਕ ਸਵੇਰੇ ਜਿਹੜੀ ਆ ਸਾਡੀ ਪੀਟੀ ਦੀ ਪਰੇਡ ਦੀ ਹਾਜ਼ਰੀ ਲੱਗਦੀ ਹੈ, ਤੇ ਸ਼ਾਮ ਨੂੰ ਕੰਮ ਜਦੋਂ ਖਤਮ ਹੋ ਗਏ ਇੱਕ ਰੋਲ ਕਾਲ ਹੁੰਦੀ ਹੈ ਸ਼ਾਮ ਨੂੰ ਫੌਜ ਦੇ ਵਿੱਚ। ਰੋਲ ਕਾਲ ਕਿ ਤੁਹਾਡੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿੰਨੀ ਬਟਾਲੀਅਨ, ਕੰਪਨੀ ਜਾਂ ਪਲਟੂਨ, ਉਹਨਾਂ ਦੇ ਕਿੰਨੇ ਕਿੰਨੇ ਬੰਦੇ ਉਹਨਾਂ ਦਾ ਇੰਚਾਰਜ ਹੁੰਦਾ ਹੈ ਹੌਲਦਾਰ, ਉਹ ਦੱਸਣਾ ਪੈਂਦਾ ਉਹਨੂੰ ਕਿ ਹਾਂ ਮੇਰੇ ਇੰਨੇ ਹਾਜ਼ਰਾਂ ਦੀ ਇੰਨੇ ਡਿਊਟੀ ਤੇ ਗਏ ਆ। ਅਜੇ ਉਹਨੇ ਪਲਟੂਨ ਕਿਆਈ ਸੀ ਜਦ ਨੂੰ ਬੋੜ ਸੀ, ਬੋੜ ਜੰਗਲ ਦੇ ਵਿੱਚ ਬੋੜਾਂ ਦੇ ਥੱਲੇ ਜਿਹੜੀ ਸਾਡੀ ਰੋਲ ਕਾਲ ਹੋ ਰਹੀ ਸੀ। ਔਰ ਉੱਥੇ ਇੱਕ ਬੰਦੇ ਨੇ ਰੌਲੀ ਪਾਤੀ
मैं तुहानू दसदा कि आ गया आ गया आ गया आ गया, लोगों ने कहना शेर आ गया, सारे अपने तंबूआं च वड़ गए जाके। इन्नी गल कहण दे नाल सारे तंबूआं च वड़ गए जाके, मैं भी वड़ गया जाके। कोई टिक्का ठिक्की खा के कुछ किता, ये नहीं देखिया भी की आ गया की नहीं आ गया। लगदी नली एक नाला चलदा हुंदा सी, असीं फौजी लोग नालियां दे नहाते होए, नालियां दा पानी पीता है, चश्मे दा पानी पीता है। इन्ना डर ते ये जिहड़ा आजादी है ये भी नौकर, ये जिहड़ा आजादी नौकर नहीं है, कामा जिहड़ा है वो कामे वाला ही काम करता है। नौकरा जिहड़ा वो नौकर वाला ही काम करदा, जिन्नी उसदी ड्यूटी उन्ना ही काम करना है। लेकिन वो भेडां दे मगर अपनी जान क्यों गवाएगा, अपनी भेडां दे मगर अपनी जान क्यों गवाएगा? कहता वो अच्छा जाति मैं हाँ, इस करके जिहड़ा अपनियां भेडां देखदा हाँ, ते जो बघियाड़ वो भेडां अपनियां नहीं हैं, जो बघियाड़ नूं आउंदा वेख के भेडां नूं छड्डदा ते भज जांदा, ते बघियाड़ उन्हां नूं फड़ लैंदा ते खड़ा दिंदा। वो इसलिए भजदा है जो कामां अते भेडां दी चिंता, वो कामां भेडां दी चिंता की करूगा? वो जानते जिद्धर नूं जांदियां, फिरदे रहंदे जिद्धर नूं जांदियां, ਉਹਨੂੰ कोई परवाह नहीं करता। इस करके यीशु मसीह ने इन्नी सानू तरतीब दे नाल ਇਹ ਜਿਹੜਾ ਬਾਬ ਹੈ ਚੈप्टर है लिखिया है, ਇਹਨੂੰ समझण ਦੀ ਲੋੜ है कि वो साडा एक अच्छा ਜ਼ਾਲੀ है। सानू कदे भी हरी हरे घाह के उत्ते बिठाउंदा, हरियां चीज़ां खिलाउंदा, फ्रेश चीज़ां खिलाउंदा, पानी गंदा नहीं पिलाउंदा, पानी सानू साफ पिलाउंदा। मैं दस्सिया सी कि यकूब जदों अपने नानकियां दे गया सी तां ओह जिहड़ा ना राखल नूं ओहदी कोई ना कोई बंदे नूं उड़ीकदा सी भी इत्थे कोई ना कोई ऐस जिहड़ा ना ओह खूह सी जिहड़ा ओहदे उत्ते सारे इज्जड़ उस खूह दे उत्ते पानी पिलाउण आउंदे हुंदे सी ਇੱਕੋ ਦੇ ਉੱਤੇ। ਤਾਂ ਉਹ ਦੇਖਦਾ ਇੱਕ ਇੱਜੜ ਆਇਆ, ਉਹ ਇੱਜੜ ਦੇ ਉਹ ਖੂਹ ਦੇ ਉੱਤੇ ਢੱਕਣ ਦਿੱਤਾ ਹੁੰਦਾ ਸੀ। ਜਿੰਨਾ ਚਿਰ ਸਾਰੇ ਇੱਜੜ ਭੇਡਾਂ ਦੇ ਇਕੱਠੇ ਨਹੀਂ ਹੋ ਜਾਂਦੇ ਸੀ ਉਹ ਢੱਕਣ ਚੁੱਕਿਆ ਨਹੀਂ ਜਾਂਦਾ ਸੀ। ਲੇਕਿਨ ਉਹਨੇ ਜਦੋਂ ਦੇਖਿਆ ਕਿ ਰਾਖਲ ਆ ਗਈ ਹੈ, ਮੇਰੇ ਮਾਮੇ ਦੀ ਕੁੜੀ ਭੇਡਾਂ ਦੇ ਪਿੱਛੇ ਲੱਗੀ ਆਉਂਦੀ ਹੈ, ਉਹਨੇ ਉਸੇ ਵਕਤ ਉਹ ਢੱਕਣ ਜਿਹੜਾ ਚੱਕ ਦਿੱਤਾ ਸੀ ਖੂਹ ਦਾ, ਤੇ ਪਾਣੀ ਉਹਦੀਆਂ ਭੇਡਾਂ ਨੂੰ ਵੀ ਪਿਲਾਇਆ ਤੇ ਸਾਰੀਆਂ ਭੇਡਾਂ ਨੂੰ ਜਿਹੜਾ ਪਾਣੀ ਉਹ ਪਿਲਾਇਆ ਸੀ। ਭੇਡ ਕਦੀ ਗੰਦਾ ਪਾਣੀ ਨਹੀਂ ਪੀਂਦੀ, ਭੇਡ ਛੱਪੜ ਦਾ ਪਾਣੀ ਨਹੀਂ ਪੀਂਦੀ। भेड़ जी है वो साफ पानी पीती है। सारे ने अपने अपने हौदियां बनाई होंदियां ने, भेड़ा वालियां ने उन्हें पानी घर जाके पीना होता है। इस करके असीं देखांगे लूका 15 उसकी तीसरी आयत है। लूका 15 मिनट लेने हो, लूका 15 उसकी 15 है तीसरी आयत। तां उसने उन्हां नूं एक दृष्टांत दे के आख्या, हां जी, तुसां विचों किहड़ा मनुख है जिहदे कोल 100 भेडां होण, और जे उन्हां विचों एक गुआच जावे तां ओह उन्हां 99 नूं उजाड़ विच छड्ड के उस गुआची हुई दी पाल विच ना देखो कितनी वड्डी गल है कि किहड़ा तुसां विचों किहड़ा मनुख है जिहदे कोल 100 भेडां होण। बहुत ने जिहदे कोल 100 भेडां ने, आ साडे कोल बैठियां ने, लेकिन इन्हां दे विचों एक गुआच जावे तां मेरे वर्गा की कहंदा, तां होर भी मेरे वर्गे बहुत है, वो की कहंदे ने जानदी तां जानदे आ आपे ही आने पड़े इदां ही नहीं, पर ओहदी गौर नहीं करदे। असीं भी उस विचों ये तो पहले अपना नाम लेता, जानदी तां जानदे हो, आपे आ जाओ मुड़ के। जे किसी दी 100 भेड़ कहता एक अच्छे अजाली दा फर्ज बनता है, ਉਹਦਾ करैक्टर है, जानती है ਤੁਹਾਡੇ ਵਿੱਚੋਂ ਉਹ 99 ਨੂੰ ਛੱਡਣਾ, क्योंकि 99 ਜਿਹੜੀਆਂ ਵਿਸ਼ਵਾਸੀ ਨੇ ਉਹ ਇੱਕ ਹੀ ਬੇਸ਼ਵਾਸੀ ਸੀ, ਉਹਨੂੰ ਸ਼ੈਤਾਨ ਨੇ ਖਰਾਬ ਕਰ ਦਿੱਤਾ। ਸ਼ੈਤਾਨ ਉਹਦੇ ਅੰਦਰ ਆ ਕਰਕੇ ਵਸ ਗਿਆ। ਸ਼ੈਤਾਨ ਨੇ ਉਹਦੇ ਦਿਲ ਦੇ ਵਿੱਚ ਕੋਈ ਐਸੀ ਗੱਲ ਪਾ ਦਿੱਤੀ ਕਿ ਜਿਹੜਾ ਉਹਨੂੰ ਉਹ ਜਿਹੜਾ ਚਰਵਾਹਾ ਔਰ ਜਿਹੜੀ ਉਹਦੀ ਚਿਰਾਗਾ ਸੀ ਉਹ ਦੋਨੋਂ ਛੱਡਣੀਆਂ ਜਿਹੜੀਆਂ ਨਾ ਉਸ ਵਕਤ ਕਬੂਲ ਹੋ ਗਈਆਂ ਕਿ ਮੈਂ ਇੱਥੇ ਰਹਿਣਾ ਹੀ ਨਹੀਂ, ਮੈਂ ਇੱਥੇ ਆਉਣਾ ਹੀ ਨਹੀਂਗਾ, ਮੈਂ ਇੱਥੇ ਕਿੱਥੋਂ ਚਲੇ ਜਾਣਾ ਹੈ। ਉਹਦੇ ਵਿੱਚ ਕੋਈ ਚੀਜ਼ ਆ ਗਈ, ਲੇਕਿਨ ਉਸ ਵਕਤ ਮੈਂ ਹੋਵਾਂ ਜਾਂ ਕੋਈ ਹੋਰ ਹੋਵੇ ਉਹਦਾ ਫਰਜ਼ ਬਣਦਾ ਹੈ ਕਿ 99 ਜਿਹੜੀਆਂ ਵਿਸ਼ਵਾਸੀ ਨੇ ਉਹਨਾਂ ਨੂੰ ਛੱਡ ਕਰਕੇ ਉਹਦਾ ਪਿੱਛਾ ਕਰਨਾ है। ਉਹਨੂੰ ਫਿਰ ਲਿਖਿਆ 2 ਜਾਂ 3 ਵਾਰ ਸਮਝਾ, 2 ਜਾਂ 3 ਵਾਰ ਸਮਝਾ, अगर वो नहीं मनती भेड़ तो तीसरी बार जरा मेरे ऊपर छड़, पर पीछा जरूर करना है, चाहे ਉਹਦਾ फोन करके करो, चाहे ਉਹਦੇ घर जाके करो, लेकिन वो भेड़ ਨੂੰ बचाना है। जब 99 बचियां हुई ने तो एक क्यों बाहर जा रही है, ਉਹਦਾ पिछा करना चाहिए है, ਉਹਨੂੰ ਸਮਝਾਉਣਾ ਚਾਹੀਦਾ ਹੈ। ਉਸ ਭੇਡ ਨੂੰ ਸਮਝਾਓ, अगर 2-3 बार ਜਿਹੜਾ है नहीं मनता तो फिर जो है खुदा कहता मेरे ऊपर छड़ दे, मैं अपने आप ही ਉਹਨੂੰ समझा लूंगा। फिर खुदा तो बंदे समझाने वाला कोई और मिलना ही नहीं, ਉਹਦੇ ਤੋਂ बंदे को मिलना ही नहीं है।
ਇਸ ਕਰਕੇ ਜਿਹੜਾ ਹੈ ਅਗਰ 100 ਭੇਡ ਦੇ ਵਿੱਚੋਂ ਇੱਕ ਭੇਡ ਗੁੰਮਰਾਹ ਹੋ ਜਾਂਦੀ ਹੈ ਤਾਂ ਅਜ਼ਾਲੀ ਦਾ ਕੰਮ ਹੈ, ਚਰਵਾਹੇ ਦਾ ਕੰਮ ਹੈ ਕਿ ਉਹਨੂੰ ਜਾ ਕਰਕੇ ਉਹਦਾ ਪਿੱਛਾ ਕਰਨਾ ਔਰ ਉਹਨੂੰ ਮੋੜਨਾ ਹੈ। ਕੋਈ ਹੋਏ ਨਾ ਹੋਵੇ ਉਹ ਗਲਤ ਜਗ੍ਹਾ ਚਲੀ ਜਾਵੇ, ਉਹਨੂੰ ਗਲਤ ਚਰਵਾਹਾ ਮਿਲ ਜਾਵੇ, ਉਹ ਗੁੰਮਰਾਹ ਹੋ ਜਾਵੇ, ਉਹ ਭੇਡ ਜਿਹੜੀ ਹੈ ਖਰਾਬ ਹੋ ਜਾਵੇ। ਇਸ ਕਰਕੇ ਉਹਦਾ ਪਿੱਛਾ ਕਰਨਾ। ਜਦੋਂ 99 ਜਿਹੜੀਆਂ ਨੇ ਉਹ ਚੰਗੀਆਂ ਨੇ ਤਾਂ ਉਹ ਇੱਕ ਕਿੱਦਾਂ ਜਿਹੜੀ ਹੈ ਇੱਥੇ ਚੰਗੀ ਨਹੀਂ ਸਮਝਦੀ, ਜਦ 99 ਚੰਗੀਆਂ ਸਮਝਦੀਆਂ ਨੇ ਤਾਂ ਇੱਕ ਕਿਉਂ ਨਹੀਂ ਚੰਗੀ ਸਮਝਦੀ? ਇਹਦਾ ਮਤਲਬ ਉਹਦੇ ਵਿੱਚ ਕਿਸੇ ਚੀਜ਼ ਨੇ ਆ ਕਰਕੇ ਵਾਸ ਕੀਤਾ ਹੈ ਜਿਹੜੀ ਉਹਨੂੰ ਇੱਥੇ ਟਿਕਣ ਨਹੀਂ ਦੇ ਰਹੀ, ਜਿਹੜੀ ਉਹਨੂੰ ਇੱਥੋਂ ਲਿਜਾਣਾ ਚਾਹੁੰਦੀ ਹੈ। ਉਹ ਕੋਈ ਚੀਜ਼ ਹੈ, ਉਹ ਚੀਜ਼ ਖੁਦਾ ਦੀ ਜਿਹੜੀ ਹੈ ਵਰਖਲਾਫ ਚੀਜ਼ ਹੁੰਦੀ ਹੈ, ਸ਼ੈਤਾਨ ਹੁੰਦਾ ਹੈ, ਉਹਨੂੰ ਉਸ ਵੇਲੇ ਖਰਾਬ ਕਰ ਦਿੰਦਾ ਹੈ। ਚਰਵਾਹੇ ਦਾ ਕਿਰਦਾਰ ਹੈ ਕਿ ਉਹਦੇ ਮਗਰ ਜਾਵੇ ਔਰ ਉਹਦੀ ਦੇਖਭਾਲ ਕਰੇ, ਕੋਸ਼ਿਸ਼ ਕਰੇ, ਉਹਨੂੰ ਸਮਝਾਵੇ ਕਿ ਤੂੰ ਬੁੜਿਆ ਲੇਕਿਨ ਮੇਰੇ ਵਰਗੇ ਚਰਵਾਹੇ ਕੀ ਕਹਿ ਦਿੰਦੇ ਆ, ਜਾਂਦੇ ਜਾਂਦੇ ਆ। ਪਰ ਇਹ ਨਹੀਂ ਕਹਿਣਾ ਚਾਹੀਦਾ, ਇਹ ਕਹਿਣਾ ਨਹੀਂ ਚਾਹੀਦਾ। ਇਹ ਸਾਡੇ ਚਰਵਾਹਿਆਂ ਦਾ ਕਿਰਦਾਰ ਨਹੀਂ ਹੈ, ਇਹ ਕੰਮ ਨਹੀਂ ਹੈ। ਉਹਦਾ ਪਿੱਛਾ ਕਰਨਾ ਸ਼ਾਇਦ ਹੈ। ਅੱਗੇ ਕੀ ਲਿਖਿਆ ਬੁੱਧ? ਔਰ ਜਾਂ ਲੱਭ ਪਵੇ ਤਾਂ ਉਹ ਖੁਸ਼ੀ ਨਾਲ ਆਪਣੀਆਂ ਮੋਢਿਆਂ ਉੱਤੇ ਰੱਖ ਲੈਂਦਾ ਅਤੇ ਘਰ ਜਾ ਕੇ ਆਪਣੇ ਮਿੱਤਰਾਂ ਅਤੇ ਗੁਆਂਢੀਆਂ ਨੂੰ ਇਕੱਠੇ ਬੁਲਾਉਂਦਾ ਅਤੇ ਉਹਨਾਂ ਨੂੰ ਆਖਦਾ ਹੈ ਭਈ ਮੇਰੇ ਨਾਲ ਆਨੰਦ ਕਰੋ ਕਿਉਂ ਜੋ ਮੈਂ ਆਪਣੀ ਗੁਆਚੀ ਹੋਈ ਦੇਖੋ ਕਿੰਨੀ ਵੱਡੀ ਖੁਸ਼ੀ ਉਸ ਵਕਤ ਉਹਨੂੰ ਹੋ ਜਾਂਦੀ ਹੈ ਜਿਹੜੀ ਭੇਡ ਉਹਨੂੰ ਲੱਭ ਪੈਂਦੀ ਹੈ, ਉਹਦੇ ਬਣਾਉਣ ਨਾਲ ਮੰਨ ਜਾਂਦੀ ਹੈ, ਉਹਦੇ ਬਣਾਉਣ ਨਾਲ ਰਾਜੀ ਹੋ ਜਾਂਦੀ ਹੈ। ਉਹ ਉਸੇ ਬਾਰੇ ਦੇ ਵਿੱਚ ਆਉਣ ਵਾਸਤੇ ਫਿਰ ਜੋ ਹੈ ਮੰਨ ਜਾਂਦੀ ਹੈ ਤਾਂ ਖੁਦਾ ਨੂੰ ਉਸ ਵਕਤ ਯਿਸੂ ਮਸੀਹ ਨੂੰ ਕਿੰਨੀ ਖੁਸ਼ੀ ਹੁੰਦੀ ਹੈ। ਉਹਨੂੰ ਇੰਨੀ ਖੁਸ਼ੀ ਹੁੰਦੀ ਹੈ ਕਿ ਸਾਡਾ ਬੱਚਾ ਜਿਹੜਾ ਨਾ 2 ਘੰਟੇ ਸਾਨੂੰ ਕਿਤੇ ਲੱਭੇ ਨਾ, ਜਦੋਂ ਲੱਭ ਪਵੇ ਤਾਂ ਅਸੀਂ ਉਹਨੂੰ ਕਿੱਦਾਂ ਚੁੱਕ ਕੇ ਚੁੰਮਦੇ ਆ, ਚੱਟਦੇ ਆ, ਫਿਰ ਉਹਨੂੰ ਗਲ ਦੇ ਨਾਲ ਲਾਉਂਦੇ ਆ, ਕਿੱਦਾਂ ਉਹਦੇ ਨਾਲ ਪਿਆਰ ਕਰਦੇ ਆ। ਉਹ ਤੋਂ ਵੱਧ ਜਿਹੜਾ ਹੈ ਅਸੀਂ ਤਾਂ ਇੱਥੋਂ ਜਾ ਕੇ ਚੁੱਕ ਕੇ ਉਹਨੂੰ ਗਲ ਦੇ ਨਾਲ ਲਾ ਲੈਂਦੇ ਆ, ਲੇਕਿਨ ਯਿਸੂ ਮਸੀਹ ਜ਼ੋਰਦਾਰ ਤਾੜੀਆਂ ਮਾਰੋ, ਕੁਛ ਵੀ ਚੱਕ ਕੇ ਉੱਪਰ ਚੱਕ ਲੈਂਦਾ ਹੈ। ਉਹਦੇ ਆਪਣੀ ਭੇਡ ਨੂੰ ਉੱਪਰ ਹੀ ਚੱਕ ਲੈਂਦਾ, ਮੋਢਿਆਂ ਦੇ ਉੱਤੇ ਲਿਖਿਆ ਮੋਢਿਆਂ ਦੇ ਉੱਤੇ ਚੱਕ ਲੈਂਦਾ ਆਪਣੀ ਭੇਡ ਨੂੰ। ਆਪਾਂ ਸਾਡਾ ਬੱਚਾ ਗੁਆਚ ਜਾਵੇ ਤਾਂ ਅਸੀਂ ਉਹਨੂੰ ਚੱਕਦੇ ਆ, ਚੁੰਮਦੇ ਆ, ਚੱਟਦੇ ਆ, ਗਲ ਨਾਲ ਤੱਕ ਲਾਉਂਦੇ ਆ, ਲੇਕਿਨ ਉਹਦੇ ਮੋਢਿਆਂ ਤੇ ਰੱਖ ਲੈਂਦਾ, ਚੱਕ ਕੇ ਮੋਢਿਆਂ ਤੇ ਰੱਖ ਕੇ ਫਿਰ ਉਹ ਆਪਣੇ ਮਿਲ ਵਰਤਣ ਵਾਲਿਆਂ ਨੂੰ, ਗੁਆਂਢੀਆਂ ਨੂੰ, ਯਾਰਾਂ ਦੋਸਤਾਂ ਨੂੰ ਇਕੱਠੇ ਕਰਦਾ ਹੈ। ਇਕੱਠੇ ਕਰਕੇ ਉਹਨਾਂ ਨੂੰ ਦੱਸਦਾ ਹੈ ਮੇਰੀ ਗੁਆਚੀ ਹੋਈ ਭੇਡ ਜਿਹੜੀ ਉਹ ਮੈਨੂੰ ਮਿਲ ਗਈ ਹੈ। ਉਹਨਾਂ ਦੇ ਨਾਲ ਆਨੰਦ ਕਰਦਾ, ਫਿਰ ਕੀ ਕਰਦਾ, ਉਹਨਾਂ ਦੀ ਖੁਸ਼ੀ ਮਨਾਉਂਦਾ ਹੈ, ਉਹਨਾਂ ਦੇ ਵਿੱਚ ਪਾਰਟੀ ਕਰਦਾ ਹੈ। ਜਿੱਦਾਂ ਆਪਾਂ ਪਾਰਟੀ ਕਰਦੇ ਹਾਂ ਫਿਰ ਖੁਸ਼ੀ ਮਨਾਉਂਦਾ ਹੈ, ਪਾਰਟੀ ਕਰਦਾ ਹੈ। ਉਦੋਂ ਕੋਲਡ ਡਰਿੰਕ ਨਹੀਂ ਹੁੰਦੀ ਸੀ, ਸ਼ੱਕਰ ਦਾ ਸਰਬਤ ਹੁੰਦਾ ਸੀ, ਜਾਂ ਫਿਰ ਮੈਂ ਹੁੰਦੀ ਸੀ ਕਿਉਂ ਜੀ? ਇਹਦੀ ਪਾਰਟੀ ਕਰਦੇ ਮੈਂ ਬਣਾ ਦਿੰਦੇ ਸੀ ਪੂਰਾ ਦਾ ਰਸ, ਪਾਰਟੀ ਇਹਦੀ ਹੁੰਦੀ ਸੀਗੀ। ਲੇਕਿਨ ਉਹਨੇ ਪਾਰਟੀ ਕਿੰਨੀ ਖੁਸ਼ੀ ਮਨਾਉਂਦਾ। ਉਸ ਵਕਤ ਬਹੁਤ ਹੀ ਅੱਛੀ ਗੱਲ ਲਿਖੀ ਹੈ। ਉਸ ਤੋਂ ਬਾਅਦ ਮੈਂ ਬੰਦ ਵੀ ਕਰਨਾ ਹੈ, ਟਾਈਮ ਹੋ ਗਿਆ ਹੈ। ਕੀ ਲਿਖਿਆ ਹੈ? ਮੈਂ ਤੁਹਾਨੂੰ ਆਖਦਾ ਹਾਂ ਜੋ ਇਸੇ ਤਰ੍ਹਾਂ ਸਵਰਗ ਵਿੱਚ ਇੱਕ ਤੌਬਾ ਕਰ। ਕਿੰਨੀ ਵੱਡੀ ਗੱਲ ਆਈ, ਇਹਨੂੰ ਸਮਝਣਾ ਹੈ। ਕਿੰਨੀ ਵੱਡੀ ਗੱਲ ਆਈ ਹੈ। ਜਿਨ੍ਹਾਂ ਨੇ ਅਜੇ ਤੱਕ ਇਹ ਕੰਮ ਨਹੀਂ ਕੀਤਾ ਉਹ ਗੌਰ ਦੇ ਨਾਲ ਸੁਣਨਾ ਇਸ ਗੱਲ ਨੂੰ। ਹਾਂਜੀ ਕੀ ਲਿਖਿਆ? ਮੈਂ ਤੁਹਾਨੂੰ ਆਖਦਾ ਹਾਂ ਜੋ ਇਸੇ ਤਰ੍ਹਾਂ ਸਵਰਗ ਵਿੱਚ ਇੱਕ ਤੌਬਾ ਕਰਨ ਵਾਲੇ ਪਾਪੀ ਦੇ ਕਾਰਨ 99 ਧਰਮੀਆਂ ਨਾਲੋਂ ਇਹਨਾਂ ਜਿਨ੍ਹਾਂ ਨੂੰ ਤੌਬਾ ਕਰਨ ਦੀ ਲੋੜ ਨਹੀਂ ਬਹੁਤ ਖੁਸ਼ੀ। ਹਾਲੇਲੂਇਆ। ਦੇਖੋ ਗੱਲ ਤੇ ਭੇਡਾਂ ਦੀ ਚੱਲ ਰਹੀ ਹੈ ਤੇ ਮਿਸਾਲ ਸਾਡੇ ਤੁਹਾਡੇ ਉੱਪਰ ਆ ਰਹੀ ਹੈ। ਗੱਲ ਤੇ ਭੇਡਾਂ ਦੀ ਚੱਲ ਰਹੀ ਹੈ ਤੇ ਮਿਸਾਲ ਕਿਹਦੇ ਉੱਪਰ ਆ ਰਹੀ ਹੈ? ਕਹਿੰਦਾ ਇੱਕ ਬੰਦਾ ਜਿਹੜਾ ਬਪਤਿਸਮਾ ਲੈਣ ਲਈ ਤੋਬਾ ਕਰਦਾ ਹੈ, ਇੱਕ ਬੰਦਾ ਜਿਹੜਾ ਬਪਤਿਸਮਾ ਲੈਣ ਲਈ ਤੋਬਾ ਕਰਦਾ ਹੈ, ਉਹ 99 ਭੇਡਾਂ ਦੇ ਨਾਲੋਂ ਚੰਗਾ। ਤੇ ਖੁਦਾ ਕਹਿੰਦਾ ਕਿ ਉਹਦੀ 99 ਨਾਲੋਂ ਉਹਦੇ ਇਕੱਲੇ ਦੀ ਇੰਨੀ ਖੁਸ਼ੀ ਸਵਰਗ ਦੇ ਵਿੱਚ ਮਨਾਈ ਜਾਂਦੀ ਜਿਹਦਾ ਕੋਈ ਅੰਤ ਨਹੀਂ। ਇਹ 99 ਦਾ ਲਿਆ ਹੋਇਆ ਉਹਨਾਂ ਨੂੰ ਹੁਣ ਪਰੇ ਕਰਦੇ। ਇਹ ਜਿਹੜਾ ਇੱਕ ਲੈਣ ਵਾਸਤੇ ਜਾ ਰਿਹਾ ਉਹਦੇ ਵਾਸਤੇ ਦੇਖੋ ਖੁਦਾ ਜਿਹੜਾ ਹੈ ਉਹਨੂੰ ਇੱਕ ਨਵੀਂ ਭੇਡ ਮਿਲ ਰਹੀ ਹੈ, ਉਹਨੂੰ ਇੱਕ ਨਵੀਂ ਜਿਹੜੀ ਹੈ ਆਪਣੀ ਰੂਹ ਮਿਲ ਰਹੀ ਹੈ। ਔਰ ਉਹਨੂੰ ਬਚਾਉਣ ਦੀ ਖਾਤਰ ਦੇਖੋ ਉਹਨੇ ਉਹਦੇ ਦਿਲ ਦੇ ਵਿੱਚ ਪਾਇਆ ਔਰ ਬਪਤਿਸਮਾ ਲੈਣ ਲਈ ਤਿਆਰ ਹੋ ਗਿਆ। ਪਹਿਲਾਂ ਉਹਨੇ ਤੋਬਾ ਕੀਤੀ। ਅਗਰ ਅਸੀਂ ਤੋਬਾ ਨਹੀਂ ਕਰਦੇ, ਅਸੀਂ ਬਪਤਿਸਮਾ ਨਹੀਂ ਲੈਂਦੇ ਤਾਂ ਅਸੀਂ ਪਵਿੱਤਰ ਆਤਮਾ ਵੀ ਪਾ ਨਹੀਂ ਸਕਦੇ। ਉਹਦੇ ਪਵਿੱਤਰ ਮਾਨਤ ਉਤਰਦੀ ਹੈ।
ਕਿੰਨੀ ਖੁਸ਼ੀ ਕਹਿੰਦਾ ਸਵਰਗ ਦੇ ਵਿੱਚ ਹੁੰਦੀ ਹੈ। ਜਿੰਨੀਆਂ 99 ਭੇਡਾਂ ਛੱਡ ਕੇ ਇੱਕ ਭੇਡ ਨੂੰ ਜਦੋਂ ਚੱਕ ਕੇ ਲਿਆਉਂਦਾ ਹੈ ਤਾਂ ਉਹਨੂੰ ਆਨੰਦ ਕਰਦਾ ਹੈ, ਲੋਕਾਂ ਦੇ ਵਿੱਚ ਖੁਸ਼ੀ ਮਨਾਉਂਦਾ ਹੈ, ਉਹਨੂੰ ਆਪਣੇ ਮੋਢਿਆਂ ਦੇ ਉੱਤੇ ਚੁੱਕ ਲੈਂਦਾ ਹੈ। ਉਸ ਤੋਂ ਬਾਅਦ ਕਹਿੰਦਾ ਜਿਹੜੀ ਇੱਕ ਰੂਹ ਜਿਹੜੀ ਹੈ ਉਹ ਤੋਬਾ ਕਰਨ ਦੀ ਜਿਹਨੂੰ ਲੋੜ ਹੁੰਦੀ ਹੈ ਉਹ ਤੋਬਾ ਕਰਦੀ ਹੈ ਤਾਂ ਉਹ 99 ਦੇ ਨਾਲੋਂ ਇੱਕ ਰੂਹ ਜਿਹੜੀ ਹੈ ਉਹ ਬਹੁਤ ਹੀ ਜਿਹੜੀ ਹੈ ਨਾ ਸਵਰਗ ਦੇ ਵਿੱਚ ਖੁਸ਼ੀ ਮਨਾਉਣ ਵਾਲੀ ਹੁੰਦੀ ਹੈ। ਤੇ ਅਸੀਂ ਜਿਨ੍ਹਾਂ ਨੇ ਤੋਬਾ ਨਹੀਂ ਕੀਤੀ, ਜਿਨ੍ਹਾਂ ਨੇ ਅਜੇ ਤੱਕ ਬਪਤਿਸਮਾ ਨਹੀਂ ਲਿਆ, ਉਹਨਾਂ ਨੂੰ ਜ਼ਰੂਰਤ ਹੈ ਕਿ ਤੋਬਾ ਕਰੀਏ। ਸਾਡੀ ਵੀ ਕਮ ਸੇ ਕਮ ਖੁਦਾ ਦੇ ਘਰ ਦੇ ਵਿੱਚ ਖੁਸ਼ੀ ਮਨਾਈ ਜਾਵੇ, ਸਾਡੀ ਵੀ ਸਵਰਗ ਦੇ ਵਿੱਚ ਖੁਸ਼ੀ ਮਨਾਈ ਜਾਵੇ। ਸਾਡੀ ਖੁਦ ਦੇ ਵਿੱਚ ਖੁਸ਼ੀ ਜਿਹੜੀ ਹੈ ਮਨਾਉਣੀ ਉਹ ਜ਼ਰੂਰੀ ਹੈ। ਔਰ ਉਸ ਤੋਂ ਬਾਅਦ ਕੀ ਲਿਖਿਆ ਬੇਟਾ? ਕਿਹੜੀ ਤੀਵੀਂ ਹੈ ਜਿਹਦੇ ਕੋਲ 10 ਅਠਾਨੀਆਂ ਹੋਣ, ਜੇ ਇੱਕ ਅਠਾਨੀ ਗੁਆਚ ਜਾਵੇ ਤਾਂ ਉਹ ਦੀਵਾ। ਇਹ ਦੇਖੋ ਕਿੰਨੀ ਵੱਡੀ ਗੱਲ ਲਿਖੀ ਹੈ। ਕਿਹੜੀ ਔਰਤ ਹੈ ਜਿਹਦੇ ਕੋਲ ਕਿੰਨੀਆਂ ਅਠਾਨੀਆਂ? 10 ਅਠਾਨੀਆਂ ਹੋਣ ਤੇ ਇੱਕ ਅਠਾਨੀ ਜਿਹੜੀ ਹੱਥ ਦੇ ਚੋਂ ਕੇ ਮੰਜੇ ਥੱਲੇ ਵੜ ਜਾਵੇ, ਜਦ ਤੱਕ ਉਹ ਨਿਕਲਦੀ ਝਾੜੂ ਮਾਰ ਡੰਡਾ ਮਾਰ ਕਿਸ ਤਰ੍ਹਾਂ ਕੱਢਣੀ ਆ, ਉਹ ਕਿਸ ਤਰ੍ਹਾਂ ਕੱਢਣੀ ਆ, ਕੱਢ ਕੇ ਚੈਨ ਨਹੀਂ ਆਉਣੀ ਮੇਰੀ ਠੰਡੀ ਥੱਲੇ ਚਲ ਗਈ ਹੈ, ਉਹ ਕੱਢਣੀ ਆ। ਤੇ ਇਹਦਾ ਜਿਹੜਾ ਸਾਨੂੰ 99 ਨੂੰ ਛੱਡ ਕੇ ਜਿਹੜੀ ਭੇਡ ਜਿਹੜੀ ਨਾ ਆਵਾਰਾ ਹੋ ਗਈ ਹੈ, ਚਲੇ ਗਈ ਹੈ, ਉਹਦਾ ਪਿੱਛਾ ਕਰਨਾ ਹੈ, ਉਹਨੂੰ ਵਾਪਸ ਲੈ ਕਰਕੇ ਆਉਣਾ ਹੈ। ਮੈਂ ਤੁਹਾਨੂੰ ਹੁਣ ਜਿਹੜਾ ਇਸੇ ਦੇ ਵਿੱਚ ਹੀ ਲਿਖਿਆ ਹੋਇਆ ਹੈ, ਇਸੇ ਦੇ ਵਿੱਚ ਹੀ ਲਿਖਿਆ ਹੋਇਆ ਹੈ। ਕਿਹੜੀ ਗੱਲ ਦੇ ਵਿੱਚ ਲਿਖਿਆ ਹੋਇਆ ਹੈ? 11ਵੀਂ ਆਇਤ ਦੇ ਵਿੱਚ ਲਿਖਿਆ, ਪੜ੍ਹਨੀ ਨਹੀਂ ਹੈ, ਮੈਂ ਮੂੰਹ ਜਵਾਨੀ ਦੱਸਣਾ, ਸਿਰਫ 2-3 ਮਿੰਟ ਦੇ ਵਿੱਚ ਇਹਨੂੰ ਖਤਮ ਕਰਨਾ ਹੈ ਕਿਉਂਕਿ ਬੱਚਨ ਬਹੁਤ ਲੰਬਾ ਹੈ। ਹੁਣ 4 ਦਿਨ ਦੇ ਚਲਾਉਣਾ ਨਹੀਂਗਾ, ਲੇਕਿਨ ਜਿਹੜਾ ਇਹ 3 ਦਿਨ ਹੀ ਅਗਰ ਸਮਝੋ ਤਾਂ ਬੜੀ ਗੱਲ ਹੈ। ਇੱਕ ਮਨੁੱਖ ਜਿਹਦੇ ਦੋ ਲੜਕੇ ਔਰ ਇੱਕ ਨੂੰ ਕੀ ਕਰ ਲਿਆ, ਉਹ ਵੀ ਤਾਂ ਉਹਦੀਆਂ ਭੇਡਾਂ ਨੇ ਖੁਦਾ ਦੀਆਂ, ਇੱਕ ਨੂੰ ਗੁੰਮਰਾਹ ਕਰ ਲਿਆ, ਉਹਦੇ ਲੜ ਪਿਆ ਬਾਪ ਦੇ ਨਾਲ, ਮੇਰਾ ਹਿੱਸਾ ਹੀ ਦੇ ਦੇ, ਮੈਂ ਤਾਂ ਘਰ ਛੱਡ ਦੇਣਾ, ਮੈਂ ਤਾਂ ਚਲੀ ਜਾਣਾ, ਮੈਂ ਰਹਿਣਾ ਹੀ ਨਹੀਂ ਇੱਥੇ। ਜਦ ਰੋਜ਼ ਲੜਾਈ ਹੋਣੀ, ਰੋਜ਼ ਝਗੜਾ ਹੋਣਾ, ਤੇ ਉਹਨੇ ਆਪਣਾ ਹਿੱਸਾ ਬਾਪ ਦੇ ਕੋਲੋਂ ਲਿਆ। ਇਹਦੇ ਕੋਈ ਦੇ ਵਿੱਚ ਲਿਖਿਆ ਹੋਇਆ ਪੜ੍ਹਨਾ ਨਹੀਂ, ਉਹਨੇ ਆਪਣਾ ਹਿੱਸਾ ਲਿਆ, ਉਹ ਚਲਾ ਗਿਆ। ਜਾ ਕਰਕੇ ਉਹਨੇ ਸਾਰਾ ਪੈਸਾ ਕੀ ਕੀਤਾ? ਬਰਬਾਦ ਕਰ ਦਿੱਤਾ, ਖਾਧਾ ਪੀਤਾ ਔਰ ਐਸ਼ ਕੀਤੀ, ਐਸ਼ ਪ੍ਰਸ ਕੀਤੀ, ਪਰਵਾਹ ਨਹੀਂ ਕੀਤੀ ਪੈਸੇ ਦੀ, ਸਾਰਾ ਖਾ ਲਿਆ ਪੀ ਲਿਆ, ਮੁੱਕ ਗਿਆ। ਆਖਰ ਕਿੱਥੇ ਜਾ ਵੜਿਆ? ਉਹੀ ਭੇਡਾਂ ਜਾਣ ਵਾਲਿਆਂ ਦੇ, ਭੇਡਾਂ ਜਾਣ ਵਾਲਿਆਂ ਦੇ। ਔਰ ਐਸੀ ਨੌਬਤ ਆ ਗਈ ਕਿ ਕੇਲਿਆਂ ਦੇ ਛਿਲਕੇ ਚੁੱਕ ਕੇ ਖਾਣੇ, ਰੋਟੀ ਤੋਂ ਆਜ਼ਾਦ ਰਹਿਣਾ। ਅਮੀਰ ਘਰ ਦਾ ਲੜਕਾ, ਅਮੀਰ ਘਰ ਦੀ ਭੇਡ, ਲੇਕਿਨ ਜਦੋਂ ਕਿਸੇ ਦੇ ਮਗਰ ਲੱਗ ਗਈ ਔਰ ਉਹਨੇ ਘਰ ਦੇ ਵਿੱਚ ਆਪਣੇ ਬਾਪ ਨੂੰ ਮੇਰਾ ਹਿੱਸਾ ਹੀ ਦੇ, ਮੈਂ ਰਹਿਣਾ ਹੀ ਨਹੀਂ ਇੱਥੇ, ਪੈਸੇ ਲੈ ਕਰਕੇ ਜਾ ਕੇ ਸਾਰੇ ਬਰਬਾਦ ਕਰ ਦਿੱਤੇ। ਉਹ ਭੇਡ ਕੀ ਖਾਂਦੀ ਰਹੀ, ਕੀ ਚਰਦੀ ਰਹੀ, ਕੀ ਕੁਛ ਦੇਖੋ ਲਿਖਿਆ ਹੋਇਆ ਹੈ, ਕੀ ਉਹਦੇ ਨਾਲ ਨਹੀਂ ਹੋਇਆ। ਆਖਰ ਯਾਦ ਕੌਣ ਆਇਆ ਉਹਨੂੰ? ਆਪਣਾ ਬਾਪ ਤੇ ਆਪਣਾ ਘਰ ਯਾਦ ਆਇਆ। ਜਦੋਂ ਭੁੱਖੀ ਮਰਨ ਲੱਗੀ, ਕੇਲਿਆਂ ਦੇ ਛਿਲਕੇ ਖਾਣ ਲੱਗੀ, ਢੇਰਾ ਤੋਂ ਇੱਧਰ ਉੱਧਰ ਕਚਰਾ ਖਾਣ ਲੱਗੀ, ਭੇਡਾਂ ਦਾ ਮਿੱਠਾ ਮਿੱਠਾ ਖਾਣ ਲੱਗੀ, ਉਹੀ ਲੜਕਾ ਉਹਨੂੰ ਯਾਦ ਕੌਣ ਆਇਆ ਫਿਰ? ਮੇਰੇ ਬਾਪ ਦੇ ਘਰ ਤਾਂ ਇਹ ਨੌਕਰ ਸੀ, ਮੇਰੇ ਬਾਪ ਦੇ ਘਰ ਤਾਂ ਕਿਸੇ ਚੀਜ਼ ਦੀ ਕਮੀ ਹੁੰਦੀ ਨਹੀਂ ਸੀ, ਮੈਂ ਜੋ ਕੁਝ ਮੰਗਦਾ ਸੀ ਉਹ ਮੈਨੂੰ ਮਿਲਦਾ ਸੀ, ਚੰਗਾ ਖਾਂਦਾ ਸੀ, ਚੰਗਾ ਪਹਿਨ। ਇਹ ਮੈਂ ਕਿਹੜਾ ਕਦਮ ਚੁੱਕ ਲਿਆ? ਹੁਣ ਅਸੀਂ ਸਮਝਣਾ ਇਹ ਗੱਲ, ਜਦੋਂ ਅਸੀਂ ਕਦਮ ਚੁੱਕਦੇ ਕਲੀਸਿਆ ਦੇ ਵਿੱਚੋਂ, ਸਾਨੂੰ ਸਮਝਣਾ ਹੈ ਉਸ ਵਕਤ, ਸਾਨੂੰ ਇਹ ਸੋਚ ਲੈਣੀ ਹੈ, ਇਹ ਸਾਡੇ ਦਿਮਾਗ 'ਚ ਹੋਣੀ ਚਾਹੀਦੀ ਹੈ, ਸਾਡਾ ਘਰ ਹੈ, ਇਹ ਸਾਡਾ ਪਰਿਵਾਰ ਹੈ, ਇਹ ਸਾਡਾ ਕੁਟੁੰਬ ਹੈ, ਇਹ ਸਾਡਾ ਕਬੀਲਾ ਹੈ। ਇਹ ਕਬੀਲੇ ਨੂੰ ਜਦੋਂ ਇਸ ਖਾਨਦਾਨ ਨੂੰ ਅਸੀਂ ਛੱਡ ਕਰਕੇ ਜਾਣਾ ਚਾਹੁੰਦੇ ਹਾਂ ਤਾਂ ਉਸ ਵਕਤ ਸਾਨੂੰ ਪਹਿਲਾਂ ਸੋਚਣਾ ਹੈ ਕਿ ਮੁੜ ਕੇ ਕਿਤੇ ਮੈਨੂੰ ਇੱਥੇ ਆਉਣਾ ਤਾਂ ਨਹੀਂ ਪੈ ਜਾਏਗਾ, ਮੁੜ ਕੇ ਮੈਨੂੰ ਕਿਤੇ ਇੱਥੇ ਆਉਣਾ ਪੈ ਤਾਂ ਨਹੀਂ ਜਾਏਗਾ। ਇਹ ਸਾਨੂੰ ਸੋਚਣਾ ਚਾਹੀਦਾ ਹੈ। ਤੇ ਦੇਖੋ ਕਿਸ ਤਰ੍ਹਾਂ ਉਹ ਲੜਕੇ ਨੇ ਸਭ ਕੁਝ ਲੈ ਗਿਆ, ਬਾਪ ਦੇ ਕੋਲ ਲੈ ਕਰਕੇ ਜਾ ਕੇ ਖਾ ਪੀ ਕੇ ਸਾਰੀਆਂ ਚਮਨ ਕਰ, ਆਖਰ ਮਰਨ ਲੱਗਾ ਭੁੱਖਾ, ਗੰਦੀਆਂ ਚੀਜ਼ਾਂ ਖਾਣ ਲੱਗਾ, ਛਿਲਕੇ ਕੇਲਿਆਂ ਦੇ ਚੱਕ ਕੇ ਖਾਣ ਲੱਗਾ, ਇਹ ਕੁਛ ਨਹੀਂ ਹੁੰਦਾ, ਖਾਂਦਾ ਕੂੜਾ ਕਰਕੇ ਖਾਂਦਾ। ਆਖਰ ਬਾਪ ਦੀ ਯਾਦ ਆਈ, ਘਰ ਦੀ ਯਾਦ ਆਈ, ਆਖਰ ਘਰ ਹੀ ਆ ਗਿਆ। ਜਦ ਬੂਹੇ ਦੇ ਉੱਤੇ ਆ ਕੇ ਖੜਾ ਹੋਇਆ ਤੇ ਬਾਪ ਨੇ ਉਹਨੂੰ ਕੀ ਕੀਤਾ? ਗਲ ਦੇ ਨਾਲ ਲਾ ਲਿਆ। ਬਾਪ ਨੇ ਉਹਨੂੰ ਗਲ ਦੇ ਨਾਲ ਲਾ ਲਿਆ। ਬਾਪ ਦੇ ਬਾਪ ਹੀ ਹੈ, ਚਾਹੇ ਪੁੱਤ ਕਿਹੋ ਜਿਹਾ ਵੀ ਹੈ। ਅੱਜ ਨਸ਼ੇ ਖਾ ਕਰਕੇ, ਨਸ਼ੇ ਕਰ ਕਰਕੇ ਜੇਲ੍ਹ 'ਚ ਚਲੇ ਜਾਂਦੇ ਨੇ, ਬਾਪ ਨੇ ਉਹਨਾਂ ਦੀ ਜ਼ਮਾਨਤ ਕਰਾਉਂਦਾ ਕਿ ਨਹੀਂ ਹੁੰਦਾ? ਪਿੱਛੇ ਜਾਂਦਾ ਕਿ ਨਹੀਂ ਜਾਂਦਾ? ਕਰਾਉਂਦਾ ਕਿ ਨਹੀਂ ਕਰਾਉਂਦਾ? ਇੰਨਾ ਬਾਪ ਨੂੰ ਦੁੱਖ ਹੈ ਆਪਣੀ ਔਲਾਦ ਦਾ, ਮਾਂ ਨੂੰ ਵੀ ਦੁੱਖ ਹੈ, ਲੇਕਿਨ ਔਲਾਦ ਜਾਣੇ ਜਾਂ ਨਾ ਜਾਣੇ, ਔਲਾਦ ਜਾਣੇ ਜਾਂ ਨਾ ਜਾਣੇ, 90% ਔਲਾਦ ਖਰਾਬ ਹੋ ਚੁੱਕੀ ਹੈ। 10% ਔਲਾਦ ਜਿਹੜੀ ਹੈ ਪੂਰੀ ਦੁਨੀਆ ਵਿੱਚ, ਸਾਡੇ ਇੰਡੀਆ 'ਚ ਪੂਰੀ ਦੁਨੀਆ ਵਿੱਚ 10% ਔਲਾਦ ਜਿਹੜੀ ਹੈ ਅੱਜ ਕਹਿਣੇ ਕਾਰ ਹੈ, 90% ਜਿਹੜੀ ਉਹ ਆਪਣੀਆਂ ਮਰਜ਼ੀਆਂ ਕਰਦੀ।
अगर असी आज वचन ਨੂੰ सुन रहे हाँ, ਸਾਨੂੰ कोई सुनाने वाला दिता है और असी परमेश्वर च आए हाँ, तो असी उन्हां दे विच शामिल ना होइए जिहड़े 90 दे विच शामिल ने। असी उन्हां 10 दे विच शामिल होइए जिहड़े चंगे कहाउंदे ने। असी उन्हां दी नफरी ਵਧਾਈਏ, असी उन्हां लोकां दे विच शामिल हो जाइए, असी ओहो जिहे बन जाइए, असी अपने मां बाप की कदर करिए, उन्हां दा कहना मन्निए, वो जो कहते ने वो करिए। मैं आज +1 ਦੇ ਵਿੱਚ ਪੜ੍ਹਦਾ ਸੀ और ਜਿਹੜਾ ਜਲਿਆਲੇ ਕਾਲਜ ਹੈ ਉਹ ਅਸੀਂ ਸਾਡੀ ਪਹਿਲੀ ਕਲਾਸ ਮੈਂ ਹੀ ਇੱਥੇ ਅਟੈਂਡ ਕੀਤੀ ਸੀ। ਇਸ ਕਾਲਜ ਦੇ ਵਿੱਚ ਪਹਿਲੀ ਕਲਾਸ ਮੈਂ ਅਟੈਂਡ ਕੀਤੀ ਸੀ। ਸਾਡਾ ਪਾਦਰੀ ਸੁੰਦਰ ਸਿੰਘ ਨਕੋਦਰ ਤੋਂ ਜੱਟ ਸੀ, ਉਹ ਗੋਰਿਆਂ ਵਰਗਾ ਸੀ ਔਰ ਉਹ ਪਾਪੇ ਦੇ ਕੋਲ ਆਇਆ, ਕਹਿੰਦਾ ਕੀ ਕਰਨਾ ਮੁੰਡੇ ਨੂੰ ਪੜ੍ਹਾ ਕੇ ਛੱਡ ਪਰੇ, ਮੇਰੇ ਕੋਲ ਚਾਂਸ ਆ ਫੌਜ ਚ ਭਰਤੀ ਕਰਾ ਦਿਆ। ਤੇ ਦੋਨੋਂ ਜਣਿਆਂ ਨੇ ਮੈਨੂੰ ਸੱਦ ਲਿਆ, ਮੈਂ ਆਇਆ ਘਰ। ਕਹਿੰਦੇ ਕਿੱਦਾਂ ਵੀ ਤੇਰਾ ਇਰਾਦਾ? ਇੱਕੋ ਹੀ ਗੱਲ ਉਹਨੇ ਮੈਨੂੰ ਕਹੀ ਪਾਦਰੀ ਸਾਹਿਬ ਨੇ, ਕਹਿੰਦਾ ਹੋਰ 2 4 5 7 ਪੜ੍ਹ ਲਾ ਫੇਰ ਵੀ ਨੌਕਰੀ ਕਰਦੀ ਆ, ਤੇ ਜੇ ਹੁਣ ਕਰ ਲੈਗਾ ਕੀ ਮਾੜਾ। ਮੈਂ ਕਿਹਾ ਚਲੋ ਜੀ। ਮੈਂ ਉਸੇ ਵਕਤ ਚਲਾ ਗਿਆ ਉਸਲੇ ਜਾ ਕੇ, ਮੈਨੂੰ ਉਹ ਰਾਜੇ ਦਾ ਮਹਿਲ ਆ, ਉਹਦੇ ਵਿੱਚ ਭਰਤੀ ਹੁੰਦੀ ਸੀ, ਉੱਥੇ ਜਾ ਕੇ ਭਰਤੀ ਕਰਾਤਾ ਨਾ ਹੋ ਗਿਆ। ਤੇ ਜੇ ਹੋਰ 4 ਪੜ੍ਹ ਲੈਂਦਾ ਫੇਰ ਵੀ ਨੌਕਰੀ ਕਰਦੀ ਸੀ। ਗੱਲ ਮੰਨ ਲੈਣੀ ਚਾਹੀਦੀ ਆ, ਮੰਨ ਲਈ ਠੀਕ ਠਾਕ। ਮੇਰੇ ਬਾਰੇ ਮਾੜਾ ਤਾਂ ਨਹੀਂ ਸੋਚਿਆ ਉਹਨੇ, ਜੇ ਹੋਰ 4 ਪੜ੍ਹ ਕੇ ਵੀ ਨੌਕਰੀ ਕਰਨੀ ਸੀ ਤਾਂ ਜੇ ਉਦੋਂ ਹੀ ਚਲ ਗਿਆ ਤਾਂ ਕੀ ਫਾਇਦਾ ਸੀ। ਜੇ ਬਾਪ ਦੀ ਗੱਲ ਮੰਨ ਲੈਂਦਾ ਕਾਕਾ ਨਾ ਜਾਂਦਾ ਖੱਜਲ ਹੋਣਾ ਆ, ਤੈ ਰੋਣਾ ਆ। ਅੱਜ ਧੀਆਂ ਨੂੰ ਪੁੱਤਰਾਂ ਨੂੰ ਕਿੰਨਾ ਸਮਝਾਉਂਦੇ, ਹਟ ਜਾਓ ਇਹ ਕੰਮ ਨਾ ਕਰੋ, ਤੁਸੀਂ ਰੁਲਣਾ ਆ, ਤੁਸੀਂ ਵਾਪਸ ਮਾਂ ਬਾਪ ਨੂੰ ਯਾਦ ਕਰਨਾ ਆ, ਤੁਸੀਂ ਫਿਰ ਮਾਂ ਬਾਪ ਦੇ ਕੋਲ ਆ ਕਰਕੇ ਰੋਣਾ ਆ ਔਰ ਮਾਂ ਬਾਪ ਦੇ ਕਿੱਡੇ ਫੰਡੇ ਤੁਸੀਂ ਆ ਕਰਕੇ, ਔਰ ਉਸ ਵਕਤ ਮਾਂ ਬਾਪ ਨੇ ਤੁਹਾਨੂੰ ਉਸ ਵਕਤ ਠਕਰਾਉਣਾ ਆ, ਤੁਹਾਨੂੰ ਸ਼ੇਰੀ ਕੀਤੇ ਉਹਨਾਂ ਨੇ ਆਪਣੇ ਗਲ ਦੇ ਨਾਲ ਨਹੀਂ ਲਾਉਣਾ। ਇਹ ਬਹੁਤ ਕੁਝ ਜਿਹੜਾ ਹੈ ਉਸ ਆਦਮੀ ਨੇ ਆਪਣੇ ਪੁੱਤ ਨੂੰ ਸਮਝਾਇਆ ਸੀ, ਲੇਕਿਨ ਉਹ ਪੁੱਤ ਜਿਹੜਾ ਹੈ ਉਸ ਵਕਤ ਸਮਝ ਨਹੀਂ ਸਕਿਆ ਸੀ। ਫਿਰ ਕਿੰਨੇ ਧੱਕੇ ਖਾਦੇ ਉਹਨੇ। ਅੱਜ ਅਸੀਂ ਵੀ ਉਹ ਕੰਮ ਕਰਦੇ ਹਾਂ ਤਾਂ ਅੱਜ ਸਾਡੇ ਵੀ ਧੀਆਂ ਪੁੱਤ ਮਗਰੋਂ ਫੋਨ ਕਰਦੇ ਨੇ, ਪਾਸਟਰ ਜੀ ਦੁਆ ਕਰਿਓ ਮੈਂ ਹੁਣ ਤਲਾਕ ਲੈਣਾ ਹੈ। ਅੱਛਾ ਜੀ, ਹੁਣ ਕੀ ਹੋ ਗਿਆ ਜੀ? ਸਾਲ ਬਾਅਦ ਹੁਣ ਕੀ ਗੋਲੀ ਚੱਲ ਗਈ? ਹੁਣ ਕੀ ਪੰਪ ਫਟ ਗਿਆ? ਉਦੋਂ ਤਾਂ ਬੜੀ ਕਾਲੀ ਸੀ, ਉਹ ਤਾਂ ਜਲਦੀ ਜਲਦੀ ਪਿਆ ਹੋਇਆ ਸੀ ਕੰਮ। ਹੁਣ ਕੀ ਫਟ ਗਿਆ ਪੰਪ ਬਈ? ਸਾਲ ਬਾਅਦ ਹੀ, 9 ਮਹੀਨਿਆਂ ਬਾਅਦ ਹੀ ਬਸ ਮੇਰਾ ਤਲਾਕ ਹੋ ਜਾਵੇ, ਦੁਆ ਕਰ ਦਿਓ ਮੇਰਾ ਤਲਾਕ ਹੋ ਜਾਵੇ। ਬਹੁਤ ਕੇਸ ਆਉਂਦੇ ਨੇ ਮੇਰੇ ਕੋਲ ਇਹੋ ਜਿਹਾ। ਮੈਂ ਕਿਹਾ ਉਦੋਂ ਦੁਆ ਕਰਾਈ ਸੀ ਜਦੋਂ ਇਹ ਵੇਲਾ ਆਇਆ ਸੀ ਨੱਠਣ ਦਾ, ਉਦੋਂ ਕਰਾਈ ਸੀ ਦੁਆ? ਮੇਰੀ ਦੁਆ ਕਰਦੇ ਮੈਂ ਛੇਤੀ ਘਰੋਂ ਨੱਠ ਜਾਵਾਂ, ਮਾਂ ਬਾਪ ਨੂੰ ਧੋਖਾ ਦੇ ਕੇ। ਉਦੋਂ ਦੁਆ ਕਰਾਈ ਸੀ? ਕੋਰਟ ਵਾਲਿਆਂ ਨੂੰ ਕਹੋ ਜਾ ਕੇ ਦੁਆਵਾਂ ਕਰੀ। ਅਸੀਂ ਇਹ ਦੁਆਵਾਂ ਨਹੀਂ ਕਰਦੇ, ਅਸੀਂ ਜੋੜਦੇ ਹਾਂ ਲੋਕਾਂ ਨੂੰ ਵਚਨ ਦੇ ਮੁਤਾਬਕ, ਅਸੀਂ ਤੋੜਦੇ ਨਹੀਂ ਲੋਕਾਂ ਨੂੰ। ਇਹ ਭੇਡ ਜਿਹੜੀ ਸੀ ਉਹ ਇਸੇ ਤਰ੍ਹਾਂ ਗਈ ਅਮੀਰ ਘਰ ਦੇ ਵਿੱਚੋਂ ਗਈ, ਕਹਿਣਾ ਨਹੀਂ ਮੰਨਿਆ ਉਹਨੇ ਬਾਪ ਦਾ। ਕਿੰਨੀ ਤੰਗ ਹੋਈ, ਕੇਲਿਆਂ ਦੀਆਂ ਛਿੱਲਾਂ ਖਾਣੀਆਂ ਪਈਆਂ, ਕਚਰਾ ਖਾਣਾ ਪਿਆ, ਆਖਰ ਫੇਰ ਮਾਂ ਬਾਪ ਦੇ ਘਰ ਦਾ ਮੂੰਹ ਦੇਖਣਾ ਪਿਆ। ਤੇ ਬਾਪ ਨੇ ਆ ਕਰਕੇ ਉਹਨਾਂ ਨੂੰ ਫਿਰ ਕੀ ਕੀਤਾ? ਗਲ ਦੇ ਨਾਲ ਲਾ ਕਰਕੇ ਉਹਨੇ ਜਿਹੜੇ ਗਾਉਣ ਵਜਾਉਣ ਵਾਲੇ ਇਕੱਠੇ ਕੀਤੇ ਔਰ ਉਸ ਆਪਣੇ ਲੜਕੇ ਦੀ ਖੁਸ਼ੀ ਬਣਾਈ ਕਿ ਮੇਰੀ ਗੁਆਚੀ ਹੋਈ ਭੇਡ, ਮੇਰਾ ਗੁਆਚਿਆ ਹੋਇਆ ਪੁੱਤ ਮੇਰੇ ਕੋਲ, ਮੇਰੀ ਗੁਆਚੀ ਹੋਈ ਭੇਡ, ਮੇਰਾ ਗੁਆਚਿਆ ਹੋਇਆ ਪੁੱਤ ਜਿਹੜਾ ਹੈ ਉਹ ਮੇਰੇ ਕੋਲ ਆ ਗਿਆ ਹੈ। ਉਹਨੇ ਖੁਸ਼ੀ ਬਣਾਈ। ਜਿਹੜਾ ਉਹਦਾ ਲੜਕਾ ਘਰ ਰਹਿੰਦਾ ਸੀ, ਜਿਹੜਾ ਉਹਦਾ ਲੜਕਾ ਕਹਿਣਾ ਮੰਨਦਾ ਸੀ, ਜਿਹੜਾ ਉਹਦੇ ਹੁਕਮ ਦੇ ਮੁਤਾਬਕ ਚੱਲਦਾ ਸੀ, ਜਿਹੜਾ ਆਪਣੇ ਬਾਪ ਦੀ ਸੇਵਾ ਕਰਦਾ ਸੀ, ਉਹ ਜਦੋਂ ਬਾਹਰੋਂ ਆਇਆ ਕੰਮ ਕਾਰ ਕਰਕੇ ਖੇਤੀ ਖੂਤੀ ਦੇ ਵਿੱਚ, ਤਾਂ ਉਹ ਕਹਿੰਦਾ ਪਿਤਾ ਜੀ ਅੱਜ ਇਹ ਕੀ ਹੋ ਰਿਹਾ? ਇਹ ਕੀ ਹੋ ਰਿਹਾ ਅੱਜ? ਕਹਿੰਦਾ ਤੈਨੂੰ ਨਹੀਂ ਪਤਾ ਤੇਰਾ ਭਰਾ ਜਿਹੜਾ ਹੈ ਉਹ ਇੰਨੇ ਚਿਰ ਤੋਂ ਗੁਆਚਿਆ ਹੋਇਆ ਸੀ ਪਰ ਅੱਜ ਉਹ ਘਰ ਆਇਆ ਹੈ। ਕਹਿੰਦਾ ਅੱਛਾ ਇਹਦੀ ਤੈਨੂੰ ਇੰਨੀ ਖੁਸ਼ੀ ਆ, ਤਾਂ ਜਿਹੜਾ ਤੇਰੇ ਰੋਜ਼ ਸੇਵਾ ਕਰਦਾ, ਜਿਹੜਾ ਤੇਰੀ ਰੋਜ਼ ਕਹਿਣਾ ਮੰਨਦਾ, ਉਹਦੇ ਵਾਸਤੇ ਤੂੰ ਇੱਕ ਦਿਨ ਵੀ ਗਾਉਣ ਵਜਾਉਣ ਵਾਲੇ ਨਹੀਂ ਲਿਆਂਦੇ, ਉਹਦੇ ਵਾਸਤੇ ਤੂੰ ਇੱਕ ਦਿਨ ਵੀ ਗਾਉਣ ਵਜਾਉਣ ਵਾਲੇ ਨਹੀਂ ਲਿਆਂਦੇ, ਜਿਹੜਾ ਤੇਰੀ ਸੇਵਾ ਰੋਜ਼ ਕਰਦਾ। ਤੇ ਇਹਦੇ ਬਾਰੇ ਕਹਿੰਦਾ ਮੇਰੀ ਗੱਲ ਸੁਣ ਪੁੱਤ, ਤੂੰ ਤਾਂ ਰੋਜ਼ ਮੇਰੇ ਕੋਲ ਰਹਿੰਦਾ ਸੀ, ਹੁਣ ਰੱਬ ਦਾ ਸ਼ੁਕਰ ਕਰ ਕਿ ਇਹ ਵੀ ਜੇ ਆਇਆ ਤਾਂ ਹੁਣ ਆਪਣੇ ਕੋਲ ਹਮੇਸ਼ਾ ਰਹੇ। ਉਹਨੇ ਜਾਊਗਾ ਨਹੀਂ, ਇਹਨੇ ਠੋਕਰ ਖਾਣੇ। ਮੈਂ ਕਈ ਵਾਰ ਦੱਸ ਚੁੱਕਾ ਹਾਂ ਕਿ ਇਨਸਾਨ ਦੀ ਅੱਖ ਜਿਹੜੀ ਹੈ ਉਹ ਕਦੋਂ ਖੁੱਲਦੀ ਹੈ? ਜਦ ਧੋਖਾ ਖਾ ਕੇ ਖੁੱਲਦੀ ਹੈ ਜਾਂ ਫਿਰ ਨਰਕ ਦੇ ਵਿੱਚ ਜਾ ਕਰਕੇ। ਜਦੋਂ ਅਸੀਂ ਧੋਖਾ ਖਾ ਰਹੇ ਨੇ ਕਿਸੇ ਚੀਜ਼ ਤੋਂ ਤਾਂ ਸਾਡੀ ਅੱਖ ਜਿਹੜੀ ਖੁੱਲਦੀ ਹੈ ਉਹ ਫਿਰ ਕਦੇ ਬੰਦ ਨਹੀਂ ਹੁੰਦੀ। ਤੇ ਅੱਜ ਅਸੀਂ ਉਹਨਾਂ ਲੋਕਾਂ ਦੇ ਵਿੱਚ ਨਾ ਰਹੀਏ ਜਿਹੜੀਆਂ ਭੇਡਾਂ ਅਵਾਰੂ ਨੇ, ਜਿਹੜੀਆਂ ਘਰ ਨੂੰ ਛੱਡ ਕੇ ਚਲੀਆਂ ਜਾਂਦੀਆਂ ਨੇ, ਜਿਹੜੀਆਂ ਮਾਂ ਬਾਪ ਤੋਂ ਲਾਪਰਵਾਹ ਨੇ, ਜਿਹੜੀਆਂ ਮਾਂ ਬਾਪ ਦੀ ਬਰਬਾਦੀ ਕਰਦੀਆਂ। ਅਗਰ ਸਾਨੂੰ ਸੰਗਤੀ ਦਿੱਤੀ ਹੈ, ਅੱਛੀ ਸੰਗਤੀ ਦਿੱਤੀ ਹੈ, ਅੱਛੇ ਚਰਵਾਹੇ ਦਿੱਤੇ ਨੇ, ਅੱਛੇ ਸਮਝਾਉਣ ਵਾਲੇ ਦਿੱਤੇ ਨੇ, ਅੱਛਾ ਇੱਕ ਸੱਚਾ ਰੱਬ ਸਾਨੂੰ ਜਿਹੜਾ ਸਾਡਾ ਅਜ਼ਾਲੀ ਦਿੱਤਾ ਹੈ, ਤਾਂ ਅਸੀਂ ਉਹਦਾ ਹੁਕਮ ਮੰਨ ਕਰਕੇ ਆਪਣੀਆਂ ਜ਼ਿੰਦਗੀਆਂ ਨੂੰ ਇੱਕ ਅੱਛੀ ਔਰ ਚੋਖੀ ਬਣਾ ਸਕੀਏ, ਆਪਣੀਆਂ ਜ਼ਿੰਦਗੀਆਂ ਨੂੰ ਅੱਛੀ ਔਰ
ਚੌਕੀ ਬਣਾਈਏ ਤਾਂ ਸਾਡਾ ਇੱਥੇ ਆਉਣ ਦਾ ਕੀ ਫਾਇਦਾ ਆ ਜੇ ਅਸੀਂ ਆਪਣੀਆਂ ਜ਼ਿੰਦਗੀਆਂ ਨੂੰ ਲੰਬੀਆਂ ਉਮਰਾਂ ਵਾਲੀ ना बना सकिए, लंबे दिनों वाली ना बना सकिए, और मुसीबतों तो आजाद वाली ना बना सकिए, और अपनी गरीबी तो दूर ना बना सकिए। हर चीज सानू खुदा अपनी भेडां दा कहंदा, मैं जदों अंदर बाहर फिरदा हां तां मैं उहनां नूं चारा भी ते सानू की चिंता आपे देना हुंदे, आपे देना हुंदे सानू। कोई किसी तरह भी कमा के खांदा है, कोड़ दिंदा है, वही दिंदा है। देण वाला वही आपां किते कुछ नहीं जांदे। घर बैठ के देख लो मिलूगा तुहानू, घर बैठ के किसी ने नहीं देना। इस करके आज वचन जिहड़ा है तुहानू दस्सिया कि अच्छा अजाली खुदावंद यसू मसीह कहंदा मैं हां। गल्लां ते जरूर जिहड़ियां सच्चियां कौड़ियां लगदियां ने, लेकिन वो बड़ियां कम दियां ने, वो कम दियां ने गल्लां। असीं कम दियां गल्लां दे मगर जाना। ये जिहड़ी बाइबल है ये सब तो पहली खुदा ने किताब लिखी है जिहदे विचों चारे चीज़ां निकलियां ने। ਜਿਹੜੇ ਚਾਰੇ ਗ੍ਰੰਥ ਨੇ ਇਹਦੇ ਵਿੱਚੋਂ ਨਿਕਲੇ ਨੇ। ਗ੍ਰੰਥ ਸਾਹਿਬ ਇਹਦੇ ਵਿੱਚੋਂ ਨਿਕਲਿਆ, ਗੀਤਾ ਇਹਦੇ ਵਿੱਚੋਂ ਨਿਕਲੀ, ਰਮਾਇਣ ਇਹਦੇ ਵਿੱਚੋਂ ਨਿਕਲੀ, ਔਰ ਜਿਹੜੀ ਕੁਰਾਨ ਹੈ ਉਹ ਇਹਦੇ ਵਿੱਚੋਂ ਨਿਕਲੀ। ਸੁਲੇਮਾਨ ਦੀ ਕੁਰਾਨ ਤੱਕ, ਸੁਲੇਮਾਨ ਦੀ ਕਿਤਾਬ ਤੱਕ ਜਿਹੜੀ ਹੈ ਉਹ ਪੂਰੀ ਕੁਰਾਨ ਹੈ। ਸਾਰੀਆਂ ਕਿਤਾਬਾਂ ਇਹਦੇ ਵਿੱਚੋਂ ਨਿਕਲੀਆਂ ਨੇ। ਇਹਦੇ ਵਿੱਚੋਂ ਨਿਕਲਿਆ, ਇਹਦੇ ਤੋਂ ਪਹਿਲਾਂ ਕੋਈ ਕਿਤਾਬ ਹੀ ਹੈ ਨਹੀਂ ਸੀ। ਰੱਬ ਤੋਂ ਪਹਿਲਾਂ ਕੌਣ ਸੀ? ਉਹਨੇ ਇਹ ਜਿਹੜੀ ਆ ਕਿੰਨੇ ਸਾਲਾਂ ਦੇ ਵਿੱਚ 1600 ਸਾਲ ਇਹਨੂੰ ਲਿਖਣ ਦੇ ਵਾਸਤੇ ਲੱਗੇ ਸੀ। 40 ਨਬੀਆਂ ਦੇ ਜ਼ਰੀਏ ਲਿਖਾਈ ਗਈ ਸੀ। 1600 ਸਾਲ ਇਹਨੂੰ ਲਿਖਣ ਲੱਗੇ ਸੀ, ਔਰ 20 ਲੈਂਗੁਏਜ ਦੇ ਵਿੱਚ ਪਹਿਲਾਂ ਦੱਸਿਆ 20 ਲੈਂਗੁਏਜ ਦੇ ਵਿੱਚ ਜਿਹੜੀ ਇਹ ਲਿਖਾਈ ਗਈ ਸੀ। ਅੱਜ ਤੇ ਪਤਾ ਨਹੀਂ ਕਿੰਨੇ ਦੇ ਵਿੱਚ ਹੋਰ ਹੋ ਗਈ। ਇਹਦੇ ਵਿੱਚੋਂ ਸਾਰੇ ਗ੍ਰੰਥ ਨਿਕਲੇ ਨੇ। ਸਾਰੀ ਕਿਹੜੀ ਚੀਜ਼ ਹੈ ਜਿਹੜੇ ਕਿਹੜੇ ਗ੍ਰੰਥ ਦੀ ਇਹਦੇ ਵਿੱਚ ਨਹੀਂ ਲਿਖੀ ਹੋਈ? ਕੋਈ ਐਸੀ ਚੀਜ਼ ਨਹੀਂ ਜਿਹੜੀ ਇਹਦੇ ਵਿੱਚ ਨਹੀਂ ਲਿਖੀ ਸੀ। सब तो पहली किताब जिहड़ी है वो यही है, और इस तो पहला कोई भी किताब जिहड़ी वो नहीं सी। ते फिर असीं क्यों नहीं इहदे मगर लगदे, क्यों नहीं असीं इहदा कहना मनदे जिहड़ी साडी जिंदगी नूं सुधारदी है। इहदे विच कोई ऐसा लफ्ज़ नहीं बचन दे विच जिहड़ा सानूं किसे भी मनुख वाल लैके जांदा है। जिहड़े अज मनुख अपने आप नूं दसदे ने ऐ करोगे ते आ हो जाए, ताकत दसदे ने, वो मनुख दी ताकत की है यार? उन्हें ते आखिर मरना है, मनुख ने ते मरना है, रब ने थोड़ी मरना है। रब ते हमेशा जिंदा रहना है। कि असीं रब दे मगर लगिए जिहड़ा सानूं मरिया होया नूं भी जींदा करन दी ताकत रखदा है। तुहानूं सारिआं नूं पता है, तुहानूं सारिआं तक आए सी मरिया होया बच्चा, वो भी रब ने इत्थे जींदा कर दित्ता सी। असीं कहंदे खुदा तूं एडे वड्डे काम करदा सी, एडे वड्डे काम करदा तूं इत्थे। ये सन 12 दी जां 11 दी गल है, बहुत पुरानी गल हो गई है। ਉੱਥੇ ਫੋਨ ਤੇ ਮੇਰੇ ਕੋਲ ਦੁਆ ਕਰਾਈ ਸੀ, ਡਾਕਟਰ ਨੇ ਜਵਾਬ ਦੇ ਦਿੱਤਾ ਸੀ। ਡਾਕਟਰ ਕਹਿੰਦੇ ਸੀ ਇਹਦੇ ਲਈ ਕੱਪੜਾ ਲੈ ਆਵੋ ਤੇ ਇਹਨੂੰ ਲੈ ਜਾਓ, ਇਹ ਖਤਮ ਆ। ਉੱਥੇ ਜਦੋਂ ਦੁਆ ਕਰਾਈ ਉਹ ਬੱਚੇ ਦੇ ਵਿੱਚ ਸਾਹ ਆਉਣਾ ਸ਼ੁਰੂ ਹੋ ਗਿਆ। ਦੂਜੇ ਦਿਨ ਹੀ ਅੱਜ ਬੱਚਾ ਹੋਇਆ ਵਿਚਾਰਾ, ਦੂਜੇ ਦਿਨ ਹੀ ਉਹ ਤੀਜੇ ਦਿਨ ਮੇਰਾ ਖਿਆਲ ਸੀਗਾ, ਤੀਜੇ ਦਿਨ ਸੀਗਾ, ਸ਼ੁੱਕਰਵਾਰ ਦੀ ਗੱਲ ਹੈ। ਐਤਵਾਰ ਨੂੰ ਮੈਂ ਕਿਹਾ ਚੱਲ ਚੱਲ ਐਤਵਾਰ ਨੂੰ ਚਰਚ ਵਿਚਾਰੀ ਉਹਦੇ ਮੂੰਹ ਸਿਰ ਫੁੱਟ ਪਟ ਕੇ ਇੱਥੇ ਆ ਗਈ ਸੀ। ਇਹ ਖੁਦਾ ਹੈ, ਇਹ ਰੱਬ ਹੈ, ਇਹਦੀਆਂ ਅਸੀਂ ਭੇਡਾਂ ਬਣੀਆਂ। ਉਹ ਸਾਡਾ ਚਰਵਾਹਾ ਚਾਰਨ ਵਾਲਾ ਹੈ ਤੇ ਅਸੀਂ ਜੋ ਹੈ दुनिया के पालनहारे दी गीत गावांगे। दुनिया